ਸਤਨਾਮ ਧੰਨ ਵਾਖੇ ਗੁਰੂ ਸਾਹਿਬ ਜੀਓ। ਕਾਮ ਕ੍ਰੋਧ ਲੋਭ ਝੂਠ ਨਿੰਦਾ ਇਨ ਤੇ ਆਪ ਛਡਾਵੋ। ਇਹ ਭੀਤਰ ਤੇ ਇਨ ਕੋ ਡਾਰੋ। ਆਪਨ ਨਿਕਟ ਬੁਲਾਵੋ। ਆਪਣੀ ਬਿਦ ਆਪ ਜਨਾਵੋ। ਹਰ ਜਨ ਮੰਗਲ ਗਾਵੋ ਰਹਾਉ। ਬਿਸਰ ਨਾਹੀ ਕਬਹੂ ਹੀ ਤੇ ਇਹ ਬਿਦ ਮਨ ਮਹਿ ਪਾਵੋ। ਗੁਰ ਪੂਰਾ ਭੇਟਿਓ ਵਡ ਭਾਗੀ। ਜਨ ਨਾਨਕ ਕਤਹਿ ਨਾ ਧਾਵੋ। ਹਮ ਅਵਗੁਣ ਭਰੇ ਏਕ ਗੁਣ ਨਾਹੀ। ਅੰਮ੍ਰਿਤ ਛਾੜ ਬਿਖਹਿ ਬਿਖ ਖਾਈ। ਮਾਇਆ ਮੋਹ ਪਰਮ ਪੈ ਭੂਲੇ। ਸੁਤ ਦਾਰਾ ਸਿਉ ਪ੍ਰੀਤ ਲਗਾਈ। ਇਕ ਉਤਮ ਪੰਥ ਸੁਨਿਓ ਗੁਰ ਸੰਗਤ। ਤੇਹ ਮਿਲੰਤ ਜਮ ਤਰਾਸ ਮਿਟਾਈ। ਇਕ ਅਰਦਾਸ ਪਾਟ ਕੀਰਤ ਕੀ। ਗੁਰ ਰਾਮਦਾਸ ਰਾਖੋ ਸ਼ਰਨਾਈ। ਇਕ ਅਰਦਾਸ ਪਾਟ ਕੀਰਤ ਕੀ। ਗੁਰ ਰਾਮਦਾਸ ਰਾਖੋ ਸ਼ਰਨਾਈ। ਗੁਰ ਰਾਮਦਾਸ ਰਾਖੋ ਸ਼ਰਨਾਈ। ਪਰਮ ਸਨਮਾਨਯੋਗ ਜੁਗੋ ਜੁਗ ਅਟਲ ਹਜ਼ੂਰ ਸਾਨੂੰ ਆਤਮਿਕ ਜੀਵਨ ਜੀਣ ਦੀ ਚੜਾਉਂਦੇ ਪਏ ਨੇ। ਜਿਵੇਂ ਉਸ ਦਿਨ ਅਰਜ਼ ਕੀਤੀ ਸੀ, ਗੁਰਬਾਣੀ ਮੁਤਾਬਕ ਇੱਥੇ ਕੇਵਲ ਇਹ ਸ਼ਬਦ ਨਹੀਂ, ਇਹ ਕਿਸ ਧਰਮ ਦਾ ਹੈ, ਕਿਸ ਮਜ਼ਹਬ ਦਾ ਹੈ, ਇਹਦਾ ਫਿਰਕਾ ਕੀ ਹੈ। ਸਿਰਫ ਇਨਸਾਨੀਅਤ ਦੇ ਤੌਰ ਤੇ ਜੇ ਝਾਤੀ ਮਾਰ ਕੇ ਦੇਖੀਏ ਤੇ ਹਰ ਇੱਕ ਮਨੁੱਖ ਜਿਹੜਾ ਹੈ ਉਸ ਪਰਮਾਤਮਾ ਦੀ ਹੀ ਅੰਸ਼ ਹੈ, ਜਿਹਨੂੰ ਸਤਿਗੁਰੂ ਨੇ ਬਾਣੀ ਤੇ ਥਾਂ ਪੁਰ ਥਾਂ ਬਖਸ਼ਿਸ਼ ਕੀਤੀ। ਜਿਵੇਂ ਅਸੀਂ ਪੜ੍ਹਦੇ ਹਾਂ, ਕਹੋ ਕਬੀਰ ਇਹ ਰਾਮ ਕੀ ਅੰਸ਼, ਇਹ ਪਰਮਾਤਮਾ ਦੀ ਅੰਸ਼ ਹੈ। ਦੂਸਰਾ ਬਚਨ, ਸਭ ਮੈਂ ਜੋਤ, ਜੋਤ ਹੈ ਸੋਹੇ, ਤਿਸ ਦਾ ਚਾਨਣ ਸਭ ਮੈਂ ਚਾਨਣ ਹੋਏ। ਸਾਰਿਆਂ ਵਿੱਚ ਉਹਦੇ ਪ੍ਰਕਾਸ਼ ਦਾ ਜ਼ਿਕਰ ਸਤਿਗੁਰਾਂ ਨੇ ਕੀਤਾ।
ਇਹਨੂੰ ਸੂਝਵਾਨ ਵਿਦਵਾਨ ਸਮਝਾਉਣ ਲਈ ਇੱਕ ਉਦਾਹਰਨ ਲੈਂਦੇ ਆ ਕਿ ਸਮੁੰਦਰ ਦਾ ਪਾਣੀ ਜਿਹੜਾ ਹੈ ਉਸ ਦਾ ਕੋਈ ਗਿਣਤੀ ਮਿਣਤੀ ਨਹੀਂ, ਕੋਈ ਮਾਪ ਨਹੀਂ ਸਕਦਾ। ਪਰ ਉਸ ਦੇ ਸਾਹਮਣੇ ਜੇ ਪਾਣੀ ਦਾ ਇੱਕ ਕਤਰਾ ਹੋਵੇ, ਇੱਕ ਪਾਣੀ ਦੀ ਬੂੰਦ ਹੋਵੇ, ਤੇ ਜੇ ਉਹਨੂੰ ਉਹਦੇ ਸੂਤਰ ਅਨੁਸਾਰ ਦੇਖੀਏ, ਸਮੁੰਦਰ ਦਾ ਅਥਾਹ ਜਲ ਦਾ ਭੰਡਾਰ ਉਹ ਵੀ ਹਾਈਡਰੋਜਨ ਤੇ ਆਕਸੀਜਨ ਹੈ, ਜਿਹਨੂੰ ਪੜ੍ਹੇ ਲਿਖੇ ਸੱਜਣ ਕਹਿੰਦੇ ਨੇ H2O। ਤੇ ਜੇ ਇਤਨਾ ਵੱਡਾ ਭੰਡਾਰਾ ਜਿਹੜਾ ਹੈ ਪਾਣੀ ਦਾ, ਜਿਹੜਾ ਇਤਨਾ ਵੱਡਾ ਅਸਗਾ ਸ਼ਬਦ ਵਰਤਾਂ, ਇਤਨਾ ਪਾਣੀ ਹੈ, ਉਹ ਵੀ H2O ਹੈ। ਤੇ ਜੇ ਇੱਕ ਪਾਣੀ ਦਾ ਕਤਰਾ ਲੈ ਲਈਏ ਤੇ ਉਹਦਾ ਸੂਤਰ ਵੀ ਉਹੀ ਹੈ ਜਿਹੜਾ ਸਮੁੰਦਰ ਦਾ ਹੈ। ਇਹ ਸਮਝਣ ਵਾਸਤੇ ਸਿਰਫ ਜੀ ਪਾਰ ਬ੍ਰਹਮ ਪਰਮੇਸ਼ਵਰ ਆਗਾਸ ਹੈ, ਅਗਾਹ ਹੈ, ਜਿਹਨੂੰ ਅਸੀਂ ਪਰਮਾਤਮਾ ਕਹਿੰਦੇ ਹਾਂ, ਜਿਹਨੂੰ ਪਰਮ ਈਸ਼ਰ ਕਹਿੰਦੇ ਆ। ਪਰ ਅਸੀਂ ਆਤਮਾ ਦੇਖਨੇ ਆ ਇਹ ਪੰਜਾਂ ਤੱਤਾਂ ਦੇ ਚੋਲੇ ਵਿੱਚ ਹੈ। ਬਸ ਇਸੇ ਤਰ੍ਹਾਂ ਸਮਝੀਏ ਕਿ ਜਿਵੇਂ ਸਮੁੰਦਰ ਦਾ ਪਾਣੀ ਤੇ ਇੱਕ ਜਲ ਦਾ ਕਤਰਾ, ਇੱਕ ਪਾਣੀ ਦੀ ਬੂੰਦ ਹੈ, ਇਸੇ ਤਰ੍ਹਾਂ ਪਰਮਾਤਮਾ ਤੇ ਆਤਮਾ, ਅੰਸ਼ ਤੇ ਅੰਸ਼ੀ, ਇਹਨਾਂ ਦੋਨਾਂ ਦਾ ਅਸਲਾ ਜਿਹੜਾ ਹੈ ਇੱਕ ਹੀ ਹੈ। ਫਿਰ ਇਹ ਦੀਵਾਰ ਕਿੱਥੋਂ ਵਿੱਚ ਆ ਗਈ? ਇਹ ਕੂੜ ਦੀ ਭਾਲ ਕਦੋਂ ਖੜੀ ਹੋ ਗਈ? ਇਸ ਦਾ ਉੱਤਰ ਸਤਿਗੁਰੂ ਫਿਰ ਦਿੰਦੇ ਆ। ਅੱਜ ਅਸੀਂ ਉਸ ਨੂੰ ਵਾਚਾਂਗੇ। ਸਤਿਗੁਰੂ ਫਿਰ ਇੱਕ ਦੱਸਦੇ ਆ ਵੀ ਇਹ ਮਨੁੱਖ ਕਲਪਦਾ ਹੈ। ਸੇਜ ਇੱਕੋ ਹੀ ਹੈ, ਸਿਰਫ ਇੱਕ ਤਿਤਲੀ ਦੇ ਖੰਭ ਜਿੰਨਾ ਪੜਦਾ ਹੈ। ਉਹ ਪਰਦੇ ਦੇ ਓਲੇ ਸਤ ਦਾ ਆਨੰਦ, ਜਿਹਨੂੰ ਸਤ ਚਿੱਤ ਆਨੰਦ ਕਹਿੰਦੇ ਆ, ਉਹ ਹੈ। ਬਸ ਇਸ ਨਿੱਕੇ ਜਿਹੇ ਪਰਦੇ ਨੇ ਪਤਾ ਨਹੀਂ ਕਿੰਨੇ ਕੁ ਜਨਮ ਸਾਨੂੰ ਵੱਖ ਰੱਖਿਆ। ਉਹਨੂੰ ਸਤਿਗੁਰੂ ਨੇ ਇੱਕ ਸ਼ਬਦ ਵਰਤਿਆ, ਹੋਂ। ਅਸੀਂ ਉਹ ਬਚਨ ਬਾਣੀ ਚ ਪੜ੍ਹਦੇ ਹਾਂ, ਖਾਂ ਹੋਂ ਭੀਤ ਭਇਓ ਹੈ ਬੀਚੋ, ਸੁਨਤ ਦੇਸ਼ ਨਿਕਟਾਇਓ। ਕਹਿੰਦੇ ਇੱਕ ਨਿੱਕੀ ਜੀ ਕੰਧ ਹੈ ਜਿਹਨੂੰ ਸਤਿਗੁਰੂ ਕੂੜ ਦੀ ਪਾਲ ਕਹਿ ਰਹੇ ਨੇ। ਭੀਤ ਦਾ ਅਰਥ ਹੈ ਕੰਧ, ਦੀਵਾਰ। ਹਾਂ ਹੋ ਭੀਤ ਭਇਓ ਹੈ ਬੀਚੋ, ਸੁਨਤ ਦੇਸ਼ ਨਿਕਟਾਇਓ, ਪਾਂਬੀਰੀ ਕੇ ਪਾਤ ਪਰਦੋ ਬਿਨ ਪੇਖੇ ਦੂਰ ਆਇਓ। ਇੱਕ ਪਾਂਬੀਰੀ, ਇੱਕ ਤਿਤਲੀ ਦੇ ਖੰਭ ਜਿੰਨਾ ਪਤਲਾ ਇਹ ਪਰਦਾ ਹੈ, ਪਰ ਕਈ ਜਨਮਾਂ ਦਾ ਸਾਨੂੰ ਉਹਦੇ ਤੋਂ ਵਿਛੋੜੀ ਬੈਠਾ ਹੈ। ਉਹਨੂੰ ਸਤਿਗੁਰੂ ਨੇ ਕੂੜ ਦੀ ਪਾਲ ਕਿਹਾ। ਥੋੜਾ ਜਿਹਾ ਆਓ ਜੋ ਅਸੀਂ ਵਾਚਿਆ ਹੈ, ਜ਼ਿਆਦਾ ਸਮਾਂ ਨਹੀਂ ਲਾਹਾਂਗਾ ਕਿ ਲੜੀ ਕੱਲ ਤੱਕ ਮੈਂ ਸਮਾਪਤ ਕਰ ਦਿਆਂਗਾ। ਸੁਬਹ ਦੇ ਦੀਵਾਨ ਵਿੱਚ ਹਜ਼ੂਰ ਨੇ ਫਰਮਾਇਆ ਫਿਰ ਅੰਦਰ ਦੀ ਉਹ ਜਿਹੜੀ ਮੈਲ ਹੈ ਉਹ ਕਿਵੇਂ ਨਿਕਲੇ, ਤੇ ਜਿਹੜੇ ਸਾਧਨ ਪੁਰਾਤਨ ਲੋਕਾਂ ਨੇ ਵਰਤੇ ਉਹਨਾਂ ਦਾ ਜ਼ਿਕਰ ਕੀਤਾ। ਸੁਚਮਤਾ, ਮੌਨ ਧਾਰਨ ਕਰਨਾ, ਵਰਤ ਰੱਖਣੇ, ਤੇ ਦਿਮਾਗੀ ਬੌਧਿਕ ਤਲ 'ਚ ਚਲਾਕੀਆਂ ਚਤੁਰਾਈਆਂ ਦੀ ਵਰਤੋਂ ਕਰਨੀ। ਉਸ ਨੂੰ ਹਜ਼ੂਰ ਨੇ ਫਿਰ ਬਾਣੀ 'ਚ ਫਰਮਾਇਆ, ਸੋਚੈ ਸੋਚ ਨਾ ਹੋਵਈ, ਜੇ ਸੋਚੀ ਲੱਖ ਵਾਰ, ਚੁੱਪੈ ਚੁੱਪ ਨਾ ਹੋਵਈ, ਜੇ ਲਾਏ ਰਹਾ ਲਿਵ ਤਾਰ, ਭੁੱਖਿਆ ਭੁੱਖ ਨਾ ਉਤਰੀ, ਜੇ ਬੰਨਾ ਪੁਰੀਆਂ ਭਾਰ, ਸਾਹਸ ਸਿਆਣਪਾ ਲੱਖ ਹੋਹੈ, ਤਾਂ ਇੱਕ ਨਾ ਚੱਲੈ ਨਾਲ। ਫਿਰ ਪ੍ਰਸ਼ਨ ਹੈ, ਕਿਵ ਸਚਿਆਰਾ ਹੋਈ ਹੈ, ਕਿਵ ਕੂੜਾ ਟੁੱਟੈ ਪਾਲ। ਤੇ ਉਸ ਪ੍ਰਸ਼ਨ ਦਾ ਉੱਤਰ ਹੈ, ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ ਨਾਲ। ਉਸ ਦੇ ਹੁਕਮ ਵੀ ਚੱਲ। ਤੇ ਉਸ ਦੇ ਹੁਕਮ ਨੂੰ ਮੈਂ ਕੱਲ ਅਰਥ ਕੀਤੇ ਸਨ ਰਜ਼ਾ ਦੇ, ਕਿ ਖੁਸ਼ੀ ਪ੍ਰਸੰਨਤਾ। ਉਸ ਨੂੰ ਮਜਬੂਰੀ ਨਾ ਸਮਝ ਕਿ ਹਾਏ ਮੈਨੂੰ ਮੰਨਣਾ ਪੈਣਾ ਹੈ। ਸਤਿਗੁਰੂ ਕਹਿੰਦੇ ਨੇ ਚਾਹ ਦੇ ਨਾਲ, ਖੁਸ਼ੀ ਦੇ ਨਾਲ, ਰਿਜ਼ਾ ਦੇ ਨਾਲ, ਪ੍ਰਸੰਨਤਾ ਦੇ ਨਾਲ ਉਹਦੇ ਹੁਕਮ ਵੀ ਚੱਲ। ਐਵੇਂ ਮਜਬੂਰ ਬਣ ਕੇ ਨਹੀਂ। ਸਤਿਗੁਰੂ ਕਹਿੰਦੇ ਨੇ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ। ਇਸ ਤੋਂ ਅੱਗੇ ਅਸੀਂ ਵਾਚਿਆ ਸੀ ਇਹ ਹੁਕਮ ਕੀ ਹੈ। ਹਾਲਾਂਕਿ ਸਤਿਗੁਰਾਂ ਨੇ ਬੜੀ ਗੱਲ ਸਪਸ਼ਟ ਕਰ ਦਿੱਤੀ। ਜਿਵੇਂ ਪਰਮਾਤਮਾ ਹੁਕਮੀ ਨੂੰ ਕੋਈ ਕਥਨ ਨਹੀਂ ਕਰ ਸਕਦਾ, ਉਹ ਕਥਨੀਆ ਹੈ, ਆਕਥਨੀਆ ਹੈ। ਸੱਚ ਇਹ ਵੇ ਹੁਕਮੀ ਦਾ ਜਿਹੜਾ ਹੁਕਮ ਹੈ, ਕੋਈ ਦੁਨੀਆ ਦਾ ਇਨਸਾਨ ਉਹਦੇ ਹੁਕਮ ਨੂੰ ਵੀ ਕਥਨ ਨਹੀਂ ਕਰ ਸਕਦਾ। ਫਿਰ ਮੈਂ ਸਰਲ ਫਿਰ ਸ਼ਬਦ ਵਰਤਾਂ, ਜਿਵੇਂ ਪਾਰ ਬ੍ਰਹਮ ਪਰਮੇਸ਼ਵਰ ਨੂੰ ਮੁਕੰਮਲ ਕੋਈ ਨਹੀਂ ਬਿਆਨ ਕਰ ਸਕਦਾ,
ਤੇ ਜਿਹੜੀ ਉਹਦੀ ਹੁਕਮ ਦੀ ਸ਼ਕਤੀ ਹੈ, ਕਿਸੇ ਕੋਲ ਇੰਨੀ ਤਾਕਤ ਨਹੀਂ ਕਿ ਪਰਮਾਤਮਾ ਦੇ ਹੁਕਮ ਨੂੰ ਵੀ ਬਿਆਨ ਕਰ ਸਕੇ। ਉਂਝ ਕੱਲ ਅਰਜ਼ ਕੀਤੀ ਸੀ ਕਿ ਉਹਦਾ ਹੁਕਮ, ਵਾਹਿਗੁਰੂ ਜੀ ਦਾ ਹੁਕਮ ਦੁਨਿਆਵੀ ਹੁਕਮਾਂ ਦੀ ਤਰ੍ਹਾਂ ਨਹੀਂ, ਕਿਉਂਕਿ ਦੁਨਿਆਵੀ ਜਿਹੜੇ ਬੰਦਿਆਂ ਦੇ ਹੁਕਮ ਨੇ, ਆਰਡਰ ਨੇ, ਉਹ ਦੇਸ਼ ਔਰ ਕਾਲ ਦੀ ਸੀਮਾ ਵਿੱਚ ਨੇ। ਫਿਰ ਇਹ ਥੋੜਾ ਜਿਹਾ ਨੂੰ ਖੋਲ ਲੈਨੇ ਆਪਾਂ। ਇਥੋਂ ਦਾ ਪ੍ਰੈਜ਼ੀਡੈਂਟ ਹੁਕਮ ਕਰਦਾ ਹੈ ਜਾਂ ਕਿਸੇ ਮੁਲਕ ਦਾ ਪ੍ਰਧਾਨ ਜਾਂ ਆਗੂ ਹੁਕਮ ਕਰਦਾ ਹੈ, ਉਹਦਾ ਹੁਕਮ ਦੇਸ਼ ਵਿੱਚ ਹੈ, ਉਹ ਸੀਮਾ ਵਿੱਚ ਹੈ। ਉਹ ਹੁਕਮ ਪੂਰੇ ਬ੍ਰਹਿਮੰਡ ਤੇ ਲਾਗੂ ਨਹੀਂ ਹੋਣਾ। ਬ੍ਰਹਿਮੰਡ ਦੀ ਬਾਤ ਤਾਂ ਬਹੁਤ ਦੂਰ ਦੀ, ਉਹਦਾ ਹੁਕਮ ਜਿਹੜਾ ਉਹਦੇ ਨਾਲ ਦੇ ਮੁਲਕ ਵਿੱਚ, ਦੇਸ਼ ਵਿੱਚ ਵੀ ਲਾਗੂ ਨਹੀਂ ਹੋਣਾ। ਦੂਜੀ ਗੱਲ, ਉਹਦਾ ਹੁਕਮ ਜਿੱਥੇ ਦੇਸ਼ ਵਿੱਚ ਹੈ ਉੱਥੇ ਕਾਲ ਵਿੱਚ ਹੈ। ਕਾਲ ਦਾ ਅਰਥ ਹੈ ਸਮਾਂ, ਟਾਈਮ। ਕਿਉਂਕਿ ਜਿੰਨੀ ਦੇਰ ਤੱਕ ਉਹ ਪਦਵੀ ਤੇ ਹੈ ਓਨੀ ਦੇਰ ਤੱਕ ਉਹਦਾ ਹੁਕਮ ਚੱਲੇਗਾ ਤੇ ਪਦਵੀ ਸਦਾ ਨਹੀਂ ਰਹਿਣੀ। ਭਾਵੇਂ ਪੁਸ਼ਤੈਨੀ ਰਾਜ ਹੋਵੇ, ਬਾਪ ਦਾਦੇ ਦਾ ਰਾਜ ਹੋਵੇ, ਡਿਕਟੇਟਰ ਹੋਵੇ, ਪਰ ਯਾਦ ਰੱਖਿਓ ਉਹ ਵੀ ਸਮੇਂ ਵਿੱਚ ਬੱਝਾ ਹੈ। ਇੱਕ ਦਿਨ ਮੌਤ ਨੇ ਉਹਨੂੰ ਆਪਣੀ ਗਿਰਫਤ ਵਿੱਚ ਲੈ ਲੈਣਾ ਹੈ। ਉਹਦਾ ਹੁਕਮ ਜਿਹੜਾ ਉਹ ਦੇਸ਼ ਔਰ ਕਾਲ ਦੇ ਅਧੀਨ ਹੈ, ਸਪੇਸ ਔਰ ਟਾਈਮ ਦੇ ਅਧੀਨ ਹੈ, ਕਿਉਂਕਿ ਉਹਦਾ ਖਿੱਤਾ ਹੈ ਹੁਕਮ ਦਾ। ਕਿ ਪਰਮਾਤਮਾ ਦਾ ਇਸ ਤਰ੍ਹਾਂ ਹੈ ਜੀ ਕਿ ਉਹਦਾ ਹੁਕਮ ਜੀ ਸਿਰਫ ਇੱਥੇ ਚੱਲੇਗਾ, ਉਹ ਅਮਰੀਕਾ ਚੱਲੇਗਾ ਜਾਂ ਇੰਡੀਆ ਨਹੀਂ ਚੱਲਣਾ। ਮੈਂ ਕਹਿੰਦਾ ਆ ਧਰਤੀ ਤਾਂ ਨਿੱਕਾ ਜਿਹਾ ਰੇਤ ਦਾ ਕਣ ਹੈ ਉਹਦੀ ਰਚੀ ਹੋਈ ਰਚਨਾ ਵਿੱਚ। ਜਿੰਨੀ ਕੋ ਆ ਰੇਤ ਹੈ, ਇੱਕ ਮੰਨ ਲਓ ਕਿਸੇ ਸਮੁੰਦਰ ਦੇ ਕਿਨਾਰੇ ਕੋਈ ਚਲਾ ਜਾਏ, ਇਹ ਤਾਂ ਸਾਇੰਸ ਵੀ ਗੱਲ ਕਹਿ ਰਹੀ ਹੈ ਕਿ ਉਸ ਬੀਚ ਉੱਪਰ ਜਿਹੜੀ ਰੇਤ ਪਈ ਹੈ, ਉਸ ਰੇਤ ਵਿੱਚ ਇੱਕ ਕਣ ਲੈ ਲਓ, ਇੱਕ ਰੇਤ ਦੇ ਕਣ ਜਿੰਨਾ ਵਜੂਦ ਹੈ ਇਸ ਬ੍ਰਹਿਮੰਡ ਵਿੱਚ ਸਾਡੀ ਧਰਤੀ ਦਾ। ਤੇ ਬੰਦੇ ਦੇ ਪੱਲੇ ਇੱਥੇ ਕੀ ਹੈ ਜੀ, ਜਿਹੜਾ ਬਹੁਤ ਆਸ ਬਨ ਕੇ ਬੈਠਾ ਮਨਵਾ। ਮੈਂ ਫਿਰ ਆਪ ਨੂੰ ਬੇਨਤੀ ਕਰਾਂ, ਹੁਕਮ ਦੇਸ਼ ਕਾਲ ਦੇ ਅਧੀਨ ਨਹੀਂ, ਉਹਦਾ ਹੁਕਮ ਕਰੋੜਾਂ ਬ੍ਰਹਿਮੰਡਾਂ ਵਿੱਚ ਚੱਲਦਾ ਹੈ। ਉਹਦਾ ਹੁਕਮ ਟਾਈਮ ਤੋਂ ਉੱਪਰ ਹੈ, ਉਸ ਨੂੰ ਸਮੇਂ ਤੇ ਸਥਾਨ ਵਿੱਚ ਨਹੀਂ ਬੰਨਿਆ ਜਾ ਸਕਦਾ। ਤੇ ਕੱਲ ਮੈਂ ਅਰਜ਼ ਕੀਤੀ ਸੀ, ਇੱਕ ਸਤਿਗੁਰਾਂ ਨੇ ਹੁਕਮ ਨਾਲ ਨਵਾਂ ਸ਼ਬਦ ਸਾਨੂੰ ਬਖਸ਼ਿਆ, ਹੁਕਮੀ। ਉਂਝ ਇਸ ਪੌੜੀ ਚ ਹੁਕਮੀ ਦਾ ਅਰਥ ਹੁਕਮ ਵੀ ਆਇਆ, ਤੇ ਹੁਕਮੀ ਦਾ ਅਰਥ ਹੈ ਜਿਹੜਾ ਹੁਕਮ ਕਰ ਰਿਹਾ ਹੈ, ਜਿਹਦਾ ਹੁਕਮ ਚੱਲ ਰਿਹਾ ਹੈ। ਹੁਕਮ ਤੋਂ ਹੁਕਮੀ ਕਦੀ ਵੀ ਵੱਖ ਨਹੀਂ ਹੁੰਦਾ। ਫਿਰ ਅਰਜ਼ ਥੋੜਾ ਜਿਹਾ ਔਖਾ ਜਿਹਾ ਲੱਗੇਗਾ ਕਈ ਵਾਰੀ ਵੀ ਆਪਾਂ ਉਹ ਗੱਲ ਘੋੜ ਮੋੜ ਕੇ ਕਰ ਰਹੇ ਹਾਂ। ਮੈਂ ਫਿਰ ਇਹ ਗੱਲ ਕਰਨੀ ਚਾਹਨਾ ਕਿ ਬੰਦਾ ਹੁਕਮ ਕਰੇਗਾ, ਉਹ ਬੋਲੇਗਾ, ਤੇ ਕਈ ਵਾਰੀ ਬੋਲ ਕੇ ਉਹ ਬੋਲ ਤੋਂ ਵੱਖ ਹੋ ਜਾਂਦਾ ਹੈ, ਉਹਦੀ ਮੌਤ ਹੋ ਜਾਂਦੀ ਹੈ। ਉਹਦਾ ਬੋਲ ਜਿਹੜਾ ਰਹਿ ਜਾਏਗਾ ਪਰ ਵਜੂਦ ਨਹੀਂ ਰਹੇਗਾ। ਹੁਣ ਆ ਦੇਖੋ ਇੰਨਾ ਕੁਝ, ਕਿੰਨੀਆਂ ਆਵਾਜ਼ਾਂ, ਕਿੰਨੇ ਟੇਬਲ ਕਾਟ, ਕਿੰਨਾ ਕੁਝ ਅਸੀਂ ਸਾਊਂਡ ਜਿਹੜਾ ਉਹ ਰਿਕਾਰਡ ਕੀਤਾ ਹੋਇਆ, ਤੇ ਉਹਨਾਂ ਗਿਆਨ ਨੂੰ ਕਈਆਂ ਨੂੰ 50 ਸਾਲ, ਕਿਸੇ ਨੂੰ 60 ਸਾਲ ਆਵਾਜ਼ ਹੈ। ਜੋ ਉਹ ਬੋਲੇ ਉਹ ਮੌਜੂਦ ਹੈ, ਜਿਸ ਨੇ ਬੋਲਿਆ ਉਹ ਚਲਾ ਗਿਆ ਹੈ। ਸਮਝਣ ਲਈ ਥੋੜਾ ਜਿਹਾ, ਜਿਸ ਨੇ ਬੋਲਿਆ ਉਹ ਨਹੀਂ, ਬੋਲਿਆ ਹੋਇਆ ਹੈ। ਪਰਮਾਤਮਾ ਦਾ ਹੁਕਮ ਐਸਾ ਨਹੀਂ ਕਿ ਉਹਦਾ ਹੁਕਮ ਰਹੇਗਾ ਤੇ ਆਪ ਕੂਚ ਕਰ ਜਾਏਗਾ। ਨਹੀਂ ਪਿਆਰਿਓ, ਜਿੱਥੇ ਉਹਦਾ ਹੁਕਮ ਵਰਤੇਗਾ ਉੱਥੇ ਖੁਦ ਨਾਲ ਵਰਤੇਗਾ, ਕਿਉਂਕਿ ਹੁਕਮੀ ਕਦੀ ਹੁਕਮ ਤੋਂ ਵੱਖ ਹੋ ਹੀ ਨਹੀਂ ਸਕਦਾ। ਜਿਵੇਂ ਨਾਮੀ ਨਾਮ ਇੱਕ ਹੈ, ਚੀਜ਼ ਤਾਂ ਇੱਕੋ ਹੀ ਹੈ, ਇਸੇ ਤਰ੍ਹਾਂ ਹੁਕਮੀ ਔਰ ਹੁਕਮ। ਹਜ਼ੂਰ ਸੱਚੇ ਪਾਤਸ਼ਾਹ ਜੀ ਨੇ ਫਿਰ ਇੱਥੇ ਬਚਨ ਕੀਤਾ, ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ ਨਾਲ। ਉਹਦੇ ਹੁਕਮ ਵਿੱਚ ਕੱਲ ਮੈਂ ਅਰਜ਼ ਕੀਤੀ ਸੀ, ਉਹਦੇ ਹੁਕਮ ਦਾ ਵਰਤਾਰਾ ਹੀ ਹੈ ਸਤਿਗੁਰੂ ਦੇ ਹੁਕਮ ਨੂੰ ਮੰਨਣਾ। ਹੁਕਮ ਜਿਹੜਾ ਉੱਥੇ ਕੋਈ ਤਰਕ ਨਹੀਂ। ਇੱਥੇ ਥੋੜੇ ਜਿਹੀ ਅਸੀਂ ਬਾਣੀ ਚ ਅਸੀਂ ਬਚਨ ਲੈ ਲੈਂਦੇ ਹਾਂ। ਆਸਾ ਕੀ ਵਾਰ ਵਿੱਚ ਹਜ਼ੂਰ ਦਾ ਇੱਕ ਬਚਨ ਹੈ, ਜਿਹੜਾ ਇਨਸਾਨ, ਜਿਹੜਾ ਮਨੁੱਖ ਨੌਕਰੀ ਕਰਨ ਵਾਲਾ ਆਪਣੇ ਮਾਲਕ ਦੇ ਹੁਕਮ ਨੂੰ ਖਿੜੇ ਮੱਥੇ ਸਵੀਕਾਰ ਕਰਦਾ ਹੈ, ਖਿੜੇ ਮੱਥੇ ਮੰਨਦਾ ਹੈ। ਸੱਚ ਇਹ ਵੇ ਜਿੰਨਾ ਕੁਝ ਉਹ ਮਿਹਨਤ ਕਰਕੇ ਕਮਾ ਰਿਹਾ ਹੈ ਨਾ, ਤੇ ਉਹਦੀ ਤਨਖਾਹ ਤੋਂ ਇਲਾਵਾ ਵੀ ਮਾਲਕ ਹੁਕਮੀ ਬੰਦੇ ਦੀ ਝੋਲੀ ਚ ਪਾ ਦਿੰਦਾ ਹੈ। ਤੇ ਜਿਹੜਾ ਮਾਲਕ ਦੇ ਸਾਹਮਣੇ ਬੋਲਣ ਲੱਗ ਪਏ ਤੇ ਬਰਾਬਰੀ ਕਰੇ, ਉਹਨੇ ਵੱਧ ਤਾਂ ਕੀ ਲੈਣਾ, ਉਹ ਕਮਾਇਆ ਹੋਇਆ ਵੀ ਗਵਾ ਕੇ ਚਲੇ ਜਾਂਦਾ ਹੈ। ਹੁਕਮ ਮੰਨਣਾ, ਜਿਵੇਂ ਸਤਿਗੁਰੂ ਦਾ ਬਚਨ ਹੈ, ਚਾਕਰ ਲੱਗੇ ਚਾਕਰੀ, ਜੇ ਚੱਲੇ ਖਸਮੈ ਪਾਏ। ਮੈਂ ਕੱਲ ਕਿਹਾ ਭਾਣੇ ਦਾ ਅਰਥ ਵੀ ਹੈ ਭਾ ਜਾਣਾ।
ਪਾਏਦਾਰ ਤਾਂ ਹੁਕਮ ਉਹਦੇ ਹੁਕਮ ਚੱਲੇ। ਚਾਕਰ ਲੱਗੇ ਚਾਕਰੀ, ਜੇ ਚੱਲੇ ਖਸਮੈ ਭਾਏ, ਤੇ ਜੇ ਉਹਦੇ ਭਾਏ ਚੱਲੇ ਹੁਰਮਤ ਤਿਸ ਨੂੰ ਅਗਲੀ। ਜੋ ਕੁਝ ਉਹਨੇ ਕਮਾਈ ਕੀਤੀ, ਸੱਚ ਇਹ ਵੇ ਉਹ ਕਮਾਈ ਤੋਂ ਵੱਧ ਉਹਦੀ ਝੋਲੀ ਭਰ ਦਿੰਦਾ। ਵਜੋਂ ਪੇ, ਮਹਾਰਾਜ ਕਹਿੰਦੇ ਵਜੋਂ ਪੇ ਦੂਣਾ ਖਾਏ। ਜਿੰਨਾ ਉਹਦਾ ਵਜ਼ੀਫਾ ਬਣਦਾ ਹੈ, ਜਿੰਨਾ ਉਹਦੀ ਮਿਹਨਤ ਬਣਦੀ ਹੈ, ਪਰਮਾਤਮਾ ਉਹਦੇ ਤੋਂ ਦੁੱਗਣਾ ਕਰ ਦਿੰਦਾ ਹੈ। ਮਹਾਰਾਜ ਕਹਿੰਦੇ ਚਾਕਰ ਲੱਗੇ ਚਾਕਰੀ, ਜੇ ਚੱਲੇ ਖਸਮੈ ਭਾਏ, ਹੁਰਮਤ ਤਿਸ ਨੂੰ ਅਗਲੀ। ਉਹ ਵਜੋਂ ਪੇ ਦੂਣਾ ਖਾਏ, ਤੇ ਜਿਹੜਾ ਹੁਕਮ ਨਾ ਮੰਨੇ, ਮਹਾਰਾਜ ਕਹਿੰਦੇ ਫਿਰ ਖਸਮੈ ਕਰੇ ਬਰਾਬਰੀ। ਗੈਰਤ ਅੰਦਰ ਪਾਏ, ਵਜੋ ਗਵਾਏ ਅਗਲਾ, ਮੂੰਹੇ ਮੂੰਹ ਪਾਣਾ ਖਾਏ। ਜੇ ਹੁਕਮ ਨਹੀਂ ਮੰਨਦਾ, ਮਹਾਰਾਜ ਕਹਿੰਦੇ ਨੇ ਹੁਕਮ, ਤੇ ਹੁਕਮ ਪ੍ਰਸੰਨਤਾ ਨਾਲ ਮਜਬੂਰ ਉਂਝ ਮੰਨਣਾ ਤੇ ਪੈਣੀ ਹੈ। ਜੇ ਕਹਿੰਦੇ ਮੈਂ ਕੱਲ ਵੀ ਕਿਹਾ ਕਿ ਅਸੀਂ ਨਹੀਂ ਮੰਨਦੇ, ਪਿਆਰਿਓ ਜਿਹੜਾ ਨਾਲ ਲਿਖਿਆ ਸੀ ਮੰਨੀ ਨਹੀਂ ਜਾ ਰਹੇ। ਭਾਵੇਂ ਰੋ ਕੇ ਮੰਨੀਏ, ਪਿੱਟ ਕੇ ਮੰਨੀਏ, ਰੱਬ ਨੂੰ ਕੋਸ ਕੇ ਮੰਨੀਏ, ਮੰਨਣਾ ਫਿਰ ਵੀ ਬਹਿਣਾ ਹੈ। ਸਤਿਗੁਰੂ ਕਹਿੰਦਾ ਤੂੰ ਖੁਸ਼ੀ ਨਾਲ ਮੰਨ ਲੈ, ਰਜ਼ਾ ਨਾਲ ਖੁਸ਼ੀ ਨਾਲ ਮੰਨ ਲੈ। ਦੇਖੋ ਜਿਹੜਾ ਖੁਸ਼ੀ ਨਾਲ ਮੰਨ ਲੈਂਦਾ, ਸਫ਼ਰ ਛੇਤੀ ਤੈਅ ਹੋ ਜਾਂਦਾ। ਮੈਂ ਇੱਕ ਵਾਰੀ ਇੱਕ ਉਦਾਹਰਨ ਦਿੱਤੀ ਸੀ, ਮੈਂ ਤਾਂ ਦੇਣਾ ਪੁਰਾਣੀਆਂ ਉਦਾਹਰਨਾਂ ਜੇ ਤੁਸੀਂ ਮੌਜੂਦ ਹੋ। ਬਸ ਆਹ ਪੀੜ੍ਹੀ ਸਾਡੀ ਹੈ, ਅਗਾਂ ਇਹਨਾਂ ਉਦਾਹਰਨਾਂ ਨੂੰ ਨਹੀਂ ਸਮਝਣਾ ਨਿਆਣਿਆਂ ਨੂੰ। ਪਾਣੀ ਲਾਉਂਦੇ ਸਾਂ ਨਹਿਰ ਦਾ, ਤੇ ਜਿਹੜਾ ਪਹਿਲਾ ਪਾਣੀ ਆਉਂਦਾ ਸੀ, ਅਸੀਂ ਬਾਹਰ ਦੇ ਇਲਾਕੇ ਜਿਹੜਾ ਆਏ ਸਾਂ, ਅਸੀਂ ਕਹਿੰਦੇ ਨਗਾਲ ਪਹਿਲਾ ਪਾਣੀ। ਉਹ ਜਦੋਂ ਕਿਤੇ ਕਣਕ ਵੱਢ ਕੇ ਪਾਣੀ ਲਾਣਾ, ਤੇ ਉਹ ਕਣਕ ਦਾ ਜਿਹੜਾ ਨਾੜ ਹੁੰਦਾ ਸੀ, ਨਾੜ ਸੀ, ਉਹਦੇ ਜਿਹੜੇ ਤੀਲੇ ਸਨ, ਉਹ ਖਾਲ ਦੇ ਵਿੱਚ ਨਾ ਚੌੜੇ ਦਾ ਪਏ ਹੁੰਦੇ ਸਨ। ਹਾਂਜੀ, ਜਦੋਂ ਪਾਣੀ ਆਉਣਾ, ਉਹ ਸਾਰਿਆਂ ਤੀਲਿਆਂ ਨੇ ਇਕੱਠਿਆਂ ਹੋ ਕੇ ਨਾ ਉਸ ਪਾਣੀ ਨੂੰ ਰੋਕਣ ਦਾ ਯਤਨ ਕਰਨਾ। ਇਸ ਤਰ੍ਹਾਂ ਸੀ, ਉਹ ਪਾਣੀ ਦੇ ਉਹ ਝੱਗ ਜੀ ਖਲੋ ਜਾਣੀ, ਤੇ ਇੰਜ ਲੱਗਣਾ ਵੀ ਇਹ ਨਾ ਨਹੀਂ ਅੱਗੇ ਜਾਣਾ, ਇਹ ਪਾਣੀ ਨੂੰ ਰੋਕਣਗੇ। ਪਰ ਇੱਕ ਤੀਲੇ ਉਹ ਪਏ ਹੁੰਦੇ ਸਨ ਆੜ ਵਿੱਚ, ਖਾਲ ਵਿੱਚ, ਜਿਹੜੇ ਟੇਢੇ ਦਾ ਨਹੀਂ, ਐ ਸਿੱਧੇ ਪਏ ਹੁੰਦੇ ਸਨ। ਜਦੋਂ ਪਾਣੀ ਆਉਂਦਾ ਸੀ, ਉਧਰ ਨੂੰ ਸਫ਼ਰ ਕਰਨਾ ਸ਼ੁਰੂ ਕਰ ਦਿੰਦੇ ਸਨ। ਯਾਦ ਰੱਖੋ, ਜਿਹੜਾ ਸਿੱਧਾ ਹੋ ਕੇ ਤੁਰ ਪਏਗਾ ਜਾਣਾ, ਉਹਨੇ ਵੀ ਰੋਡ 'ਚ ਕਹੇ, ਤੇ ਜਿਹੜਾ ਟੇਢਾ ਹੋ ਕੇ ਕਹੇ ਮੈਂ ਨਹੀਂ ਜਾਣਾ, ਪਾਣੀ ਦੇ ਧੱਕੇ ਨੇ ਲੈ ਉਹਨੂੰ ਵੀ ਜਾਣਾ ਹੈ, ਟਿਕਣਾ ਕਿਸੇ ਨੇ ਨਹੀਂ। ਮਹਾਰਾਜ ਕਹਿੰਦੇ ਤੂੰ ਹੁਕਮ ਨੂੰ ਖਿੜੇ ਮੱਥੇ ਸੁਣ। ਹਜ਼ੂਰ ਸੱਚੇ ਪਾਤਸ਼ਾਹ ਦਾ ਇੱਕ ਬਚਨ ਹੈ, ਫਿਰ ਕਹਾਂਗੇ ਸੁੱਖ ਨਹੀਂ, ਇੱਥੋਂ ਤੱਕ ਤਬਾਹੀ ਵੀ ਹੁਕਮ ਦਾ ਹੀ ਖੇਡ ਹੈ। ਇਸੇ ਕਰਕੇ ਮੈਂ ਬੇਨਤੀ ਕੀਤੀ, ਜੇ ਕਰੁਣਾਲਿਆ ਹੈ ਅਰ ਘਾਲਿਆ ਹੈ। ਜੇ ਕਰੁਣਾ ਦਾ ਘਰ ਹੈ ਤੇ ਫਿਰ ਅਰ ਦੁਸ਼ਮਨ ਨੂੰ ਖਤਮ ਹੀ ਕਰਨ ਵਾਲਾ ਹੈ। ਜੇ ਗੁਰਮਖੋ ਗਰੀਬੁਲ ਪ੍ਰਸਤੇ ਹੈ ਤੇ ਫਿਰ ਗਨੀਮੁਲ ਸ਼ਿਕਸਤੇ ਵੀ ਹੈ। ਉਹਦੇ ਦੋਨੋਂ ਪੱਖ ਨੇ। ਦਰਿਆ ਬਹੁਤ ਤੇਜ਼ੀ ਨਾਲ ਭਰ ਕੇ ਵਗ ਰਿਹਾ, ਤੇ ਉਹਦਾ ਇੰਨਾ ਪਾਣੀ ਹੜ ਆਇਆ, ਉਹ ਢਾਹ ਲਾ ਰਿਹਾ। ਇਹ ਢਾਹ ਦਾ ਵੀ ਪਤਾ ਹੈ ਜੀ ਆਪ ਨੂੰ, ਕਿ ਉੱਤੋਂ ਲੱਗਦਾ ਸੀ ਵੀ ਜ਼ਮੀਨ ਬਿਲਕੁਲ ਠੀਕ ਹੈ, ਤੇ ਵਿੱਚੋਂ ਵਿੱਚ ਛੱਲਾ ਮਾਰ ਕੇ ਮਿੱਟੀ ਪੱਟੀ ਜਾਂਦਾ ਦਰਿਆ, ਜਿਹੜਾ ਦਰਿਆ ਦਾ ਢਾਹ ਸੀ ਕਹਿੰਦੇ। ਤੇ ਵਹਿੰਦਿਆਂ ਵਹਿੰਦਿਆਂ ਕਿੰਨੇ ਕਿੱਲੇ ਐ ਮਿੱਟੀ ਖਿੱਚ ਕੇ ਲੈ ਜਾਂਦਾ ਦਰਿਆ। ਤੇ ਦਰਿਆ ਦਾ ਪਾਣੀ ਵੱਜੇ ਤੇ ਮਿੱਟੀ ਤੋੜ ਕੇ ਲਿਜਾਏ। ਤੇ ਪਿੰਡ ਦਿਆਂ ਕਿਹਾ, ਬਾਬਾ ਤੇਰੀ ਤਾਂ ਖੁਦਾ ਤੱਕ ਪਹੁੰਚ ਹੈ, ਫਰੀਦ ਸਾਹਿਬ ਨੂੰ ਤੇਰੀ ਤਾਂ ਰੱਬ ਤੱਕ ਪਹੁੰਚ ਹੈ, ਤੇ ਤੁਸੀਂ ਕੋਈ ਇਹੋ ਜੀ ਖੇਡ ਵਰਤਾਓ, ਇਹ ਢਾਹ ਲਾਂਦੇ ਹੋਏ ਦਰਿਆ ਦਾ ਤੁਸੀਂ ਰੁੱਖ ਹੀ ਮੋੜ ਦਿਓ। ਤੇ ਬਾਬੇ ਫਰੀਦ ਨੇ ਉੱਥੇ ਸ਼ਬਦ ਕਿਹਾ, ਜੇ ਬਾਹਰ ਮੁਖੀ ਅਰਥ ਕਰਾਂਗੇ, ਕਹਿਣ ਲੱਗੇ ਕੰਦੀ ਵਹਿਣ ਨਾ ਢਾਏ ਤਉ ਵੀ ਲੇਖਾ ਦੇਵਣਾ। ਕੰਦੀ ਵਹਿਣ ਨਾ ਢਾਏ, ਇਹ ਵਗਦੇ ਹੋਏ ਵਹਿਣ, ਵਗਦੇ ਹੋਏ ਦਰਿਆ, ਕਿਉਂ ਤੂੰ ਕਿਨਾਰਿਆਂ ਨੂੰ ਢਾਈ ਜਾ ਰਿਹਾ, ਮਿੱਟੀ ਪੱਟ ਕੇ ਲਿਜਾ ਰਿਹਾ, ਤੈਨੂੰ ਲੇਖਾ ਦੇਣਾ ਪਏਗਾ। ਦਰਿਆ ਦੇ ਸ਼ੋਕ ਦੇ ਪਾਣੀ ਨੇ ਕਿਹਾ, ਬਾਬਾ ਤੂੰ ਹੁਕਮ ਰਜ਼ਾਈ ਚੱਲਣ ਵਾਲਾ ਹੈ, ਤੂੰ ਰਜ਼ਾ ਵੀ ਚੱਲਣ ਵਾਲਾ ਹੈ, ਮੇਰੇ ਵਸ ਵਿੱਚ ਕੁਝ ਨਹੀਂ, ਮੈਂ ਵੀ ਕਿਸੇ ਦੇ ਹੁਕਮ ਚੱਲਣਾ ਪਿਆ, ਜਿੱਧਰ ਮੌਜ ਆਉਂਦੀ ਮੈਨੂੰ ਉਧਰ ਹੀ ਖਿੱਚ ਕੇ ਲੈ ਜਾਂਦਾ। ਇਹ ਸਮਝਾਉਣ ਦਾ ਮਤਲਬ ਇਹ ਸੀ, ਜੇ ਨੁਕਸਾਨ ਵੀ ਹੋ ਰਿਹਾ ਤੇ ਉਹਦੀ ਖੇਡ ਹੀ ਹੈ। ਬਾਬਾ ਸਾਹਿਬ ਦਾ ਬਚਨ ਹੈ ਕਿ ਕੰਦੀ ਵਹਿਣ ਨਾ ਢਾਏ ਤਉ ਪੀ ਲੇਖਾ ਦੇਵਣਾ, ਜਿੱਧਰ ਰੱਬ ਰਜ਼ਾਏ ਵਹਿਣ ਤਿੰਦਾਉ ਗਉ ਕਰੇ। ਇਹ ਵਹਿਣ ਉਧਰ ਹੀ ਤੁਰਿਆ ਜਾਣਾ ਜਿੱਧਰ ਉਹਦੀ ਰੱਬ ਦੀ ਰਜ਼ਾ। ਗੁਰਮਖੋ ਜ਼ਿੰਦਗੀ ਸੱਚੀ ਮੁੱਚੀ ਇੱਕ ਪ੍ਰਵਾਹ ਹੈ। ਕਈਆਂ ਦਾ ਪ੍ਰਵਾਹ ਸਹੀ ਇੱਕ ਪਾਸੇ ਤੁਰ ਪੈਂਦਾ ਹੈ, ਕਈ ਵਿਚਾਰੇ ਕੰਧੀ ਢਾਣ ਲੱਗ ਪੈਂਦੇ ਨੇ, ਪਰ ਤੋਰਨ ਵਾਲਾ ਤਾਂ ਉਹੀ ਹੈ ਨਾ, ਉਹਦਾ ਹੁਕਮ ਹੈ। ਦੂਸਰੀ ਗੱਲ,
ਇੱਕ ਮਹਾਰਾਜ ਦਾ ਹੋਰ ਬਚਨ, ਮੈਂ ਉਸੇ ਵਿਸ਼ੇ ਨੂੰ ਆਪਾਂ ਇੱਕੋ ਨੂੰ ਰੋਜ਼ ਲੈ ਰਹੇ ਹਾਂ, ਹੁਕਮ ਰਜ਼ਾਈ ਚੱਲਣਾ। ਦੂਸਰੀ ਗੱਲ, ਅਸੀਂ ਜਿੰਨੇ ਬੈਠੇ ਹਾਂ ਚੇਤਨਾ ਕਰਕੇ, ਹਾਂ ਜਿਹਨੂੰ ਆਤਮਾ ਕਹਿ ਲੋ, ਚੇਤਨਾ ਕਹਿ ਲੋ। ਮੈਂ ਪਿਛਲੇ ਦਿਨ ਹੀ ਕਿਹਾ, ਇਹ ਪਾਪ ਤੇ ਪੁੰਨ ਵੀ ਚੇਤਨਾ ਕਰਕੇ ਨੇ। ਜਿੱਦਨ ਅੰਦਰੋਂ ਚੇਤਨਾ ਨਿਕਲ ਗਈ, ਨਾ ਸਰੀਰ ਨੇ ਪੁੰਨ ਕਰਨਾ ਤੇ ਨਾ ਕੋਈ ਪਾਪ ਕਰਨਾ ਹੈ। ਜੇ ਚੇਤਨਾ ਹੈ, ਜੇ ਅੰਦਰ ਸੋਝੀ ਹੈ, ਆਤਮਾ ਹੈ, ਤੇ ਪੁੰਨ ਪਾਪ ਹੈ। ਜੇ ਨਹੀਂ, ਹੁਣ ਆ ਜਿਉਂਦੇ ਜੀ ਬੰਦਾ ਕਿਸੇ ਨਸ਼ੇ ਦਾ ਸੇਵਨ ਕਰਦਾ ਹੈ, ਚੇਤਨਾ ਹੈ ਨਾ, ਚੇਤਨੀ ਤੇ ਕਰਾਂਦੀ ਵੀ ਸਭ ਕੁਝ। ਜਬ ਆਕਾਰੇ ਕਸ਼ ਨਾ ਦ੍ਰਿਸ਼ਟੇਤਾ ਪਾਪ ਪੁੰਨ ਤਬ ਕਹਿੰਦੇ ਹੋ। ਤਾਂ ਕਿੱਥੇ ਸੀ ਪਾਪ ਤੇ ਪੁੰਨ? ਕਿਉਂਕਿ ਸਟਰਕਚਰ ਕਰਕੇ ਤਾਂ ਸਭ ਕੁਝ ਹੁੰਦਾ ਪਿਆ ਹੈ, ਇਹ ਢਾਂਚਾ ਹੀ ਹੈ ਨਾ। ਹੁਣ ਮੰਨ ਲਓ ਇੱਕ ਬੰਦਾ ਨਸ਼ਾ ਕਰਦਾ ਹੈ, ਥੋੜਾ ਜਿਹਾ ਨਸ਼ਾ ਕਹਿੰਦਾ ਹੈ, ਅਸੀਂ ਕਹਿੰਦੇ ਵੀ ਛੱਡੋ ਪਰਾਂ, ਨਸ਼ੇੜੀ ਹੈ। ਮੈਂ ਕਹਿੰਦਾ ਜਿਹੜਾ ਬੰਦਾ ਮਰ ਚੁੱਕਾ ਹੈ ਨਾ, ਉਹਦਾ ਮੂੰਹ ਖੋਲ ਕੇ ਚਿੱਟੇ ਨਾਲ, ਕਾਲੇ ਨਾਲ, ਜੇ ਮਰਜੀ ਨਸ਼ੇ ਨਾਲ ਮੂੰਹ ਭਰ ਦਿਓ, ਜੇ ਹਰਕਤ ਕਰਕੇ ਦਿਖਾ ਗਿਆ ਤੇ ਮੈਨੂੰ ਫੜ ਲੈਣਾ, ਕਿਉਂਕਿ ਨਸ਼ਾ ਵੀ ਚੇਤਨਾ ਕਰਕੇ ਕੰਮ ਕਰਦਾ ਹੈ, ਮਿੱਟੀ ਹੈ। ਹੁਣ ਉਹ ਜਿਹੜੀ ਚੇਤਨਾ ਹੈ ਸਾਡੇ ਅੰਦਰ, ਮਹਾਰਾਜ ਕਹਿੰਦੇ ਨੇ ਇੱਕ ਦਿਨ ਉਸ ਚੇਤਨਾ ਨੂੰ, ਇਹ ਵੀ ਮਾਰੂ ਰਾਗਦਾ ਹੈ, ਆਤਮਾ ਨੂੰ ਕਾਇਆ ਨੇ ਕਿਹਾ ਕਿ ਦੇਖ ਤੇਰਾ ਮੇਰਾ ਕਈ ਸਾਲਾਂ ਦਾ ਰਿਸ਼ਤਾ ਹੈ ਤੇ ਮੈਨੂੰ ਛੱਡ ਕੇ ਨਾ ਜਾਈ। ਆਤਮਾ ਵੀ ਬੋਲ ਕੇ ਕਹਿੰਦਾ ਤੈਨੂੰ ਝੱਲੀਏ ਪਤਾ ਨਹੀਂ, ਕੱਚੀ ਕਾਇਆ ਕਿਸੇ ਦੇ ਹੁਕਮ ਚ ਵੱਜਾ ਆ, ਜਿੱਦਨ ਹੁਕਮ ਕੀਤਾ ਮੈਂ ਛੱਡ ਕੇ ਚਲਾ ਜਾਣਾ, ਪਰ ਤੈਨੂੰ ਦੱਸਣਾ ਵੀ ਨਹੀਂ। ਇਹਦਾ ਮਤਲਬ ਹੁਕਮ ਰਜਾਈ ਤੇ ਚੱਲਣਾ ਹੋ ਰਿਹਾ ਜਿਹੜਾ ਨਾਲ ਲਿਖਿਆ। ਇਹ ਜੇ ਕੀ ਜੀ ਨਾਲ ਲਿਖਿਆ, ਕੀ ਜੇ ਅਸੀਂ ਨਹੀਂ ਮੰਨਦੇ ਨਾ ਮੰਨੀਏ, ਪਰ ਜਿੱਦਨ ਉਹਨੇ ਖਿੱਚ ਕੇ ਲਿਜਾਣਾ ਉਹਨੇ ਸਲਾਹ ਨਹੀਂ ਲੈਣੀ। ਧਨ ਕਹੇ ਤੂੰ ਵਸ ਮੈਂ ਨਾਲੇ, ਪ੍ਰੈ ਸੁਖ ਵਾਸੀ ਬਾਲ ਗੋਪਾਲੇ, ਤੁਝੇ ਬਿਨਾ ਹੋ ਕਿਤ ਹੀ ਨਾ ਲੇਖੇ, ਵਚਨ ਦੇ ਛੋੜ ਨਾ ਜਾ ਸਾਕੇ। ਮੈਂ ਅਰਥ ਤਾਂ ਨਹੀਂ ਜ਼ਿਆਦਾ ਕਰਦਾ, ਮੈਨੂੰ ਪਤਾ ਆਪ ਸਿੰਘ ਬਾਣੀ ਪੜਨ ਵਾਲੇ ਕਵੀ ਬੈਠੇ। ਹੁਣ ਇਹ ਧਨ ਦਰ ਤੇ ਸ਼ਰੀਰ ਰੂਪੀ ਇਸਤਰੀ ਕਹਿ ਰਹੀ ਤੂੰ ਮੇਰੇ ਨਾਲ ਰਹੋ। ਅੱਗੋਂ ਆਤਮਾ ਕਹਿੰਦਾ ਹੈ ਫਿਰ ਕਹਿਆ ਕੋ ਹੁਕਮੀ ਬੰਦਾ, ਹੁਕਮੀ ਬੰਦਾ ਨਾਨਕ ਲਿਖਿਆ ਨਾਲ। ਤੈਨੂੰ ਨਹੀਂ ਸਮਝ ਪੈ ਰਹੀ ਕਾਇਆ, ਮੈਨੂੰ ਪਤਾ ਹੈ। ਫਿਰ ਕਹਿਆ ਕੋ ਹੁਕਮੀ ਬੰਦਾ, ਉਹ ਭਾਰੋ ਠਾਕੁਰ ਜਿਸ ਕਾਨ ਨਾ ਛੰਦਾ। ਆ ਦੋ ਸ਼ਬਦ, ਕਾਨ ਦਰ ਤੇ ਕਨੌੜ, ਕਿਸੇ ਦੀ ਮੁਤਾਜੀ ਨਹੀਂ, ਕਿਸੇ ਦੀ ਉਹਨੂੰ ਪਰਵਾਹ ਨਹੀਂ, ਕਿਸੇ ਤੋਂ ਡਰਦਾ ਨਹੀਂ। ਜੇ ਸਾਰੀ ਦੁਨੀਆ ਇਕੱਠੀ ਹੋ ਕੇ ਕਹੇ ਇਸ ਜਿਸਮ ਵਿੱਚੋਂ ਨਹੀਂ ਆਤਮਾ ਨਿਕਲ ਦੇਣੀ, ਉਹ ਕਹਿੰਦਾ ਤੁਰੇ ਫਿਰੋ ਜਿੱਥੇ ਮਰਜ਼ੀ, ਤੁਸੀਂ ਲੁਕਾ ਕੇ ਵੀ ਰੱਖ ਲਓ, ਮੈਂ ਤਾਂ ਵੀ ਇਹਦੇ ਵਿੱਚੋਂ ਕੱਢ ਜਾਣੀ। ਉਹਨੂੰ ਕਿਸੇ ਦੀ ਕਨੌੜ ਨਹੀਂ, ਮੁਤਾਜੀ ਨਹੀਂ। ਫਿਰ ਕਹਿਆ ਕੋ ਹੁਕਮੀ ਬੰਦਾ, ਉਹ ਭਾਰੋ ਠਾਕੁਰ ਜਿਸ ਕਾਨ ਨਾ ਛੰਦਾ, ਜਿਚਰ ਰਾਖੈ ਤਿਚਰ ਤੁਮ ਸੰਗ ਰਹਿਣਾ, ਜਾਂ ਸੱਦੇ ਤਾਂ ਊੜ ਸਿਧਾ ਸਾਹੇ। ਇਹ ਨਾਲ ਲਿਖਿਆ। ਮੈਂ ਫਿਰ ਬੇਨਤੀ ਕਰਾਂਗਾ, ਹੁਕਮ ਉਹਦੀ ਦੈਵੀ ਇੱਛਾ ਹੈ, ਹੁਕਮ ਉਹਦਾ ਦੈਵੀ ਵਿਧਾਨ ਹੈ, ਹੁਕਮ ਉਹਦੀ ਦੈਵੀ ਮਰਜ਼ੀ ਹੈ। ਤੇ ਗੁਰੂ ਨਾਨਕ ਸਾਹਿਬ ਪਹਿਲਾ ਬਚਨ ਇਹ ਕਹਿੰਦੇ ਨੇ, ਹੁਕਮ ਰਜਾਈ ਚੱਲਣਾ। ਸਚਿਆਰ ਦਾ ਪਹਿਲਾ ਤੇ ਆਖਰੀ, ਸਿੱਧੀ ਗੱਲ ਜੇ ਪਹਿਲਾ ਔਰ ਆਖਰੀ ਇਹਦਾ ਇਹੀ ਸਬਕ ਹੈ, ਬਸ ਹੁਕਮ ਰਜਾਈ ਚੱਲਣਾ। ਪਿਛਲੇ ਦਿਨੀ ਸ਼ਾਇਦ ਮੈਂ ਇੱਥੇ ਅਰਜ਼ ਕਰਕੇ ਗਿਆ ਸਾਂ, ਥੋੜਾ ਜਿਹਾ ਗੁਰੂ ਤੇਗ ਬਹਾਦਰ ਸਾਹਿਬ ਨੂੰ ਮਾਰੇ ਨੂੰ ਅਸੀਂ ਫਿਰ ਯਾਦ ਕਰ ਲਈ। ਸਤਿਗੁਰੂ ਤੇ ਉਂਝ ਸਦਾ ਹੀ ਨੇ ਨਾ ਗੁਰੂ ਜੰਮਦਾ ਨਾ ਗੁਰੂ ਮਰਦਾ ਹੈ। ਗੁਰੂ ਨਾਨਕ ਸਾਹਿਬ ਤਾਂ ਉਦੋਂ ਵੀ ਸੀ ਜਦੋਂ ਕੁਛ ਵੀ ਨਹੀਂ ਸੀ ਬਣਿਆ। ਨਾਨਕ ਸ਼ਬਦ ਤਾਂ 1469 ਨੂੰ ਲਿਖਿਆ, ਪਰ ਭੱਟ ਤਾਂ ਕਹਿੰਦੇ ਨੇ ਤੁਹਾਨੂੰ ਸਤਯੁਗ ਵਿੱਚ ਪ੍ਰਹਿਲਾਦ ਨੇ ਗਾਇਆ, ਤੁਹਾਨੂੰ ਧਰੂਵ ਨੇ ਗਾਇਆ, ਤੁਹਾਨੂੰ ਬਾਣੀਕਾਰ ਭਗਤਾਂ ਨੇ ਗਾਇਆ। ਹਜ਼ੂਰ ਸੱਚੇ ਪਾਤਸ਼ਾਹ ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ, ਇਹ ਮੈਂ ਸਾਖੀ ਰਿਪੀਟ ਕਰ ਲੱਗਾ ਜਿੱਥੇ ਕਹੀ ਹੋਏ ਤਾਂ, ਹੁਕਮ ਖਿੜੇ ਮੱਥੇ ਸਵੀਕਾਰਨ। ਜਦੋਂ ਸਤਿਗੁਰੂ ਤਮਤਾਨ ਗਏ ਨਾ ਜੀ, ਤਮਤਾਨ ਸਾਹਿਬ ਗੁਰਦੁਆਰਾ ਹੈ ਜਿੱਥੇ, ਉਸ ਗੁਰਦੁਆਰੇ ਦੇ ਅੰਦਰ ਦੁੱਧ ਨਹੀਂ ਜੰਮਦਾ। ਆਪ ਨੂੰ ਪਤਾ ਹੋਣਾ, ਨਹੀਂ ਜੰਮਦਾ ਨਾ। ਦੂਜੀ ਗੱਲ, ਸਾਰਾ ਪਿੰਡ ਜਾਟਾਂ ਦਾ। ਮੈਂ ਉਸ ਦਿਨ ਸ਼ਾਇਦ ਕਿਹਾ, ਮੈਂ ਦੁੱਖ ਨਿਵਾਰਨ ਸਾਹਿਬ ਗਿਆ ਤੇ ਉਹ ਮਤਲਬ 25-26 ਜਣੇ ਇੱਕੋ ਜਿਹੇ ਕੱਪੜੇ ਪਾਏ ਤੇ ਗੁਰੂ ਤੇਗ ਬਹਾਦਰ ਸਾਹਿਬ ਲਿਖਿਆ ਤੇ ਮੈਨੂੰ ਮਿਲਣ ਆ ਗਏ। ਤੇ ਮੇਰੇ ਮਨ ਚ ਆਇਆ ਵੀ ਸ਼ਾਇਦ ਆਪਣੇ, ਚਲੋ ਇੰਜ ਤੇ ਸਾਰੀ ਦੁਨੀਆ ਹੀ ਆਪਣੀ ਹੈ ਮਾਨਵਤਾ ਦੇ ਤੌਰ ਤੇ, ਚਲੋ ਫਿਰ ਵੀ ਬੰਦਾ ਕੌਮੀ ਤੌਰ ਤੇ ਦੇਖਦਾ ਹੈ। ਤੇ ਮੈਨੂੰ ਮਿਲੇ ਭਾਈ ਸਾਹਿਬ ਗਿਆਨੀ ਜੀ ਹਮਾਰੇ ਵੀ ਆਓਗੇ। ਮੇਰੇ ਮਨ ਚ ਆਇਆ ਵੀ ਇਹ ਕੌਣ? ਫਿਰ ਉਹ ਕਹਿੰਦੇ ਅਸੀਂ ਤਮਤਾਨ ਤੋਂ ਆਇਆ, ਨਾਲ ਗ੍ਰੰਥੀ ਸਾਹਿਬ ਹੈ। ਮੈਂ ਕਿਹਾ ਜੀ ਤੁਸੀਂ ਕਿਵੇਂ?
कहते हम तो बस गुरु तेग बहादुर महाराज जी की सेवादार है, उत्थे सेवा करनी। मैनू फिर उस दिन याद आ गया, महाराज पहला आनंदपुर साहब तो पहला फुरना यही सी कि तमधान पिंड विच वसो बनावांगे। सारा पिंड जाटां दा जी, सारी संगत आउंदी अजकल गुरुद्वारे। चलो कुछ किसान मोर्चे करके भी बहुत फर्क पिया, ते मैं कहना फर्क जरूर पिया है, पर एक पक्ष उभर के सामने आ रहा है भी सिख जिहड़े ने गुरुद्वारियां च प्रशादा छकांदे आ, लंगर छकांदे आ। एक पक्ष होर ये वैगुरू करे, ये कोई रूहानी असीं ते गल्लां ही कर सकने आ। कोई रूहानी जिहड़ा आत्मक तौर ते जींदा वो जी दान देवे ते नाल ये कहे भी गुरुद्वारे केवल पेट भरन लई रोटी नहीं मिलदी, गुरुद्वारे आत्मा दे उद्धार वास्ते बंदगी भी मिलदी है। एक पक्ष है लंगर, तां ही सतगुरु ने कहा लंगर चलै गुर शब्द खार, ते दूजे पासे ये भी कहा लंगर दौलत वंडिया रस अमृत खीर के आली। हजूर गुरु तेग बहादुर साहब सच्चा पातशाह जी उत्थे टिके होए आ, क्योंकि फिर कदी मौका मिलिया, चलो जिवें भाई साहब कह रहे ने सतगुरु तू खुशी रखी, प्रसन्नता रखी साडे हिरदे नूं। मैं अपनी गल कहांगा, मेरे हिरदे नूं निमरता भय भावनी बख्शी। उदासियां दी बहुत वड्डी देन है, निर्मलियां दी बहुत वड्डी देन सी। 4 धूणे ते 6 बख्शां, इन्हां ने बहुत प्रचार किया। ये गल सच है, किहड़ी मूवमेंट है, किहड़ी लहर है जिहड़ी समय दा प्रभाव कबूल के कई बारी गिरावट विच नहीं आउंदी, पर जोड़े चंगे काम कीते हुंदे आ उन्हां नूं मंदे रूप च नहीं कहना चाहिए, जो उन्हां दी चंगियाई है। ये 6 बख्शां जिहड़ियां ने, इन्हां विचों एक बख्शिश है मियाँ साहिब दे उत्ते। ये सज्जन गुरु तेग बहादुर साहब गए ते उत्थे मन च आया मैं सेवा की करा, क्योंकि आपां तां कई वारी कहने दास नूं सेवा बख्शो, आ मैं करनी नहीं। प्यारिओ, सेवा करन वास्ते सारा संसार पिया होया, कोई थां ऐसी नहीं जिथे रब दी सेवा नहीं पई होई। लंघदे सड़क तो पत्थर भी चुक देंगा तो यह भी सेवा दा रूप ही है। उन्हें मन च आया भी गर्मी बड़ी है, ते जदों लू चलदी है ते रेतला इलाका सी, मैरा पैली सी, ते मिट्टी उड उड के ते रेत उड उड के, ते मन ने क्या पानी दी बड़ी लोड़ है। एक तां सिर ते चुक के गागर उन्हें हजूर दे परिवार लई जिहड़ा जल वरत्या जांदा ओह भरना, दूसरा उन्होंने छटका करना, पानी उत्ते मिट्टी ते रेत ते पानी तरकाना जा छिट्टा देना, उहदे छटकाओ दे नाल रेता बह जाना, नाल उन्हें सिमरन बाणी पढ़ी जानी। ज्यों ज्यों बाणी पढ़ लगा त्यों त्यों ओहदा बोलना घट हो गया। फिर मैं बेनती करा, एक हुंदा किसी नूं वेख के चुप करन दी रीस करनी, एक हुंदा सतगुरु शब्द नाल अंदरों जोड़दा, जबान अपने आप ही खामोश हो जाए। जिन्हों भाई साहब ने एक शब्द कहा, वाहिगुरु गुर शब्द लै पिरम प्याला चुप च बोला, भाई गुरदास साहब। जिन्हों कबीर साहब ने कहा, नीचे लोए न करूं ले साजन घट माहे, सब रस खेलू पी सो किसू लखामू ना है। चुप रहन लग पे। सेवा करदियां करदियां पसीना इन्ना काया कि गागर लगातार ढोई जानी ते सिर दे उत्ते जख्म हो गया। उन्हां दे जिहड़े केश ने वो उस जख्म दे नाल अड़ गए ते किसे नूं दस्सिया नहीं। एक दिन दोपहरे जदों सारे आराम कर रहे सन, अपना भांडा गागर रखी ते सिर दे उत्तों बस्तर ला के अपने केसां नूं जिहड़े जख्म नाल मास नाल अड़े सन वख वख कर लिया सी। माता नानकी जी ने देख लिया, गुरु तेग बहादुर साहब जी दे माता जी। उन्हां देखिया, जदों इन्हें वेख्या भी खड़ाक होया, इक्को दम अपने केस संभाले ते उत्ते कपड़ा फिर दोबारा उत्ते बन लिया। माता जी ने देख लिया भी ये केस जेड़े ने जख्म नाल अड़े ने। संध्या नूं हजूर गुरु तेग बहादुर साहब नूं मां जी कहंदे ने, पुत्र जी याद रखियो, जो मर्जी होवे गुरु मां बाप दा अदब उस्तरे। भी आ जिहड़ा सिख पानी ढोंदा, असल च उन्हां दा असली नाम सी भाई रामदेव जी। ये जो जल ढो रहा है, ये जल ढो ढो के पसीने नाल गागर नाल भार नाल इहदे सिर च जख्म हो गया। ये दसदा नहीं। हजूर ने कोल बुलाया, बस्तर
ਸਿਰ ਤੋਂ ਲਾਇਆ। ਸੱਚਮੁੱਚ ਜ਼ਖਮ ਡੂੰਘਾ ਸੀ, ਕੇਸ ਸੜੇ ਹੋਏ ਸਨ। ਹਜ਼ੂਰ ਨੇ ਕਿਹਾ ਤੂੰ ਦੱਸਿਆ ਕਿਉਂ ਨਹੀਂ, ਤੁਸੀਂ ਕਿਉਂ ਨਹੀਂ ਦੱਸਿਆ? ਕਹਿਣ ਲੱਗਾ ਸਤਿਗੁਰੂ ਮੈਨੂੰ ਕਦੀ ਮਹਿਸੂਸ ਹੀ ਨਹੀਂ ਹੋਇਆ। ਹਜ਼ੂਰ ਨੇ ਫਿਰ ਉਸੇ ਵਕਤ ਇੱਕ ਦੱਖਣੀ ਬਲਦ ਮੰਗਾਇਆ, ਇੱਕ ਨਿਸ਼ਾਨ ਸਾਹਿਬ ਦਿੱਤਾ। ਸਾਡੀਆਂ ਗੁਰੂ ਕੀਆਂ ਸਾਖੀਆਂ ਕਹਿੰਦੀਆਂ ਨੇ ਦੱਖਣੀ ਬਲਦ, ਨਿਸ਼ਾਨ ਸਾਹਿਬ ਤੇ ਇੱਕ ਛੋਟਾ ਨਗਾਰਾ ਦਿੱਤਾ। ਕਹਿਣ ਲੱਗੇ ਗਾਗਰ ਸਾਡੇ ਕੋਲ ਰੱਖ ਦੇ ਜੀ। ਚਰਨਾ ਝੁਕਿਆ, ਥਾਪੜਾ ਦੇ ਕੇ ਕਹਿਣ ਲੱਗੇ ਅੱਗੇ ਮਿੱਟੀ ਉੱਡਦੀ ਏ ਤੇ ਪਾਣੀ ਦਾ ਛਟਕਾਓ ਕਰਨਾ, ਪਾਣੀ ਦਾ ਤਰੌਂਕਾ ਦੇਣਾ। ਮਿੱਟੀ ਸ਼ਾਂਤ ਹੋ ਜਾਂਦੀ ਏ, ਹਵਾ ਠੰਡੀ ਕਰ ਦੇਣਾ, ਜ਼ਮੀਨ ਠੰਡੀ ਕਰ ਦੇਣਾ, ਪਾਣੀ ਲਿਆਉਣਾ, ਪੀ ਕੇ ਠੰਡ ਪੈਂਦੀ ਏ। ਜਾ ਅੱਜ ਤੋਂ ਬਾਅਦ ਗੁਰੂ ਨਾਨਕ ਤੇਰੇ ਚ ਵਰਤੇਗਾ, ਤੂੰ ਬਾਣੀ ਦਾ ਪ੍ਰਚਾਰ ਕਰ, ਤੂੰ ਕਥਾ ਕਰਿਆ ਕਰ, ਤੂੰ ਕੀਰਤਨ ਕਰਿਆ ਕਰ, ਬਸ ਠੰਡ ਵਰਤਾ ਦੇ। ਤੇ ਮੈਂ ਫਿਰ ਬੇਨਤੀ ਕਰਾਂ, ਠੀਕ ਹੈ ਅਸੀਂ ਪੜ੍ਹਨੇ ਆ ਕਿਤਾਬਾਂ, ਕੋਰਸ ਨੇ ਹਰ ਸੰਪਰਦਾ ਚ, ਸੱਚ ਇਹ ਵੇ ਪ੍ਰਚਾਰਕ, ਰੂਹਾਨੀ ਪ੍ਰਚਾਰਕ ਕਦੀ ਕਦੀ ਕੋਈ ਪੈਦਾ ਹੁੰਦਾ ਹੈ। ਮੈਂ ਕਿਹਾ ਅਸੀਂ ਪੜ੍ਹਨੇ ਆ ਸਿਰਫ, ਪਰ ਜਿਨ ਕੋ ਸਤਿਗੁਰ ਥਾਪਿਆ ਮੇਟ ਨਾ ਸਕੈ ਕੋਈ, ਉਹਨਾਂ ਲਈ ਕਿਹੜਾ ਸਿਲੇਬਸ ਹੈ ਜੀ? ਦੀਵਾ ਬਲੇ ਅੰਧੇਰਾ ਜਾਹੇ, ਦੀਵਾ ਬਲਣ ਦੀ ਦੇਰ ਹੈ ਤੇ ਕਮਰੇ ਦਾ ਕਈ ਸਾਲਾਂ ਦਾ ਹਨੇਰਾ ਚੁੱਕਿਆ ਜਾਂਦਾ ਹੈ, ਤੇ ਜਦੋਂ ਗੁਰੂ ਗਿਆਨ ਦਾ ਦੀਪਕ ਬਾਲਦਾ ਹੈ ਤੇ ਕਰੋੜਾਂ ਜਨਮਾਂ ਦਾ ਹਨੇਰਾ ਚੁੱਕਿਆ ਜਾਂਦਾ ਹੈ। ਕਿੰਨੀ ਕੁ ਦੇਰ ਲੱਗਦੀ ਹੈ? ਹਜ਼ੂਰ ਨੇ ਬਲਦ ਦਿੱਤਾ, ਬਚਨ ਦਿੱਤੇ, ਇਹ ਚਲਾ ਗਿਆ। ਲਖਨਊ ਦੇ ਇਲਾਕੇ ਚ ਬਾਰਾਬੰਕੀ ਜੀ, ਭਾਈ ਸਾਹਿਬ ਨੇ ਬਹੁਤ ਪ੍ਰਚਾਰ ਕੀਤਾ ਤੇ ਨਾਮ ਰੱਖਿਆ ਤੂੰ ਸਾਡਾ ਮੀਆਂ ਹੈ। ਮਹਾਰਾਜ ਨੇ ਕਿਹਾ ਮੀਆਂ ਸਾਹਿਬ ਕਿਉਂ? ਕਿਉਂਕਿ ਪਾਣੀ ਦਾ ਮੀਂਹ ਵਰਸਾ ਦੇਣਾ, ਅੱਜ ਤੋਂ ਬਾਅਦ ਬਾਣੀ ਦਾ ਮੀਂਹ ਵਰਸਾਈ। ਸਮੁੰਦਰ ਚੋਂ ਭਰ ਕੇ ਤੁਰ ਪੋ ਬੱਦਲ, ਸਮੁੰਦਰ ਤੋਂ ਭਰ ਕੇ ਤੁਰਦਾ ਸਮਝ ਲਓ ਭਾਵੇਂ ਅਦ੍ਰਿਸ਼ਟ ਹੈ, ਫਿਰ ਵਰਸਦਾ ਹੈ ਕਿਰਪਾ ਧਾਰ ਕੇ। ਬੜਾ ਪ੍ਰਚਾਰ ਕੀਤਾ। ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਸ਼ਹੀਦ ਹੋ ਗਏ। ਮੈਂ ਲਫ਼ਜ਼ ਉਸੇ ਤਿਆਰਿਆ, ਹੁਕਮ ਰਜਾਈ ਚੱਲਣਾ। ਮੈਂ ਸਾਖੀ ਤਾਂ ਲੈ ਲਈ ਵੀ ਥੋੜਾ ਜਿਹਾ ਸੌਖਾ ਹੋ ਜਾਏਗਾ ਹੋਰ। ਉਹ ਵਾਪਸ ਆਏ। ਗੁਰੂ ਤੇਗ ਬਹਾਦਰ ਸਾਹਿਬ ਸ਼ਹੀਦ ਹੋ ਚੁੱਕਿਆ। ਗੁਰੂ ਗੋਬਿੰਦ ਸਿੰਘ ਮਹਾਰਾਜ ਇਸ ਵਕਤ ਦਸ਼ਮੇਸ਼ ਪਿਤਾ ਦੀ ਗੱਦੀ ਨਸ਼ੀਨ ਨੇ। ਇਹ ਆਏ ਜੀ ਆਪਣੀ ਮੌਜ ਵਿੱਚ ਨਗਾਰਾ ਵਜਾਉਂਦੇ ਵਜਾਉਂਦੇ ਗੁਰੂ ਦਰਬਾਰ ਤੱਕ ਪਹੁੰਚ ਗਏ। ਸੰਗਤ ਸੱਜੀ ਸੀ, ਬਾਹਰ ਨਗਾਰਾ ਵੱਜੇ ਪਿਆ। ਹਜ਼ੂਰ ਨੇ ਪੁੱਛਿਆ ਜੀ ਕੌਣ? ਪੁਰਾਤਨ ਸਿੱਖ ਸਨ ਉਸ ਵੇਲੇ। ਉਹਨਾਂ ਕਿਹਾ ਮਹਾਰਾਜ ਇਹ ਆਪਣਾ ਗੁਰੂ ਤੇਗ ਬਹਾਦਰ ਸਾਹਿਬ ਦੀ ਬਖਸ਼ਿਸ਼, ਕਿਉਂਕਿ 6 ਬਖਸ਼ਾਂ ਹੋਈਆਂ ਸਨ, ਭਗਤ ਭਗਵਾਨੀਏ, ਸੁਥਰੇ ਸ਼ਾਹੀਏ, ਇਹ ਆਪਣੇ ਦੂਜੇ ਸੰਗਤ ਸਾਹਿਬ ਜੀ। ਚਲੋ ਫਿਰ ਕਿਸੇ ਦਿਨ ਇਹ ਸਾਰੀ ਡਿਟੇਲ ਨਾਲ ਅਰਜ਼ ਕਰਾਂਗਾ। ਉਸ ਵਕਤ ਕਿਹਾ ਮਹਾਰਾਜ ਇਹ ਮੀਆਂ ਸਾਹਿਬ ਆ ਗਏ ਆ। ਹਜ਼ੂਰ ਨੇ ਕਿਹਾ ਇਹ ਨਗਾਰਾ ਵਜਾ ਰਹੇ ਦਾ ਨਗਾਰਾ, ਇਹਦਾ ਬਲਦ, ਇਹਦਾ ਨਿਸ਼ਾਨ ਖੋਲੋ। ਸਿੱਖ ਗਏ ਉਹਨਾਂ ਨੇ ਜੀ, ਨਗਾਰਾ ਵੀ ਨਿਸ਼ਾਨ ਵੀ ਸਭ ਕੁਝ ਖੋਲਿਆ। ਆਇਆ ਮੱਥਾ ਟੇਕ ਕੇ ਪਿੱਛੇ ਬਹਿ ਗਿਆ। ਕੋਈ ਮੱਥੇ ਦੇ ਉੱਪਰ ਘਬਰਾਹਟ ਨਹੀਂ, ਕੋਈ ਖਿਜ ਨਹੀਂ ਕਿ ਆਖਰ ਇੰਨੀ ਬਣੀ ਮੈਨੂੰ ਗੁਰੂ ਨੇ ਨਵਾਜਿਆ। ਇਹ ਕੌਣ? ਨਹੀਂ ਪਿਆਰਿਓ, ਅੱਜ ਥੋੜੀ ਜੀ ਸਾਧਨਾ ਬੰਦਾ ਕਰਦਾ, ਕਹਿੰਦਾ ਕੋਈ ਨਹੀਂ, ਪਰ ਫੀਲਿੰਗ ਗੁਰੂ ਗੱਦੀ ਵਾਲੀ ਲੈਂਦੇ ਆ ਵੀ ਹੁਣ ਗੱਦੀ ਇਹਦੇ ਕੋਲ ਆ ਗਈ, ਹੁਣ ਗੱਦੀ ਇਹਦੇ ਕੋਲ ਆ ਗਈ। ਯਾਦ ਰੱਖਿਓ ਗੋਦੀ ਸਭ ਨੂੰ ਮਿਲ ਸਕਦੀ ਹੈ, ਗੱਦੀ ਕੇਵਲ ਗੁਰੂ ਗ੍ਰੰਥ ਸਾਹਿਬ ਕੋਲ ਰਹਿਣੀ ਹੈ। ਗੋਦੀ 'ਚ ਸਾਰੇ ਬੈਠਣ, ਬਿਲਕੁਲ ਖਿਜੇ ਕੋਈ ਨਹੀਂ, ਬੈਠ ਗਿਆ। ਜਦੋਂ ਸਮਾਪਤੀ ਹੋਈ, ਅੱਗੇ ਵਧਿਆ, ਮਹਾਰਾਜ ਜੀ ਹੱਸ ਕੇ ਕਹਿੰਦੇ ਆ ਦੱਸ ਕਿੱਥੇ ਵੇ ਤੇਰੀ ਨਗਾਰਾ, ਤੇਰਾ ਨਗਾਰਾ ਕਿੱਥੇ, ਬਲਦ ਕਿੱਥੇ, ਨਿਸ਼ਾਨ? ਚਰਨ ਪਕੜ ਕੇ ਕਹਿੰਦਾ ਮੇਰਾ ਤੇ ਹੈ ਹੀ ਨਹੀਂ। ਪਹਿਲਾਂ ਗਾਗਰ ਦਿੱਤੀ ਉਹ ਵੀ ਤੇਰੀ, ਗਾਗਰ ਆਪਣੇ ਕੋਲ ਰੱਖ ਕੇ ਮੈਨੂੰ ਨਗਾਰਾ ਦਿੱਤਾ, ਬਲਦ ਦਿੱਤਾ ਤੇ ਨਿਸ਼ਾਨ ਦਿੱਤਾ, ਉਹ ਵੀ ਤੇਰਾ, ਤੇ ਆਪਣੀ ਚੀਜ਼ ਤੂੰ ਆਪ ਹੀ ਲੈ ਲਈ, ਮੇਰਾ ਵਿੱਚ ਕੀ ਸੀ? ਤੇ ਨਾਲ ਉਹਦੀਆਂ ਅੱਖਾਂ ਭਾਰੀਆਂ। ਹਜ਼ੂਰ ਨੇ ਸੀਨੇ ਨਾਲ ਲਾ ਕੇ ਅੱਧੀ ਦਸਤਾਰ ਦਿੱਤੀ। ਗੁਰੂ ਗੋਬਿੰਦ ਸਿੰਘ ਜੀ ਨੇ ਗੁਰੂ ਗ੍ਰੰਥ ਸਾਹਿਬ ਦਾ ਸਵਰੂਪ ਦਿੱਤਾ, ਉਹੀ ਬਲਦ, ਉਹੀ ਨਿਸ਼ਾਨ, ਉਹੀ ਸਭ ਕੁਝ ਵਾਪਸ ਕੀਤਾ। ਤੇ ਹਜ਼ੂਰ ਨੇ ਕਿਹਾ ਅਸਲ 'ਚ ਇਹ ਗੁਰਮੁਖ ਰੂਹ ਹੈ ਕਿ ਜੇ ਖੋ ਲਿਆ ਜਾਏ ਬਾਹਰ ਮੁਖੀ ਕਹਿਣਗੇ ਅਪਮਾਨ। ਕਿੰਨੀ ਕਮਾਲ ਦੀ ਗੱਲ, ਜਿੱਦਣ ਦਿੱਤਾ ਉਦਣ ਵੀ ਖੁਸ਼ ਸੀ, ਜਿੱਦਣ ਲੈ ਲਿਆ ਤੇ ਉਦਣ ਵੀ ਖੁਸ਼ ਹੈ। ਇਹਦੇ ਅੰਦਰ ਕੋਈ ਫਰਕ ਨਹੀਂ। ਮੈਂ ਸਿਰਫ ਤਾਂ ਬੇਨਤੀ ਕਰ ਰਿਹਾ, ਹੁਕਮ ਮੰਨਣਾ ਹੀ ਪੈਣਾ। ਜੇ ਖੁਸ਼ੀ ਨਾਲ ਮੰਨ ਲਾਂਗੇ ਸਕੂਨ ਹੋਵੇਗਾ।
ਉਲਾਮੇ ਦੇ ਕੇ ਮੰਨਾਂਗੇ, ਮੰਨਣਾ ਫਿਰ ਵੀ ਪੈਣਾ ਹੈ। ਇਸੇ ਕਰਕੇ ਗੁਰੂ ਗੋਬਿੰਦ ਸਿੰਘ ਜੀ ਨੇ ਚਮਕੌਰ ਸਾਹਿਬ 'ਚ ਸ਼ਬਦ ਕਹੇ ਸਨ, मैं तेरा हूं, मेरे बच्चे भी तेरे है मौला, थे तेरे, हैं तेरे, रहेंगे तेरे दाता, जिस हाल में रखे वही खाल है खच्चा, जुज शुक्र के आने का जुबां पर नहीं शिकवा। ये फिर 17 जुज शुक्र के आने का जुबां पर नहीं शिकवा, मैं तेरा शुकराना करना। सतगुरु ने इत्थे समझाया, सब तो पहला जे हुक्म रजाई, मैं दैवी क्या हुक्म, उस दैवी हुक्म नूं समझण दे लई आ शब्द दा हुक्म मनना पैना। फिर जिवें असीं कहना अज हुक्मनामा आया, इस हुक्म नूं फिर गुरु ने बाणी विच भी क्या, ये गुरु हुक्म भी क्या। जिवें मन मेरे सतगुर कै भाणे चल, भी चल तेनू जो गुरु नूं पाउंदा है। इत मार्ग चले भाईअड़े, गुर कहे सो कार कमाए जियो, त्यागे मन की मतड़ी हुक्म रजाई चलना। मैं तां बेनती कीती, उस दैवी हुक्म नूं मन्नण वास्ते ये गुरु शब्द दा आखरी हुक्म मन्नांगे तां ओदी समझ पैनी है। हजूर कहंदे इत मार्ग चले भाईअड़े, गुर कहे सो कार कमाए जियो, त्यागे मन की मतड़ी वे सारे दूजा भाओ जियो। महाराज दा बचन है, तन मन धन सब सौंप गुर को, हुक्म मन्ने भाई है। हजूर ने क्या हुक्म रजाई चलना, नानक लिखा ला। मन चे ना भी 3 दिन हो गए इस तुख ते आपां टिके हाँ। सच्ची ये जे सारी जिंदगी भी इस तुख ते टिकी जाओ, अर्थ तां हुंदे रहणगे पर जीवन च ओदी किरपा नाल ही कमाई जानी। हुण हुक्म दा की चीज है? महाराज ने फिर अगे क्या, हुक्म देश काल तक मैं क्या सीमित नहीं। अगे हजूर दा कल असीं बचन पढ़िया, हुक्मी होवण आकार, ये ढांचे हुक्म करके ने। हुक्म ना कहा जाई, हुक्म मन्निया जांदा, क्या नहीं जाना। हुक्म ना कहा जाई, हुक्मी होवन जी, हुक्म मिले वडियाई, हुक्मी उत्तम नीच, हुक्म लिख दुख सुख पाइए, एक ना हुक्मी बख्शीश, एक हुक्मी सदा पवाइए। हुक्म है अंदर सब को, आ बस बेनती, बाहर हुक्म ना कोई, कोई भी चीज ओदे हुक्म तो बाहर नहीं। जड़ होवे, चेतन होवे, प्रजा होवे, राजा होवे, कोई भी ओदे हुक्म तो बाहर नहीं। हर नूं एक ओदे हुक्म दे सामने झुकना ही पैना है। ओदा हुक्म सब तो वड्डा हुक्म है, अंदर सब को, बाहर हुक्म ना कोई। ते अगला बचन सतगुरां ने क्या, नानक हुक्म है जे बुझे तां हउमैं कहे ना कोई। जेड़ा हुक्म नूं समझ जाए, थोड़ा जिहा इत्थे आपां क्योंकि अगे तुरेगी लड़ी। हुक्म रजाई चलना, नानक हुक्म है जे बुझे तां हउमैं कहे ना कोई। हुक्म की गल असीं कीती, हुक्म ओदा अपना आपा है, अपनी शक्ति है, शब्द रूपी हुक्म है। हुण अगले एक सवाल, नवा शब्द पहली बारी इत्थे शब्द इत्थे पहली बारी आउंदा है, हौमै। हौमै की है? हौमै किस नूं कहने हैं? थोड़ा जिहा वेखो, मैं कोई शब्द भी बाणी तो बाहर निकल के नहीं कह रहा। मैं जे करना साखी तां भी इस करके भी आपां शब्द की ही व्याख्या वाल जुड़ना है। हौमे की है? ये बंदे ने बनाई जां हुक्म चो बनी? ये असी पैदा की जां रब ने सानू दे दिती ये चलान दे वास्ते? उंज सतगुरु गुरु नानक साहब नू जेड़े सिद्धां ने प्रश्न कीते, उन्हां विच ये भी एक सवाल सी, कित कित बिज, कित कित बिद जग उपजै पुरखा। महापुरखा ये जगत किवें पैदा हो गया, आ किवें संसार सिरजिया गया? कित कित दुख बिन सजाई। अगे सतगुरु कहंदे, इत्थे कह रहे ने हुक्मी होवण आकार, उत्थे कहंदे खौमै विच जग उपजै पुरखा, नाम विसरे दुख पाई। हुण आ जिहड़ा खौमै विच जग उपजै पुरखा, ये खौं की है? क्योंकि हंकार इहदा एक इहदी बनगी है। असल च मूल एक है। इनू थोड़ा जिहा असीं लवांगे जी, ओही शब्द जिहड़े आप सारे पढ़दे हो रोज। हौमे की उंज गुरु ग्रंथ साहिब च इहदी व्याख्या नखेड़ के भी कीती गई। हौं हौं मैं विचों खोवै, दूजा मेटै एको होवै। फिर बेनती, ये हौं ते मैं इकट्ठे कर दिए ते हौमे बन गया। हौं हौं मैं विचों खोवै, दूजा मेटै एको होवै। हुण ये मन च आवेगा ते समान अर्थ शब्द ने। हौं दा अर्थ भी मैं ते मैं दा अर्थ मैं है ही नहीं।
ਹਉ ਦਾ ਅਰਥ ਉਹ ਆਪਣਤ, ਜਿਹੜੀ ਕਹਿ ਰਹੀ ਹੈ ਮੇਰਾ। ਫਿਰ ਬੇਨਤੀ ਹੈ, ਇੱਕ ਹੈ ਮੇਰਾ ਸਰੀਰ, ਜਿਹੜਾ ਕਹਿ ਰਿਹਾ ਮੇਰਾ ਉਹ ਕੌਣ ਹੈ? ਹਉ ਉਹ ਹੈ ਜਿਹੜੀ ਕਹਿ ਰਹੀ ਮੇਰਾ। ਮੈਂ ਦਾ ਅਰਥ ਹੈ ਮਮਤਾ ਪਕੜ। ਹਉ ਅਤੇ ਮੈਂ ਇੱਕ ਹੈ ਧੁਰ ਅੰਦਰ ਉਹ ਅੰਸ਼ ਜਿਹੜਾ ਆਪਣਤ ਦਿਖਾ ਰਹੀ ਹੈ, ਇੱਕ ਉਹ ਵਸਤੂ ਹੈ ਜਿਹਦੇ ਉੱਤੇ ਆਪਣਤ ਦਿਖਾਈ ਜਾਂਦੀ ਹੈ। ਹਜ਼ੂਰ ਕਹਿੰਦੇ ਨੇ ਖਾਉ ਖਾਉ ਮੈਂ ਵਿੱਚੋਂ ਖੋਵੇ, ਦੂਜਾ ਮੇਟਾ ਇੱਕ ਹੋਵੇ। ਥੋੜਾ ਜਿਹਾ ਇਸ ਨੂੰ ਆਪਾਂ ਸਤਿਗੁਰੂ ਦੀ ਬਾਣੀ ਚੋਂ ਲੈਂਦੇ ਹਾਂ। ਕੱਲ ਇੱਥੇ ਅਸੀਂ ਛੱਡਿਆ ਸੀ, ਨਾਨਕ ਹੁਕਮੈ ਜੇ ਬੁੱਝੈ ਤਾਂ ਹਉਮੈ ਕਹੇ ਨਾ ਕੋਈ। ਪਰ ਹਉਮੈ ਦਾ ਪਸਾਰਾ ਹੀ ਬੜਾ। ਆ ਸਤਿਗੁਰਾਂ ਦਾ ਬਚਨ ਜਿਹੜਾ ਆਪ ਪੜ੍ਹਦੇ ਹੋ ਸ਼ਲੋਕ, ਹਉ ਵਿੱਚ ਆਇਆ ਹਉ ਵਿੱਚ ਗਿਆ, ਹਉ ਵਿੱਚ ਜੰਮਿਆ ਹਉ ਵਿੱਚ ਮੁਵਾ। ਇਹ ਧੰਨ ਗੁਰੂ ਨਾਨਕ ਸਾਹਿਬ ਦਾ ਬਚਨ ਹੈ। ਅੱਗੇ ਗੁਰੂ ਅੰਗਦ ਸਾਹਿਬ ਦਾ ਬਚਨ ਹੈ, ਮਹੱਲਾ ਦੂਜਾ, ਹਉਮੈ ਏਕਾ ਜਾਤ ਹੈ, ਹਉਮੈ ਕਰਮ ਕਮਾਹੇ, ਹਉਮੈ ਇਹੀ ਬੰਦਨਾ, ਫਿਰ ਜੂਨੀ ਪਾਹੇ। ਮਹਾਰਾਜ ਕਹਿੰਦੇ ਨੇ ਕਿ ਦੇਖੋ ਇਹ ਸਾਰੀ ਹਉਮੈ ਦੀ ਖੇਡ ਹੈ। ਹਉਮੈ ਏਕਾ ਜਾਤ ਹੈ, ਹਉਮੈ ਕਰਮ ਕਮਾਏ, ਹਉਮੈ ਇਹੀ ਬੰਦਨਾ, ਫਿਰ ਜੋਨੀ ਪਾਏ। ਹਉਮੈ ਕਿੱਥੋਂ ਉਪਜੈ, ਕਿਤ ਸੰਜਮੇ ਜਾਏ। ਆ ਸਾਡੇ ਪ੍ਰਸ਼ਨ ਨੇ, ਕਿੱਥੋਂ ਪੈਦਾ ਹੋਈ, ਕਿਸ ਤਰੀਕੇ ਨਾਲ ਜਾ ਸਕਦੀ। ਥੋੜਾ ਜਿਹਾ ਗੁਰਮੁਖਾ ਜੀ ਇਕਾਗਰਤਾ ਪਲੀਜ਼ ਥੋੜੀ ਜਿਹੀ ਬਖਸ਼ਿਓ। ਕਿੱਥੋਂ ਪੈਦਾ ਹੋਈ? ਉਂਝ ਗੁਰੂ ਗ੍ਰੰਥ ਸਾਹਿਬ ਵਿੱਚ ਜਾਤ ਸ਼ਬਦ ਦੇ ਅਰਥ ਬਹੁਤ ਨੇ। ਮੈਂ ਆਪ ਨੂੰ ਬੇਨਤੀ ਕਰਾਂਗਾ, ਜਿਹੜੇ ਰੂਹਾਨੀ ਵਿਦਵਾਨ ਸਨ ਉਹਨਾਂ ਨੇ ਹਉਮੈ ਏਕਾ ਜਾਤ ਦਾ ਅਰਥ ਜਿਹੜਾ ਆ ਕਰਤੂਤ ਪਸ਼ੂ ਕੀ ਮਾਨਸ ਜਾਤ ਨਹੀਂ ਕੀਤਾ। ਜਾਤ ਕਾ ਗਰਭ ਨਾ ਕਰਿਓ ਕੋਈ, ਇਹ ਵੀ ਲਫ਼ਜ਼ ਹੁੰਦਾ। ਜਨਮ ਬ੍ਰਿਥਾ ਜਾਤ ਰੰਗ ਮਾਇਆ ਕਹੇ। ਪਰ ਇੱਥੇ ਜਿਹੜਾ ਜਾਤ ਹੈ, ਇਸ ਜਾਤ ਦੇ ਗਹਿਰੇ ਅਰਥ ਜਿਹੜੇ ਨੇ ਉਹ ਇਹ ਨੇ ਜੀਵ ਤਤਵ, ਜਨਮ ਤੋਂ। ਫਿਰ ਬੇਨਤੀ ਹੈ, ਹਉਮੈ ਏਕਾ ਜਾਤ ਹੈ। ਹਉਮੈ ਜਦੋਂ ਤੇਰਾ ਜਨਮ ਹੋਇਆ, ਇਹ ਜਨਮ ਦਾ ਕਾਰਨ ਵੀ ਹਉਮੈ ਹੈ। ਜੇ ਹਉਮੈ ਨਾ ਹੁੰਦੀ ਤੂੰ ਜੰਮ ਕਿਉਂ ਜਾਂਦਾ? ਫਿਰ ਬੇਨਤੀ, ਹਉਮੈ ਏਕਾ ਜਾਤ ਹੈ, ਉਹ ਸਾਡੇ ਜਨਮ ਦੇ ਵਿੱਚ ਹੈ। ਅਸਲ 'ਚ ਇਹ ਬਚਪਨ 'ਚ ਵੀ ਹੁੰਦੀ ਹੈ, ਇਹ ਬੀਜ ਰੂਪ ਹੁੰਦੀ ਹੈ। ਜਿਵੇਂ ਮੰਨ ਲਓ ਇੱਕ ਬੀਜ ਤੁਸੀਂ ਸਾਂਭ ਕੇ ਆਪਾਂ ਰੱਖ ਦਈਏ, ਤੇ ਇਹ ਯਾਦ ਰੱਖੀਏ ਕਿ ਉਸ ਬੀਜ ਦੇ ਵਿੱਚ ਇੱਕ ਬੜਾ ਵੱਡਾ ਰੁੱਖ ਲੁਕਿਆ ਹੈ। ਜਿੱਦਣ ਅਸੀਂ ਜੰਮੇ ਸਾਂ, ਬੀਜ ਰੱਬ ਨੇ ਉਦੋਂ ਹੀ ਪਾ ਦਿੱਤਾ। ਜਿਉਂ ਵਧੀ ਗਿਆ ਤਿਉਂ ਤਿਉਂ ਹਉਮੈ ਦਾ ਇਹ ਵਿਸਤਾਰਾ ਹੁੰਦਾ ਗਿਆ। ਜੇ ਬੀਜ ਨਾ ਹੁੰਦਾ ਤੇ ਵਿਸਤਾਰ ਕਿਵੇਂ ਹੁੰਦਾ? ਹਉਮੈ ਏਕਾ ਜਾਤ ਹੈ, ਇਹ ਜੀਵ ਤਤਵ ਦੇ ਨਾਲ ਆਈ ਹੈ। ਤੇ ਬਾਬਾ ਜੀ ਨੇ ਕਿਹਾ ਹਉਮੈ ਬੰਦੇ ਨੇ ਕ੍ਰੀਏਟ ਨਹੀਂ ਕੀਤੀ, ਹਉਮੈ ਰੋਗ ਮਨ ਕੋ ਦੀਨਾ। ਉਹਨੇ ਕਿਹਾ ਲੈ ਫੜ, ਤੈਨੂੰ ਪਾ ਦਿੱਤਾ, ਸਾਰੀ ਜ਼ਿੰਦਗੀ ਨੱਚੀ ਜੇ ਇਹਦੇ 'ਚ। ਇਹ ਜਾਤ ਹੈ, ਜੀਵ ਤਤਵ ਦੇ ਨਾਲ ਆਈ। ਫਿਰ ਬੇਨਤੀ ਮੇਰੀ ਧਿਆਨ ਨਾਲ ਸੁਣਿਓ ਜੀ, ਹਉਮੈ ਏਕਾ ਜਾਤ ਹੈ, ਜੀਵ ਤਤਵ ਨਾਲ ਆਈ। ਹਉਮੈ ਤੋਂ ਬਿਨਾ ਕੋਈ ਕਰਮ ਨਹੀਂ ਹੋ ਸਕਦਾ। ਉਹ ਸਿਆਣੇ ਕਹਿੰਦੇ ਨੇ ਹਉਮੈ ਸ਼ੁੱਧ ਵੀ ਹੁੰਦੀ ਹੈ ਤੇ ਹਉਮੈ ਅਸ਼ੁੱਧ ਵੀ ਹੁੰਦੀ ਹੈ। ਹਉਮੈ ਮਲੀਨ ਵੀ ਹੁੰਦੀ ਹੈ ਤੇ ਹਉਮੈ ਨਿਰਮਲ ਵੀ ਹੁੰਦੀ ਹੈ। ਹੁਣ ਉਹ ਜਿਹੜੀ ਹਉਮੈ ਜੀਵ ਤਤਵ ਦੇ ਨਾਲ ਆਈ, ਜਿੱਦਣ ਪੈਦਾ ਹੋਏ ਉਦੋਂ ਹੀ ਆ ਗਈ। ਹਉਮੈ ਏਕਾ ਜਾਤ ਹੈ, ਹਉਮੈ ਕਰਮ ਕਮਾਏ, ਉਸ ਹਉਮੈ ਕਰਕੇ ਕਰਮ ਸ਼ੁਰੂ ਹੋ ਗਏ। ਹਉਮੈ ਇਹੀ ਬੰਦਨਾ, ਫਿਰ ਜੋਨੀ ਪਾਏ। ਫਿਰ ਇਸ ਹਉਮੈ ਨੇ ਵਾਸ਼ਨਾਵਾਂ ਨੂੰ ਜਨਮ ਦਿੱਤਾ। ਇਹ ਫਿਰ ਜੂਨਾਂ ਵਿੱਚ ਭਟਕਣ ਲੱਗ ਪਿਆ। ਉਹਦੇ ਵਿੱਚ ਸਤਿਗੁਰੂ ਦੇ ਵਿੱਚੋਂ ਤੁਕਾਂ ਮੈਂ ਲੈ ਰਿਹਾ, ਹਉਮੈ ਕਿੱਥੋਂ ਉਪਜੈ ਕਿਤ ਸੰਜਮੇ ਜਾਏ। ਇਹ ਕਿੱਥੋਂ ਪੈਦਾ ਹੋਈ, ਕਿਸ ਤਰੀਕੇ ਨਾਲ ਇਹ ਖਹਿੜਾ ਚੜ ਸਕਦੀ ਏ? ਅੱਗੇ ਗੁਰੂ ਜੀ ਕਹਿੰਦੇ ਹਉਮੈ ਇਹੋ ਹੁਕਮ ਹੈ, ਨਾਨਕ ਹੁਕਮੈ ਜੇ ਬੁੱਝੈ ਤਾਂ। ਇਹ ਬੜਾ ਇਹਦਾ ਨੇੜਤਾ ਇਹਦੀ। ਮਹਾਰਾਜ ਕਹਿੰਦੇ ਨੇ ਹਉਮੈ ਇਹੋ ਹੁਕਮ ਹੈ, ਪੈ ਕਿਰਤ ਫਿਰਾਏ। ਇਹ ਹਉਮੈ ਹੁਕਮ ਵਿੱਚੋਂ ਨਿਕਲੀ ਹੈ। ਜਿੱਥੋਂ ਨਿਕਲੀ ਉਹਨੂੰ ਸਮਝ ਆ, ਜਿੱਦਨ ਉਹਨੂੰ ਸਮਝ ਗਿਆ ਉਦਨ ਇਹਨੇ ਖਤਮ ਹੋ ਜਾਣਾ। ਵੇਖੋ ਗੁਰੂ ਅੰਗਦ ਸਾਹਿਬ ਇਸ ਤੁਕ ਦੀ ਵਿਆਖਿਆ ਕਰ ਰਿਹਾ ਸਾਕੀ ਵਾਰ 'ਚ। ਹਉਮੈ ਕਿੱਥੋਂ ਉਪਜੈ ਕਿਤ ਸੰਜਮੇ ਜਾਏ, ਹਉਮੈ ਇਹੋ ਹੁਕਮ ਹੈ, ਪੈ ਕਿਰਤ ਫਿਰਾਏ। ਮਹਾਰਾਜ ਕਹਿੰਦੇ ਨੇ ਕਿਉਂਕਿ ਉਹਨੇ ਬਣਾਈ ਹੈ, ਲੰਮੀ ਚੱਲੇਗੀ, ਕਈ ਜਨਮ ਚੱਲੂਗੀ, ਤੇ ਏਡੀ ਭੈੜੀ ਏ ਕਿਉਂਕਿ ਬੀਜ ਉਹਨੇ ਪਾ ਦਿੱਤਾ। ਬਾਕੀ ਸਾਰੀਆਂ ਬਿਮਾਰੀਆਂ ਸੜ ਜਾਂਦੀਆਂ ਨੇ, ਸੰਸਕਾਰ ਕੀਤੇ। ਚਲੋ ਹੁਣ ਤਾਂ ਡਰਾਉਂਦੇ, ਵਾਹਿਗੁਰੂ ਜਾਣਿਓ, ਜਿਵੇਂ ਲਾਸ਼ਾਂ ਰੁਲਦੀਆਂ ਰਹੀਆਂ ਉੱਥੇ ਤੁਹਾਨੂੰ ਪਤਾ ਹੈ ਜੀ, ਭਾਈ ਸਾਹਿਬ ਭਾਈ ਨਿਰਮਲ ਸਿੰਘ ਵਰਗਾ ਕੀਰਤਨੀਆਂ ਕੀ ਕੁਝ ਕੀਤਾ। ਪਰ ਫਿਰ ਵੀ ਜਦੋਂ ਤਨ ਸੜਦਾ ਹੈ, ਬਿਮਾਰੀ ਸੜੇਗੀ, ਖਤਮ ਹੋਵੇਗੀ।
थोड़ा समा लगूगा, खत्म हो जाएगी। पर गुरमुखो, जिस ढांचे विच होमे वे ना, ਇਹਦੇ ਸੜਨ ਤੋਂ ਬਾਅਦ ਏਡੀ ਭੈੜੀ ਅਗਲੇ ਜਨਮ ਫਿਰ ਚਲੀ ਜਾਂਦੀ ਹੈ। ਇਹ ਨਹੀਂ ਸੜਦੀ। ਨਿਮਕ ਨਿਮਕ ਕਰ ਸਰੀਰ ਕਟਾਵੇ, ਤਉ ਪੀ ਹਉਮੈ ਨਹੀਂ ਕੱਟੀ ਜਾਂਦੀ। ਤਉ ਪੀ ਹਉਮੈ ਮੈਲ ਨਾ ਜਾਏ। ਫਿਰ ਕਿਵੇਂ ਜਾਏ? ਮਹਾਰਾਜ ਕਹਿੰਦੇ ਹਉਮੈ ਦੀਰਘ ਰੋਗ ਹੈ, ਲੰਮਾ ਚਲੇਗਾ। ਪਰ ਜਿਹੜੀ એનર્ਜੀ ਮੈਂ ਦੀ ਹੈ, ਇਹਨੂੰ ਤਬਦੀਲ ਕਰ ਦੇਗਾ ਸ਼ਬਦ। ਸ਼ਬਦ ਇਹਨੂੰ ਬਦਲ ਦੇਗਾ, એનર્ਜੀ ਉਹੀ ਰਹਿਣੀ। फिर बेनती, खौमे दीर्घ रोग है, दारू पी इस माहे ਇਹਦੇ ਵਿੱਚ ਦਵਾਈ ਹੈ। ਕਿਉਂਕਿ ਜੇ ਉਹਨੇ ਪਾਈ ਹੈ, ਫਿਰ ਸੁਣਿਓ, ਹੁਕਮ ਕਰਕੇ ਹਉਮੈ ਪਈ, ਹਉਮੈ ਵਿੱਚ ਹੁਕਮ ਵਰਦਾ ਪਏ। ਜਿੱਦਨ ਹੁਕਮ ਨੂੰ ਸਮਝੇਗਾ ਉਦਨ ਕਾਬੂ ਆ ਜਾਏਗੀ। ਮਹਾਰਾਜ ਦੇ ਬਚਨ, ਹਉਮੈ ਦੀਰਘ ਰੋਗ ਹੈ, दारू ਪੀ ਸਮਾਏ, ਕਿਰਪਾ ਕਰੇ ਜੇ ਆਪਣੀ ਤਾਂ ਗੁਰ ਕਾ। ਫਿਰ ਉੱਥੇ ਆਪਾਂ ਆ ਗਏ ਅਖਰੀ ਸ਼ਬਦ, ਗੁਰ ਕਾ ਸ਼ਬਦ ਕਮਾਏ, ਉਹਦੋਂ ਹੁਕਮ ਨੂੰ ਮੰਨ। गुर का शब्द कमाए, नानक कहे सुनो जनो इत संयम। इस तरीके नाल पुछा ना भी कित संयम में जाए, कहते ने इस तरीके नाल। नानक कहे सुनो जनो इत संयम, दुख जाए। इस तरीके नाल चली जाएगी। मेरे मन च फिर आया जी वो तरीका केड़ा है? कहता गुर का शब्द कमाए। कमाल करती महाराज ने। भाई साहब कीर्तनी बैठिया, अगली जड़ी पौड़ी दिती वो सेवा दी दिती। हमें किवें की वेखो, आसा दीवार दी अगली पौड़ी है, सेव कीती संतोख ई जिन सच्चो सच ध्याया, उन्हीं मंदे पैर न रखियो, कर सुकृत धर्म कमाया। उन्हीं दुनिया तोड़े बंदना, अन पानी थोड़ा खाया, तू बख्शीसी अगला नित देवें चढ़े सवाया। ते महाराज कहने वड्याई वड्डा पाया। आ तरीका अगे दसिया, ऐस संजम नूं भी नाल वरती जिथे शब्द है। हजूर सच्चे पातशाह महाराज कह रहे ने, भाई सिखो कि देखो कि परिपूर्ण परमात्मा ਜਿਹੜਾ ਹੁਕਮ ਨੂੰ ਬੁੱਝ ਲੈਂਦਾ ਹੈ, ਹਉਮੈ ਚ ਨਹੀਂ ਰਹਿੰਦਾ। ਫਿਰ ਕੀ ਉਹ ਬਿਲਕੁਲ ਸੋਨੇ ਜਾ ਹੋ ਜਾਂਦਾ? ਨਹੀਂ, ਫਰਕ ਹੈ ਥੋੜਾ ਜਿਹਾ। ਜਿਹੜਾ ਹੁਕਮ ਨੂੰ ਬੁੱਝਦਾ ਹੈ, ਨਹੀਂ ਬੁੱਝਦਾ, ਉਹ ਹਰ ਕੰਮ ਨੂੰ ਆਪਣੇ ਸਿਰ ਹੀ ਲੈਂਦਾ। ਸਰੋਪਾ ਮੈਨੂੰ ਹੀ ਮਿਲੇ, ਇਸ ਤਰ੍ਹਾਂ ਨਾ ਜੀ, ਆ ਅਸਾਂ ਕੀਤਾ, ਆ ਕਰਾਂਗੇ। ਪਰ ਜਿਹੜਾ ਹੁਕਮ ਨੂੰ ਸਮਝ ਜਾਂਦਾ ਹੈ, ਕਰਮ ਉਹ ਕਰਦਾ ਹੈ, એનર્ਜੀ ਲਾਂਦਾ ਹੈ, ਪਰ ਉਸ એનર્ਜੀ ਨੂੰ ਸ਼ੁਕਰ ਵਿੱਚ ਲੈ ਜਾਂਦਾ। देखो, एक दो वचन ने, हम किया हम करेंगे। गल तो हुई ना, ताकत ही काम कर रही खो। हम किया हम करेंगे, असी कीता असी करांगे, हम मूर्ख गवार। महाराज कहते करने वाला विसरिया दूजे भाए प्यार। करने वाला विसर जाना ही तो हउमੈ है। अपनी होंद बना ली। हम किया हम करेंगे, हम मूर्ख गवार, करने वाला विसरिया दूजे भाए प्यार। ਤੇ ਕੀ ਭਗਤ ਕੁਝ ਨਹੀਂ ਕਰਦਾ ਉਹ। ਫਿਰ ਮਹਾਂਪੁਰਖ ਕਹਿੰਦੇ ਕਬੀਰ, ਨਾ ਹਮ ਕੀਆ ਨਾ ਕਰਾਂਗੇ, ਨਾ ਕਰ ਸਕੇ ਸ਼ਰੀਰ, ਕਿਆ ਜਾਨੂ ਕਿਛ ਹਰ ਕੀਆ ਭਇਓ ਕਬੀਰ। ਕਬੀਰ ਪਿਆਰਿਓ, ਤਾਕਤ ਤਾਂ ਹੋਈ ਹੈ ਨਾ, ਇੱਕ ਆਪਣੇ ਮੈਂ ਨਾਲ ਜੋੜ ਲਿਆ। ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਬਚਨ ਕਰ ਰਿਹਾ, ਨਾਨਕ ਹੁਕਮੈ ਜੇ ਬੁੱਝੈ ਤਾਂ ਹਉਮੈ ਕਹੇ ਨਾ ਕੋਈ। ਹਉਮੈ ਚ ਨਹੀਂ ਰਹਿੰਦਾ। ਸੱਚ ਇਹ ਵੀ ਮੈਂ ਤੂੰ ਤੋਂ ਬਦਲ ਜਾਂਦੀ ਹੈ, ਮੇਰਾ ਤੇਰੇ ਵੀ ਤਬਦੀਲ ਹੋ ਜਾਂਦਾ ਹੈ। ਇਸੇ ਕਰਕੇ ਸਤਿਗੁਰਾਂ ਨੇ ਬਾਣੀ ਵਿੱਚ ਇਹ ਬਚਨ ਕਿਹਾ, ਸਾਰੇ ਪੜ੍ਹਦੇ ਹੋ। ਕਬੀਰ ਤੂ ਤੂ ਕਰਤਾ ਤੂ ਹੁਆ, ਮੁਝ ਮੈਂ ਰਹਾ ਨਾ ਹੂੰ, ਜਬ ਆਪਾ ਪਰ ਕਾ ਮਿਟ ਗਿਆ, ਜਤ ਦੇਖੂੰ ਤਤ ਤੂੰ। ਜਿੱਧਰ ਦੇਖਣਾ ਬਸ ਤੂੰ ਹੀ ਤੂੰ ਹੈ, ਮੇਰਾ ਮੁਝ ਮੈਂ ਕਿਛ ਨਹੀਂ, ਜੋ ਕਿਛ ਹੈ ਸੋ ਤੇਰਾ। ਪੈ ਜਿਹਨੂੰ ਹੁਕਮ ਬੁੱਝਿਆ ਉਹ ਇੱਕ ਹਉਮੈ ਕਹੇ ਨਾ ਕੋਈ। ਉਹ ਇਹ ਨਹੀਂ ਕਹਿੰਦਾ ਮੈਂ ਕੀਤਾ, ਕਹਿੰਦਾ ਨਹੀਂ, ਮੇਰਾ ਮੁਝ ਮੈਂ ਕਿਛ ਨਹੀਂ, ਜੋ किछ है सो तेरा, तेरा तुझको सौंपते क्या लागै मेरा। हुक्म जिन्हें समझ लिया, जिवें असीं गुरु अंगद साहिब जी दीयां साखियां सुनाने हैं जी, है ना, इतिहास विचों। भावना शरदा वाला जिहड़ा हुक्मी बंदा है, वो इस गल नूं समझ सकदा है। सुक्का रुखा अंदरों पत्थर होया, मन छेती कीतियां समझदा नहीं हुंदा। गुरु अमरदास महाराज जी ने हुक्म भी मन्निया ते सेवा दी घालना कर ली। हुक्म मनण दी घालना शब्द वरते। जिन्नियां भी उन्हां दियां साखियां ने, क्योंकि साडे कोल इन्नियां ज़्यादा नहीं, थोड़ियां साखियां ने थोड़े समय दियां। हुक्म मनण दी, कोई काम कहंदे भी आ करो 7 बचन, आ काम करो 7 बचन। गुरमुखो अखीर ते जिहड़े शब्द कहे,
ਸਾਡੇ ਇਤਿਹਾਸ ਨੇ ਔਰ ਗੁਰੂ ਗ੍ਰੰਥ ਸਾਹਿਬ ਦੀ ਪਵਿੱਤਰ ਬਾਣੀ 'ਚ ਸਤਿਗੁਰੂ ਤੁਰਦੇ ਆ ਕਰਤਾਰਪੁਰ। ਇਹ ਸਾਖੀ ਸਾਰੀ ਸੰਗਤ ਪਿੱਛੇ ਹੁੰਦੀ ਆ ਨਾ, ਸੋਨਾ ਚਾਂਦੀ ਜਾਂ ਮੋਹਰਾਂ ਸੱਟਦੇ ਆ ਮਹਾਰਾਜ, ਚੁੱਕ ਚੁੱਕ ਕੇ ਸਾਰੇ। ਸਾਖੀਆਂ ਜਿਹੜੀਆਂ ਹੁੰਦੀਆਂ ਨੇ ਸਿਰਫ ਉਹਨਾਂ ਨੂੰ ਵਿਆਖਿਆ ਕਰਨ ਵਾਸਤੇ ਭਾਵਨਾ ਚਾਹੀਦੀ ਏ, ਉਹ ਵਿਆਖਿਆ ਹੋ ਜਾਂਦੀ ਹੈ। ਮੈਂ ਪਿਛਲੇ ਦਿਨੀ ਕਿਹਾ 3 ਚੀਜ਼ਾਂ ਨੇ ਜੀ ਇਤਿਹਾਸ ਕਹਿ ਲਓ। ਪਹਿਲਾਂ ਬਾਤ ਹੈ, ਬਾਤ ਫਿਰ ਗਾਥ ਬਣ ਜਾਂਦੀ ਏ, ਗਾਥ ਫਿਰ ਹਿਸਟਰੀ ਬਣ ਜਾਂਦੀ ਹੈ। ਪਹਿਲਾਂ ਸਿਰਫ ਬਾਤਾਂ ਹੀ ਕਰਨੇ ਆਪਾਂ ਕਿ ਜਿਵੇਂ ਜਿਹੜੇ ਨਾਲ ਵਿਚਰੇ ਜੀ ਕੋਈ ਬਾਤ ਸੁਣਾਓ ਉਹਨਾਂ ਦੀ, ਇਹ ਬਾਤਾਂ ਫਿਰ ਸਾਖੀਆਂ ਬਣ ਜਾਂਦੀਆਂ ਨੇ। ਜਦੋਂ ਸਿੱਖਿਆ ਦੇਣ ਲੱਗ ਪੈਂਦੀਆਂ ਨੇ ਉਸ ਵਿੱਚੋਂ ਕੁਝ ਮਿਲਦਾ ਹੈ ਤੇ ਸਿੱਖਿਆ ਜਿਹੜੀ ਸਾਖੀ ਹੁੰਦੀ ਹੈ ਫਿਰ ਉਹ ਇਤਿਹਾਸਕ ਤੱਥ ਬਣ ਜਾਂਦੇ ਨੇ। ਇਤਿਹਾਸਕ ਤੱਥ ਲਿਖਣ ਵਾਲਾ ਬੰਦਾ ਭਾਵਨਾ ਤੋਂ ਕਈ ਵਾਰੀ ਵਿਰਵਾ ਹੋ ਜਾਂਦਾ, ਉਹ ਕਹਿੰਦਾ ਨਹੀਂ ਇਹ ਗੱਲਾਂ ਐਵੇਂ ਨੇ ਜੀ, ਉਹ ਫਿਰ ਛੱਡ ਦਿੰਦਾ। ਉਹ ਸੈਮੀਨਾਰਾਂ 'ਚ ਹੋ ਸਕਦਾ ਪਰ ਸੰਗਤ 'ਚ ਉਹਨੂੰ ਘਟਾ ਦੇਾਂਗੇ ਤੇ ਉਹ ਗੱਲ ਨਹੀਂ ਬਣੇਗੀ। ਹੁਣ ਉਹ ਚੱਲਦੇ, ਕਿੱਡੀ ਵੱਡੀ ਸਾਖੀ ਹੈ ਕਿ ਗੁਰੂ ਪਿੱਛੇ ਸਾਰੇ ਗੁਰੂ ਨੂੰ ਮੰਗਣ ਥੋੜਾ ਹੁੰਦੇ ਨੇ। ਜੇ ਦੇਖਿਆ ਜਾਏ ਅੱਜ ਦੇ ਪਰਿਪੇਖ 'ਚ ਮਹਾਰਾਜ ਜਾਂਦੇ ਨੇ, ਕਿੰਨੀ ਸੰਗਤ ਪਿੱਛੇ ਤੁਰ ਰਹੀ। ਜਦੋਂ ਸੋਨਾ ਸੱਟਦੇ ਆ, ਮੋਹਰਾਂ ਸੱਟਦੇ ਆ, ਚੁੱਕ ਚੁੱਕ ਕੇ ਪਿਛਾਂ ਨੂੰ ਆਉਂਦੇ ਨੇ। ਇਹਦਾ ਮਤਲਬ ਜਿੰਨੀ ਜਿੰਨੀ ਕਿਸੇ ਦੀ ਸੁਰਤ ਸੀ ਅੰਦਰੋਂ ਮੰਗਣ ਵਾਲੀ, ਉਹ ਚੀਜ਼ ਮਿਲਦੀ ਗਈ, ਪਿੱਛੇ ਹਟੀ ਗਏ। ਇੱਕ ਧੰਨ ਬਾਬਾ ਬੁੱਢਾ ਸਾਹਿਬ, ਇੱਕ ਸਤਿਗੁਰੂ ਗੁਰੂ ਅੰਗਦ ਦੇਵ, ਬਾਬਾ ਲਹਿਣਾ ਸਾਹਿਬ ਜੀ, ਇਹ ਪਿੱਛੇ ਆਏ। ਹਜ਼ੂਰ ਨੇ ਸੋਟਾ ਮਾਰਿਆ, ਬਾਬਾ ਬੁੱਢਾ ਜੀ ਰੁੱਖ ਦੇ ਓਲੇ ਹੋ ਗਏ। ਤੇ ਸਾਡੇ ਇੱਕ ਵਿਦਵਾਨ ਕਹਿੰਦੇ ਸਨ, ਹਜ਼ੂਰ ਨੇ ਕਿਹਾ ਜਾ ਚਲਾ ਜਾ, ਤੇ ਸ਼ਬਦ ਵਰਤੇ, ਬੁੱਢਿਆ ਤੇਰੇ ਤੋਂ ਓਲੇ ਕਦੇ ਨਾ ਹੋ ਸਾਂ। ਮੈਂ ਤੇਰੇ ਤੋਂ ਓਲੇ ਨਹੀਂ ਹੋਵਾਂਗਾ, ਕਿਸੇ ਜਾਮੇ ਵਿੱਚ ਕਿਤੇ ਰਾਂ ਤੇਰੇ ਨਾਲ ਰਹਾਂਗਾ। ਗੁਰੂ ਅੰਗਦ ਸਾਹਿਬ ਚੱਲੇ, ਸੱਚ ਏਵੇ ਸੋਟੇ ਵੀ ਮਾਰੇ, ਖਲੋ ਗਏ। ਹਜ਼ੂਰ ਨੇ ਕਿਹਾ ਜਾ ਚਲਾ ਜਾ ਪਿਛਾਂ ਆਪਣੇ ਘਰ ਨੂੰ, ਵਾਪਸ ਚਲਾ ਜਾ। ਸਾਰੇ ਚਲੇਗਾ ਆਪਣੇ ਟਿਕਾਣਿਆਂ ਤੇ, ਸਭ ਘਰਾਂ ਨੂੰ। ਸੋਟਾ ਖਾ ਕੇ ਚਰਨ ਪਕੜ ਕੇ ਕਹਿੰਦੇ ਆ, ਜਿਨ੍ਹਾਂ ਦਾ ਪਿੱਛੇ ਘਰ ਸੀ ਉਹ ਮੁੜ ਗਏ, ਮੇਰਾ ਪਿੱਛੇ ਕੁਛ ਨਹੀਂ ਰਹਿ ਗਿਆ। ਮੇਰਾ ਘਰ ਵੀ ਤੂੰ ਹੈ ਤੇ ਬਾਹਰ ਵੀ ਤੂੰ ਹੈ, ਮੇਰਾ ਕੁਛ ਨਹੀਂ ਪਿੱਛੇ। ਮੈਂ ਤਾਂ ਬੇਨਤੀ ਕੀਤੀ, ਬਿਲਕੁਲ ਅੰਦਰੋਂ ਹੋ ਹੈ ਨਹੀਂ, ਮੇਰਾ ਪਿੱਛੇ ਕੁਛ ਨਹੀਂ। ਤੇ ਇਤਿਹਾਸ ਕਹਿੰਦਾ ਹਜ਼ੂਰ ਨੇ ਕਿਹਾ ਨਹੀਂ, ਪਿੱਛੇ ਤੇ ਮੁਰਦਾ ਖਾ, ਇਹ ਮੁਰਦਾ ਖਾ। ਬਸਤਰ ਪੈਨ ਉੱਤੇ ਪਰਕਰਮਾ ਕੀਤੀ, ਲੈਣਿਆ ਖਾਂਦਾ ਨਹੀਂ। ਕਹਿਣ ਲੱਗੇ ਹੁਕਮ ਦੀ ਇੰਤਜ਼ਾਰ ਕਰਨਾ, ਸਿਰ ਵਾਲੇ ਪਾਸੇ ਸ਼ੁਰੂ ਕਰਾਂ ਕਿ ਪੈਰਾਂ ਵਾਲੇ ਪਾਸੇ। ਮਹਾਰਾਜ ਕਹਿੰਦੇ ਪੈਰਾਂ ਵਾਲੇ ਪਾਸੇ। ਕਿੱਡੀਆਂ ਕਮਾਲ ਦੀਆਂ ਰਮਜ਼ਾਂ ਨੇ ਜੀ। ਸਾਖੀਆਂ ਬਿੰਬ ਹੁੰਦੇ ਨੇ, ਪ੍ਰਤੀਕ ਵੀ ਹੁੰਦੇ ਆ। ਮੈਂ ਇੱਕ ਦਿਨ ਇੱਥੇ ਕਿਹਾ, ਜਦੋਂ ਇਹ ਜਨਮ ਸਾਖੀ ਚ ਆਉਂਦਾ, ਜ਼ਿਮੀਂਦਾਰ ਰੌਲਾ ਪਾਉਂਦਾ ਸੈਕਰਾਮੈਂਟੋ, ਮੈਂ ਕਿਹਾ ਮੈਂ ਕਿੱਡੇ ਪਿਆਰੇ ਸ਼ਬਦ ਨੇ। ਕਿਆਰਾ ਸਾਹਿਬ, ਜਿੱਥੇ ਤੁਸੀਂ ਜਿਹੜੇ ਪਾਕਿਸਤਾਨ ਗਏ ਹੋ, ਕਿਆਰਾ ਸਾਹਿਬ ਮਹਾਰਾਜ ਦਾ ਗੁਰਦੁਆਰਾ, ਜਿੱਥੇ ਹਜ਼ੂਰ ਨੇ ਮਈਆਂ ਚਾਰੀਆਂ, ਉੱਥੇ ਜਦੋਂ ਮੱਝਾਂ ਪੈ ਗਈਆਂ ਖੇਤ ਵਿੱਚ ਤੇ ਉਹ ਭੱਟੀ ਜ਼ਿਮੀਂਦਾਰ ਜਿਹੜਾ ਹੈ ਉਹ ਤੜਫਿਆ, ਬਹੁਤ ਉੱਚੀ ਬੋਲਿਆ। ਹਜ਼ੂਰ ਰੁੱਖ ਥੱਲੇ ਉੱਠੇ, ਉਹ ਸਖਤ ਬੋਲਣ ਲੱਗਾ। ਤੇ ਜਨਮ ਸਾਖੀ ਵਾਲਾ ਕਹਿੰਦਾ ਹਜ਼ੂਰ ਨੇ ਨੇਤਰ ਭਰ ਕੇ ਦੇਖਿਆ, ਉਹਨਾਂ ਨੇਤਰਾਂ ਵਿੱਚ ਰੱਬੀ ਨਾਮ ਦੀ ਖੁਮਾਰੀ ਸੀ। ਕਹਿਣ ਲੱਗੇ ਭਾਈ ਵੇ, ਤੇਰਾ ਕਿਛ ਨਹੀਂ ਉਜੜਿਆ, ਤੂੰ ਰੌਲਾ ਪਾਣਾ ਪਿਆ। ਭਾਈ ਵੇ ਤੇਰਾ ਕਿਛ ਨਹੀਂ ਉਜੜਿਆ। ਕੀ ਹੋਇਆ ਜੇ ਕਿਸੇ ਮਈ ਨੇ ਮੂੰਹ ਮਾਰ ਦਿੱਤਾ, ਖੁਦਾ ਇਸੇ ਵਿੱਚ ਹੀ ਬਰਕਤ ਕੱਤ ਸੀ। ਕਿੱਡੇ ਵੱਡੇ ਸ਼ਬਦ ਕਹਿ ਦਿੱਤੇ। ਸੱਚੀ ਮੁੱਚੀ ਜੀ ਇੰਨੀ ਬਰਕਤ ਕੱਤੀ। ਤਲਵੰਡੀ ਦੇ ਨੇੜੇ ਕਿੰਨੇ ਖੇਤ ਸਨ, ਉਹਨਾਂ ਖੇਤਾਂ ਨੂੰ ਇੰਨੀ ਬਰਕਤ ਨਹੀਂ ਪਈ ਜਿੰਨੀ ਕਿਆਰਾ ਸਾਹਿਬ ਨੂੰ ਪੈ ਗਈ ਹੈ। ਮੱਝ ਮੂੰਹ ਨਾ ਮਾਰਦੀ, ਕਿਆਰਾ ਸਾਹਿਬ ਆਂਦਾ। ਕਿਆਰੇ ਤਾਂ ਉਂਝ ਵੀ ਬੜੇ ਸਨ। ਭਾਈ ਵੇ ਤੇਰਾ ਕਿਛ ਨਹੀਂ ਉਜੜਿਆ, ਖੁਦਾਏ ਇਸੇ ਵਿੱਚ ਬਰਕਤ ਕੱਤ ਸੀ। ਹੁਣ ਪੈਰਾਂ ਵਾਲੇ ਪਾਸਿਓ ਖਾਣਾ, ਮੁਰਦਾ ਖਾਣਾ। ਤੇ ਸਾਡਾ ਇਤਿਹਾਸ ਕਹਿੰਦਾ ਉਹ ਅਸਲ ਚ ਕੜਾਹ ਪ੍ਰਸ਼ਾਦ ਸੀ। ਇਹਨੂੰ ਸੱਤ ਕਰਕੇ ਮੰਨੀਏ। ਹਜ਼ੂਰ ਨੇ ਕਿਹਾ ਤੁਸੀਂ ਵਾਪਸ ਨਹੀਂ ਗਏ। ਕਹਿੰਦਾ ਮੇਰਾ ਪਿੱਛੇ ਕੁਛ ਸੱਤ। ਬਾਬਾ ਜੀ ਕਹਿੰਦੇ ਕੁਛ ਨਹੀਂ ਮੇਰਾ ਪਿੱਛੇ। ਸੀਨੇ ਨਾਲ ਲਾ ਕਹਿੰਦੇ ਆ, ਤੇਰਾ ਵੀ ਪਿੱਛੇ ਕੋਈ ਨਹੀਂ, ਤੇ ਮੈਂ ਵੀ ਘਰ ਬਦਲਣਾ ਸੀ, ਮਹੱਲਾ ਬਦਲਣਾ ਸੀ, ਪਹਿਲੇ ਤੋਂ ਦੂਜਾ ਹੋਣਾ ਹੈ ਨਾ, ਮੈਂ ਵੀ ਬਦਲਣਾ ਸੀ। ਸਿੱਖਾਂ ਪੁੱਤਰਾਂ ਘੋਕ ਕੇ
ਸਭ ਉਮਤ ਵੇਖੋ ਜੇ ਕਿਉਨ, ਜਾਂ ਸੁਧੋਸ਼ ਤਾਂ ਲੈਣਾ ਟੇਕਿਓ। ਮਹਾਰਾਜ ਨੇ ਕਿੱਡੇ ਸ਼ਬਦ ਹੀ ਵਰਤੇ। ਇਹ ਊੜਾ ਖੁੱਲਾ ਹੈ ਜੀ। ਸਿੱਖਾਂ ਪੁੱਤਰਾਂ ਘੋਕ ਹੈ ਸਭ ਉਮਤ ਵੇਖੋ ਜੇ ਕਿਉਨ, ਜਾਂ ਸੁਧੋਸ਼ ਤਾਂ ਲੈਣਾ ਟੇਕਿਓਨ। ਜੋਤ ਸਮਾਣੀ ਜੋਤ ਮਾਹੇ, ਆਪ ਆਪੈ ਸੇਤੀ ਮੇਕਿਓਨ। ਆਪਣੇ ਬਰਾਬਰ ਬਣਾ ਦਿੱਤਾ, ਮਾਪਿਆਂ ਨੇ ਲਹਿਣਾ ਬਣਾਇਆ। ਗੁਰੂ ਜੀ ਨੇ ਕਿਹਾ ਮੈਂ ਵੀ ਘਰ ਬਦਲਣਾ ਹੈ, ਤੇਰੇ ਵਰਗਾ ਘਰ ਕੋਈ ਨਹੀਂ ਮਿਲਦਾ, ਲਹਿਣੇ ਤੋਂ ਅੰਗਦ ਬਣਾ ਦਿੱਤਾ। ਮੈਂ ਤਾਂ ਥੋੜਾ ਜਿਹੀ ਸਾਖੀ ਲੈ ਲਈ, ਹੁਕਮ ਨੂੰ ਬੁੱਝ ਜਾਏ, ਹਉਮੈ ਨਹੀਂ। ਘਰਾਂ ਵਾਲਿਆਂ ਦੇ ਘਰ ਸਨ, ਉਹਨਾਂ ਦਾ ਘਰ ਨਹੀਂ ਸੀ। ਨਾਨਕ ਹੁਕਮ ਹੈ ਜੇ ਬੁੱਝੈ ਤਾਂ ਹਉਮੈ ਕਹੇ ਨਾ ਕੋਈ। ਜਿਹੜਾ ਹੁਕਮ ਨੂੰ ਬੁੱਝ ਜਾਏ ਫਿਰ ਕੀ ਕਰਦਾ ਹੈ। ਅਗਲਾ ਬਚਨ ਫਿਰ ਸਤਿਗੁਰੂ ਦਾ, ਕਿਉਂਕਿ ਅਸੀਂ ਪੌੜੀ ਕਰਾਂਗੇ ਦੇ ਅਰਥ ਥੋੜਾ ਜਿਹਾ ਟਾਈਮ ਮੈਨੂੰ ਦਿਓ ਕਿ ਜਿਹੜਾ ਹੁਕਮ ਨੂੰ ਮੰਨ ਜਾਏ ਉਹ ਕੀ ਕਰਦਾ। ਗੱਲ ਇੱਕੋ ਪ੍ਰਕਰਨ ਚੱਲ ਰਿਹਾ, ਹੁਕਮ ਰਜਾਈ ਚੱਲਣਾ, ਨਾਨਕ ਹੁਕਮ ਹੈ ਜੇ ਬੁੱਝੈ। ਫਿਰ ਸਤਿਗੁਰੂ ਕਹਿੰਦੇ ਨੇ ਜਿਹੜਾ ਜਿਹੜਾ ਬੁੱਝਦਾ ਹੈ, ਜਿਹੜੀ ਜਿਹੜੀ ਚੀਜ਼ ਉਹਦੇ ਨੇੜੇ ਆਉਂਦੀ ਹੈ, ਉਹਨੂੰ ਰੱਬ ਦੇ ਸ਼ੁਕਰ 'ਚ ਲੈ ਜਾਂਦਾ ਹੈ। ਕਿਵੇਂ ਜੀ? ਗਾਵੈ ਕੋ ਤਾਣ, ਹੋਵੈ ਕਿਸੈ ਤਾਣ। ਵਿਸ਼ਾ ਉਹੀ ਹੈ, ਹੁਕਮ ਰਜਾਈ ਚੱਲਣਾ। ਤਾਣ ਦਾ ਲਫ਼ਜ਼ੀ ਅਰਥ ਹੈ ਜੀ ਤਾਕਤ। ਇਹਦੇ 2-3 ਅਰਥ ਕੀਤੇ ਗਏ, ਪਰ ਮੈਂ ਇੱਕ ਅਰਥ ਲਿਆ ਹੈ। ਇਹ ਇੱਕ ਅਰਥ ਇਹਦਾ ਵੀ ਕੀਤਾ, ਗਾਵੈ ਕੋ ਤਾਣ, ਕਿਸੇ ਕੌਣ ਗਾ ਸਕਦਾ ਤੇਰੀ ਤਾਕਤ ਨੂੰ। ਉਂਝ ਜਪਜੀ ਸਾਹਿਬ ਵਿੱਚ ਕੋ ਸ਼ਬਦ ਜਿਹੜਾ ਕੋਈ ਵਾਸਤੇ ਜ਼ਿਆਦਾ ਆਇਆ। ਜਿਵੇਂ ਐਸਾ ਨਾਮ ਨਿਰੰਜਨ ਹੋਏ, ਜੇ ਕੋ ਕੋਈ ਆ ਗਿਆ ਨਾ, ਕੋ ਦਾ ਅਰਥ ਕੋਈ। ਜੇ ਕੋ ਖਾਇਕ ਆਖਣ ਪਾਏ, ਜੇ ਕੋ ਇੱਥੇ ਫਿਰ ਆਇਆ, ਕੋ ਦਾ ਅਰਥ ਕੋਈ। ਗਾਵੇ ਕੋ ਤਾਣ, ਕੋਈ ਗਾਉਂਦਾ ਜਿਹਦੇ ਖੌਮੇ ਮਰ ਜਾਏ, ਹੁਕਮ ਦੀ ਸਮਝ ਪੈ ਜਾਏ, ਫਿਰ ਕੋਈ ਗਾਉਂਦਾ ਹੈ ਤਾਣ ਤੇਰੀ ਤਾਕਤ ਨੂੰ। ਪਰ ਕਿਨੂੰ? ਹੋਵੇ ਕਿਸੇ ਤਾਣ ਜਿਹਨੂੰ ਗਾਉਣ ਦੀ ਤਾਕਤ ਦੇ ਦੇ। ਫਿਰ ਬੇਨਤੀ, ਜਿਹਨੂੰ ਤੂੰ ਤਾਕਤ ਦੇਵੇਂ ਉਹ ਤੇਰੀ ਤਾਕਤ ਨੂੰ ਗਾਉਂਦਾ ਹੈ, ਤੇਰੀ ਇੰਨੀ ਸਮਰੱਥਾ ਹੈ। ਤੇ ਗੁਰੂ ਗ੍ਰੰਥ ਸਾਹਿਬ ਚ ਗਾਇਆ ਹੈ ਜੀ, ਗਾਵੇ ਕੋ ਤਾਣ ਹੋਵੇ ਕਿਸੇ ਤਾਣ, ਜਿਹਨੂੰ ਤੂੰ ਤਾਣ ਦੇ ਦੇ ਉਹ ਤੇਰੇ ਤਾਣ ਨੂੰ ਗਾਉਂਦਾ ਹੈ। ਇਹ ਹੀ ਖੌਮੇ ਮਰੀ ਖੜੀਏ, ਉਹ ਇਹ ਨਹੀਂ ਕਹਿੰਦਾ ਮੇਰਾ ਤਾਣ, ਉਹਨੂੰ ਤਾਣ ਮਿਲਿਆ ਤੇ ਕਹਿੰਦਾ ਨਹੀਂ ਇਹ ਰੱਬ ਦਾ ਤਾਣ ਹੈ। ਇਹਨੂੰ ਪਿਛਲੀ ਤੁਕ ਨਾਲ ਜੋੜ ਕੇ ਲਈਏ। ਜਿਵੇਂ ਸਤਿਗੁਰਾਂ ਨੇ ਜ਼ਫਰਨਾਮਾ ਜਦੋਂ ਲਿਖਿਆ ਤੇ ਪਹਿਲਾ ਜਿਹੜਾ ਸ਼ੇਰ ਹੈ ਉਹ ਇਹੀ ਹੈ, ਕਮਾਲ ਕਰਾਮਾਤ ਕਾਇਮ ਖਰੀਮ, ਕਮਾਲ ਕਰਾਮਾਤ ਕਾਇਮ ਖਰੀਮ, ਰਿਜ਼ਾ ਬਖਸ਼ੋ ਰਾਜ਼ਿਕ ਰਿਹਾ ਕੁਨ ਰਹੀਮ। ਇਹਦੇ ਅਖਰੀ ਅਰਥ ਨੇ ਕਮਾਲ ਕਰਾਮਾਤ। ਕਰਾਮਾਤ ਦਾ ਅਰਥ ਹੈ ਸ਼ਕਤੀਆਂ, ਤਾਕਤਾਂ। ਕਮਾਲੇ ਦਾ ਅਰਥ ਹੈ ਅਲੌਕਿਕ, ਸ਼ਿਖਰ ਕਹਿ ਲੋ, ਕਮਾਲ ਦੀ ਗੱਲ। ਜਿਵੇਂ ਅਸੀਂ ਕਹਿੰਦੇ ਹਾਂ, ਹਜ਼ੂਰ ਕਹਿੰਦੇ ਨੇ ਕਮਾਲ ਕਰਾਮਾਤ, ਹੇ ਅਕਾਲ ਪੁਰਖ ਵਾਹਿਗੁਰੂ ਤੇਰੇ ਚ ਇੰਨੀ ਤਾਕਤ ਹੈ, ਤੂੰ ਅਲੌਕਿਕ ਸ਼ਕਤੀਆਂ ਦਾ ਸ਼ਿਖਰ ਹੈ। ਜੋ ਕੋਈ ਤੂੰ ਕਰ ਦੇਣਾ ਬੰਦੇ ਦੀ ਸਮਝ ਤੋਂ ਬਹੁਤ ਬਾਹਰ ਹੈ, ਕਿਉਂਕਿ ਤੇਰੇ ਚ ਇੰਨੀ ਤਾਕਤ ਹੈ ਕਿ ਛੀਆਂ ਬਾਜਾਂ ਚਰਗਾਂ ਕੋਈਆਂ ਇਹਨਾਂ ਖਵਾਲੇ ਕਾ। ਇਹ ਤਾਣ ਹੀ ਹੈ ਜੀ, ਉਹਦਾ ਤਾਣ ਗਾਇਆ ਜਾ ਰਿਹਾ। ਛੀਆਂ ਬਾਜਾਂ ਚਰਗਾਂ ਕੋਈਆਂ ਇਹਨਾਂ ਖਵਾਲੇ ਕਾ, ਕਾ ਖਾਣ ਤਿਨਾ ਮਾਸ ਖਵਾਲੇ ਇਹ ਚਲਾਏ ਰਾਹ, ਨਦੀਆਂ ਵਿੱਚ ਟਿੱਬੇ ਦਿਖਾਲੇ ਥਲੀ ਕਰੇ ਅਸਗਾ, ਕੀੜਾ ਥਾਪ ਦੇ ਪਾਤਸ਼ਾਹੀ ਲਸ਼ਕਰ ਕਰੇ ਸਵਾ। ਇਹ ਤਾਣ ਹੈ। ਜਲ ਤੇ ਥਲ ਕਰ ਥਲ ਤੇ ਕੂਆ ਕੂਬ ਤੇ ਮੇਰ ਕਰਾਵੇ, ਧਰਤੀ ਤੇ ਆਕਾਸ਼ ਚੜਾਵੇ ਚੜਾ ਆਕਾਸ਼ ਗਿਰਾਵੇ। ਜਾਂ ਸਤਿਗੁਰੂ ਨੇ ਅੰਮ੍ਰਿਤ ਬਾਣੀ ਚ ਕਿਹਾ ਕਿ ਧਰਤੀ ਉੱਪਰ ਕੋਟਗੜ ਕੀਤੀ ਗਈ ਵਜਾਏ, ਜੋ ਅਸਮਾਨ ਨਾ ਮਾਮਨੀ ਤਿੰਨ ਨੱਕ ਨੱਥਾਂ ਪਾਏ। ਜਿਹੜੇ ਕਹਿੰਦੇ ਇਸ ਮੁਲਕ ਚ ਅਸੀਂ ਆਹ ਕਰਾਂਗੇ ਆਹ ਕਰਾਂਗੇ, ਗੁਰੂ ਸਾਹਿਬ ਕਹਿੰਦੇ ਕਿਸ ਭੁਲੇਖੇ ਚ ਜਿੱਦਣ ਲਾਣਾ ਨਾ ਉਹਨੇ ਨੱਕ ਚ ਨਕੇਲ ਪਾ ਕੇ ਪਟਕਾ ਕੇ ਧਰਤੀ ਸੱਟਣਾ, ਤੇਰੇ ਪੱਲੇ ਕੀ ਹੈ? ਤੇਰੇ ਚ ਕੋਈ ਤਾਕਤ ਨਹੀਂ। ਹਜ਼ੂਰ ਸੱਚੇ ਪਾਤਸ਼ਾਹ ਕਹਿ ਰਹੇ ਨੇ ਗਾਵੇ ਕੋ ਤਾਣ ਹੋਵੇ ਕਿਸੇ ਤਾਣ। ਹੇ ਪਾਰ ਬ੍ਰਹਮ ਪਰਮੇਸ਼ਵਰ ਜੀ, ਜਿਹਨੂੰ ਤਾਕਤ ਦਿੱਤੀ ਉਹ ਤੇਰੀ ਤਾਕਤ ਨੂੰ ਗਾ ਰਿਹਾ। ਤੇ ਗੁਰੂ ਗੋਬਿੰਦ ਸਿੰਘ ਬੜਾ ਗਾਉਂਦੇ ਇਸ ਨੂੰ, ਕਮਾਲ ਕਰਾਮਾਤ ਖਾਇਮ, ਤੁਸੀਂ ਸਦਾ ਕਾਇਮ ਰਹਿਣਾ ਹੈ। ਤੁਸੀਂ ਕਰੀਮ ਹੋ, ਬਖਸ਼ਿੰਦ ਹੋ, ਰਿਜ਼ਾ ਬਖਸ਼, ਤੁਸੀਂ ਖੁਸ਼ੀਆਂ ਬਖਸ਼ਣ ਵਾਲੇ ਹੋ। ਕਮਾਲ ਕਰਾਮਾਤ ਕਾਇਮ ਕਰੀਮ, ਰਿਜ਼ਾ ਬਖਸ਼, ਰਾਜ਼ਿਕ ਰਿਹਾ ਕੁਨ ਰਹੀਮ। ਤੁਸੀਂ ਰਿਜ਼ਕ ਦੇਣ ਵਾਲੇ, ਖੁਸ਼ੀਆਂ ਦੇਣ ਵਾਲੇ, ਬੰਦ ਖਲਾਸੀ ਕਰਾਉਣ ਵਾਲੇ। ਅੱਗੇ ਮਹਾਰਾਜ ਕਹਿੰਦੇ ਅਮਾ ਬਖਸ਼ ਬਖਸ਼ੰਦਾ ਉਹ ਦਸਤਗੀਰ, ਖਤਾ ਬਖਸ਼ ਰੋਜ਼ੀ ਦੇਹੋ ਦਿਲ ਪਜ਼ੀਰ।
मैं तां लिया भी तीसरा शेर है, शहनशाहे खूबी देहो राह नमू। आ तेरा मुकाबला किन्ना करना है? शहनशाहे ਇਹਦਾ ਅਰਥ ਹੈ ਤੂੰ ਬਾਦਸ਼ਾਹ ਦੇ ਜਿਹੜੇ ਬਾਦਸ਼ਾਹ ਨੇ, ਤੂੰ ਸ਼ਹਿਨਸ਼ਾਹਾਂ ਨੂੰ ਵੀ ਖੂਬੀਆਂ ਦੇਣਾ, ਉਹਨਾਂ ਨੂੰ ਗੁਣ ਤੂੰ ਦੇਣਾ, ਕਿਉਂਕਿ ਤੇਰੇ ਤੋਂ ਬਿਨਾ ਉਹਨਾਂ ਵਿੱਚ ਵੀ ਤਾਕਤ ਨਹੀਂ ਆ ਸਕਦੀ। ਸ਼ਹਿਨਸ਼ਾਹੇ ਖੂਬੀ ਦਿਓ ਰਾਹ ਨਮੂ, ਤਾਕਤ ਦੇਣਾ। ਰਾਹ ਨਮੂ ਦਾ ਅਰਥ ਹੁੰਦਾ ਹੈ ਰਾਹ ਦਿਖਾਣਾ, ਕਿ ਬੇਗੂਨੋ ਬੇਚੂਨੋ ਚੂ ਬੇਨਮੂ, ਤੂੰ ਉਪਮਾ ਤੋਂ ਰਹਿਤ ਹੈ, ਤੂੰ ਰੰਗ ਤੋਂ ਰਹਿਤ ਹੈ, ਤੇਰੇ ਕਿਹੜਾ ਜੰਮਿਆ ਤਾਕਤ ਨੂੰ ਬਿਆਨ ਕਰਨ ਵਾਲਾ। ਹਜ਼ੂਰ ਕਹਿੰਦੇ ਨੇ ਜਿਹਨੂੰ ਖੌਮੇ ਮਰ ਜਾਏ, ਫਿਰ ਬੇਨਤੀ ਸੁਣਿਓ, ਉਹ ਆਪਣੀ ਤਾਕਤ ਨੂੰ ਰੱਬ ਦੀ ਤਾਕਤ 'ਚ ਵੇਖਦਾ। ਗਾਵੇ ਕੋ ਤਾਣ ਹੋਵੇ ਕਿਸੈ ਤਾਣ। ਅਗਲਾ ਜੀ ਇੱਕ ਹੋਰ ਵੀ ਬਣ ਗਈ, ਗਾਵੇ ਕੋ ਦੁਲਾਵਾਂ ਨੇ ਜੀ, ਕੋਈ ਗਾਉਂਦਾ ਹੈ ਦਾਤ ਜਾਣੇ ਨੀਸਾਨ। ਉਹਦੀ ਦਾਤ ਮਿਲਦੀ ਹੈ, ਉਹ ਜਾਣਦਾ, ਉਹ ਅੰਬਰੋਂ ਪਹਿਚਾਨਦਾ। ਨਿਸ਼ਾਨ ਦਾ ਅਰਥ ਹੈ ਨਿਸ਼ਾਨੀ। ਜਿਸ ਕਿਸੇ ਨੂੰ ਦਾਤ ਮਿਲਦੀ ਏ ਉਹ ਕਦੀ ਦਾਵਾ ਨਹੀਂ ਕਰਦਾ ਮੇਰੀ ਕਮਾਈ ਨਾਲ ਮਿਲੀ। ਦਾਤ ਮਿਲਦੀ ਏ, ਕਹਿੰਦਾ ਤੈਨੂੰ ਤਾਂ ਗਾ ਰਿਹਾ, ਇਹ ਦਾਤ ਤੇਰੀ ਬਖਸ਼ਿਸ਼ ਦੀ ਨਿਸ਼ਾਨੀ ਹੈ। ਇਹ ਤੇ ਨਿਸ਼ਾਨੀ, ਨਿਸ਼ਾਨ ਦਾ ਅਰਥ ਹੈ ਚਿੰਨ, ਨਿਸ਼ਾਨੀ। ਕੋਈ ਇਸ ਕਰਕੇ ਗਾ ਰਿਹਾ ਤੂੰ ਤਾਕਤ ਵਾਲਾ ਹੈ। ਗਾਵੇ ਕੋ ਦਾਤ ਜਾਣੇ ਨੀਸਾਨ, ਤੇਰੀ ਨਿਸ਼ਾਨੀ ਜਾਣ ਕੇ ਤੂੰ ਦਾਤ ਦਿੱਤੀ। ਇਸੇ ਕਰਕੇ ਜਦੋਂ ਰੱਬ ਦੀ ਦਾਤ ਨੂੰ ਜਾਂ ਦਾਤ ਨੂੰ ਪ੍ਰਭੂ ਦੀ ਨਿਸ਼ਾਨੀ ਸਮਝੀਏ, ਫਿਰ ਇਹਦੇ ਵਿੱਚੋਂ ਸਿਮਰਨ ਨਿਕਲਦਾ ਹੈ। ਜੇ ਪ੍ਰਸਾਦ ਬਸੈ ਸੁਖਮੰਦਰ ਤਿਸੈ ਧਿਆਏ, ਗਾ ਰਿਹਾ ਨਾ, ਤੇ ਘਰ ਤਾਂ ਦਾਤ ਹੈ, ਉਹਦੀ ਨਿਸ਼ਾਨੀ ਹੈ। ਜੇ ਪ੍ਰਸਾਦ ਬਸੈ ਸੁਖਮੰਦਰ ਤਿਸੈ ਧਿਆਏ ਸਦਾ ਮਨ ਅੰਦਰ। ਜੇ ਪ੍ਰਸਾਦ ਅਰੋਗ ਕੰਚਨ ਦੇਹੀ ਲਿਵ ਲਾਵੋ ਤਿਸ ਰਾਮ ਸਨੇਹੀ। ਮਹਾਰਾਜ ਨੇ ਕਿੰਨੇ ਸ਼ਬਦ ਵਰਤੇ ਨੇ ਜੀ। ਮੈਂ ਫਿਰ ਬੇਨਤੀ ਕਰਾਂ, ਜਦੋਂ ਦਾਤ ਮਿਲੇ, ਦਾਤ ਉਹਦੀ ਬਖਸ਼ਿਸ਼ ਦੀ ਨਿਸ਼ਾਨੀ। ਪਰ ਇੱਥੇ ਇੱਕ ਹੋਰ ਗੱਲ, ਦਾਤ ਨੂੰ ਕੇਵਲ ਸੁਖਾਂਤ ਨਹੀਂ ਸਮਝਣਾ, ਦਾਤ ਦੁਖਾਂਤ ਵੀ ਹੈ। ਥੋੜਾ ਜਿਹਾ ਹੋਰ ਟੁੱਬੀ ਮਾਰਿਓ ਇਸ ਸ਼ਬਦ 'ਚ। ਠੀਕ ਹੈ, ਅਸੀਂ ਕਹਿ ਦਿੱਤਾ ਵੀ ਜਨਮ ਦਾਤ, ਸੁਖ ਦਾਤ, ਪੁੱਤਰ ਧੀ ਦਾਤ। ਗੁਰੂ ਨਾਨਕ ਸਾਹਿਬ ਕਹਿੰਦੇ ਨੇ ਜਿਹਦੀ ਕੌਮੇ ਮਰ ਜਾਏ ਉਹ ਦੁਖਾਂਤ ਨੂੰ ਵੀ ਦਾਤ ਸਮਝਦਾ ਹੈ ਤੇ ਦੁੱਖ ਆਇਆਂ ਵੀ ਗਾਉਣ ਲੱਗ ਪੈਂਦਾ ਹੈ। ਜਿਵੇਂ ਬਹੁਤਾ ਕਰਮ ਲਿਖਿਆ ਨਾ ਜਾਏ, ਕਰਮ ਦਾ ਅਰਥ ਤੇ ਬਖਸ਼ਿਸ਼ ਹੈ। ਉਹਦੀ ਕਰਮ ਨੂੰ ਕੌਣ ਲਿਖ ਸਕਦਾ? ਬਖਸ਼ਿਸ਼ ਲਿਆ, ਬਹੁਤਾ ਕਰਮ ਲਿਖਿਆ ਨਾ ਜਾਏ। ਵੱਡਾ ਦਾਤਾ ਉਹ ਤਿੰਨ ਤਾਂ ਤਮਾਏ, ਤਿਲ ਜਿੰਨਾ ਵੀ ਤਮਾ ਨਹੀਂ ਕਰਦਾ ਮੈਂ ਤੁਹਾਨੂੰ ਦੇ ਰਿਹਾ, ਤੁਸੀਂ ਕੀ ਦਿਓਗੇ? ਕਹਿੰਦੇ ਇੰਨਾ ਬੇਪਰਵਾਹ ਬੰਦੇ ਖਾਂਦੇ ਨੇ ਤੇ ਨਾਲੇ ਰੱਬ ਨੂੰ ਗਾਲਾਂ ਕੱਢਦੇ ਨੇ। ਉਹ ਨਾਲੇ ਹੱਸ ਕੇ ਕਹਿੰਦਾ ਕਿ ਮੈਂ ਨਹੀਂ ਕਦੀ ਦੁਬਾਰਾ ਚੇਤੇ ਕਰਦਾ ਕਿ ਇਹ ਮਨ ਖਰਜੀ ਧਿਆਏ ਤੂੰ, ਇੱਕ ਮਨ ਇੱਕ ਚਿਤ ਭਾਏ, ਹਰ ਕੀਆਂ ਸਦਾ ਸਦਾ ਵਡਿਆਈਆਂ ਦੇ ਨਾ ਪਛੋਤਾ। ਸਾਡਾ ਵਰਗਾ ਹੋਵੇ ਤੇ ਕਹਿੰਦਾ ਸਿਰ ਵੱਢ ਦਿਓ ਪਹਿਲਾਂ। ਮਹਾਰਾਜ ਕਹਿੰਦੇ ਨਹੀਂ, ਵੱਡਾ ਦਾਤਾ ਹੈ ਨਾ, ਛੋਟੇ ਦਾਤੇ ਸੰਕੀਰਨ ਹੁੰਦੇ ਆ, ਵੱਡੇ ਦਾਤੇ ਨੂੰ ਕੋਈ ਲਾਲਚ ਨਹੀਂ। ਅਕਿਰਤ ਘਣਾ ਨੂੰ ਪਾਲਦਾ। ਫਿਰ ਬੇਨਤੀ ਸੁਣਿਓ, ਮੈਂ ਦਾਤ ਦੇ ਅਰਥ ਥੋੜੇ ਜਿਹਾ ਹੋਰ ਬਾਣੀ ਚ ਆਪਾਂ ਵੇਖਦੇ ਆ। ਬਹੁਤਾ ਕਰਮ ਲਿਖਿਆ ਨਾ ਜਾਏ, ਵੱਡਾ ਦਾਤਾ ਤਿਲ ਨਾ ਤਮਾਏ। केते मंगै जोध अपार, केतियां गणत नहीं विचार, केते खप टुटै। बस आ भी तो दात ही है ना, उन्हें दे दी, खाई गए विकारां च गर्क हो गए, वो फिर भी खुश हो जाता, कोई गल नहीं। बड़ी बड़ी खुल देंदा जी सच्चे पातशाह वाहिगुरू जी परमेश्वर जी। केते मंगै जोध अपार, केतियां गणत नहीं विचार, केते खप टुटै विकार, केते लै लै मुकर पाहे। ਇਹ ਵੀ ਤਾਂ ਗਾਇਆ ਜਾ ਰਿਹਾ ਨਾ। ਫਿਰ ਮੇਰੀ ਧਿਆਨ ਨਾਲ ਬੇਨਤੀ ਸੁਣਿਓ, ਇਸ ਨੁਕਤੇ ਨਾਲ ਲਿਓ, ਲੋਕ ਮੁੱਕਰ ਰਹੇ ਆ, ਲੋਕ ਵਕਾਰਾਂ 'ਚ ਨੇ ਤੇ ਗੁਰੂ ਨਾਨਕ ਇਸ ਸਿਫਤ ਨੂੰ ਵੀ ਗਾ ਰਿਹਾ, ਵਾਹ ਰੱਬਾ ਤੇਰੀਆਂ ਬਖਸ਼ਾਂ ਲੈ ਕੇ ਕਿੱਧਰ ਤੁਰ ਪਏ ਨੇ, ਤੂੰ ਫਿਰ ਵੀ ਲਾਲਚ ਨਹੀਂ ਕਰਦਾ। ਮਹਾਰਾਜ ਸ਼ਬਦ ਵਰਤ ਰਿਹਾ, केते ਲੈ ਲੈ ਮੁੱਕਰ ਪਾਏ, केते ਮੂਰਖ ਖਾਹੀ ਖਾਹੇ, ਗਾਵੇ ਕੋ ਦਾਤ ਜਾਣੇ ਨਿਸ਼ਾਨ। ਅਗਲੀ ਦਾਤ, केते लै लै मुकर पाए, केते मूर्ख खाई खाए, केतियां दुख भूख सद मार। ए पे दात गावे को दात जाने निशान। ये मौत भी तां तेरी दात है, दुख भी तां तेरी दात है, ये तू दिता है, तू देन वाला है। मैं ताई क्या जदों हुक्मी बंदा हो जाए, सच वे मान होवे अपमान होवे जो मर्जी होवे, वो कहंदा मेरे महबूब ने भेजा, मैनू हर चीज ही परवान है।
ਜਿਹਨੂੰ ਗੁਰੂ ਰਾਮਦਾਸ ਬਚਨ ਕਰਦੇ ਆ, ਜੇ ਸੁਖ ਦੇ ਤਾਂ ਤੁਝੈ ਅਰਾਧੀ ਦੁੱਖ ਵੀ। ਇਹ ਹੈ ਦਾਤ, ਸੁਖ ਵੀ ਹੈ ਦੁੱਖ ਵੀ ਹੈ। ਦੁੱਖ ਵੀ ਤੁਝੈ ਧਿਆਹੀ, ਮੈਂ ਤੈਨੂੰ ਉਹਦੇ ਵਿੱਚ ਵੀ। ਸੰਪੈ ਦੇਖਣਾ ਹਰ ਕੀ ਹੈ, ਵਿਪਤ ਦੇਖ ਨਾ ਰੋਏ। ਜਿਉਂ ਸੰਪੈ ਤੇ ਉਹ ਵਿਪਤ ਹੈ, ਬਿਦ ਨੇ ਰਚਿਆ ਸੋ ਹੋਏ। ਦੋਨੋਂ ਉਹਦੀਆਂ ਚੀਜ਼ਾਂ ਨੇ। ਗਾਵੇ ਕੋ ਦਾਤ ਜਾਣੇ ਨਿਸ਼ਾਨ। ਹੁਣ ਅਗਲਾ ਬਚਨ, ਗਾਵੇ ਕੋ, ਕੋਈ ਗਾ ਰਿਹਾ ਹੈ ਤੈਨੂੰ ਗੁਣ ਵਡਿਆਈਆਂ ਚਾਰ, ਤੇਰੇ ਗੁਣਾਂ ਨੂੰ, ਤੇਰੀਆਂ ਵਡਿਆਈਆਂ ਕਰ ਰਿਹਾ। ਚਾਰ ਦਾ ਲਫ਼ਜ਼ੀ ਅਰਥ ਹੈ ਸੋਹਣਾ। ਇੱਥੇ ਸੁੰਦਰ ਅਰਥ ਤਕਰੀਬਨ ਸਾਰਿਆਂ ਚਾਰ ਦਾ ਅਰਥ ਸੋਹਣਾ ਕੀਤਾ। ਕਈਆਂ ਨੇ ਵਡਿਆਈ ਜਿਹੜੀ ਉਹ ਵੱਖਰਾ ਪਾਠ ਕਰਤਾ, ਐੜਾ ਅਚਾਰ ਨਾਲ ਲਾਤਾ। ਨਹੀਂ, ਅਰਥ ਜਿਹੜੇ ਨੇ ਜਿੰਨੀ ਕੁ ਸਮਝ ਪਈ, ਅਰਥ ਦਾ ਦਾਵਾ ਨਹੀਂ ਮੈਂ ਕਰਦਾ ਕਦੀ। ਕੋਈ ਸੋਹਣੀਆਂ ਤੇਰੀਆਂ ਵਡਿਆਈਆਂ ਵਿਚਾਰ ਰਿਹਾ, ਤੇਰੇ ਗੁਣਾਂ ਨੂੰ ਯਾਦ ਕਰ ਰਿਹਾ। ਹੁਣ ਮਨ 'ਚ ਵੀ ਆ ਵੀ ਗੁਣ ਕਿਹੜੇ ਨੇ ਪਿਆਰਿਓ। ਜੇ ਕਿਸੇ ਨੇ ਨਿਰੋਲ ਸਿਰਫ ਗੁਣ ਗਾਉਣੇ ਨੇ, ਸਿਰਫ ਗੁਣ ਗਾਉਣੇ ਨੇ, ਕੋਈ ਖੱਬੇ ਸੱਜੇ ਉਦਾਹਰਨ ਕੋਈ ਨਹੀਂ। ਜਿੰਨੇ ਗੁਰੂ ਗੋਬਿੰਦ ਸਿੰਘ ਨੇ ਜਾਪ ਸਾਹਿਬ ਵਿੱਚ ਰੱਬ ਦੇ ਗੁਣ ਗਾਏ ਨੇ, ਇਹਦਾ ਥਾ ਹੀ ਕੋਈ ਨਹੀਂ। ਇਹ ਸਾਰੇ ਗੁਣ ਨੇ। ਕਿੰਨੀਆਂ ਵਡਿਆਈਆਂ ਕੀਤੀਆਂ ਕਿ ਸਾਹਿਬ ਦਿਮਾਗ ਹੈ। ਦਿਮਾਗ ਤਾਂ ਬੜੇ ਨੇ, ਇਹਨਾਂ ਦੇ ਦਿਮਾਗ ਥੋੜੇ ਜਿਹੇ ਕੰਮ ਕਰਦੇ ਆ। ਤੂੰ ਵੱਡੇ ਦਿਮਾਗ ਦਾ ਮਾਲਕ ਹੈ। ਆ ਜਿੰਨੇ ਖੇਡਾਂ ਖੇਡਦੇ ਪਏ ਨੇ, ਤੇਰੇ ਦਿਮਾਗ ਦੀ ਉਪਜ ਨੇ। ਕਿ ਸਾਹਿਬ ਦਿਮਾਗ ਹੈ ਕਿ ਹੁਸਨਲ ਚਿਰਾਗ ਹੈ। ਤੂੰ ਹੁਸਨਲ, ਤੂੰ ਸੁੰਦਰਤਾ ਦਾ ਦੀਵਾ ਹੈ। ਇਹ ਤਾਂ ਇਤਿਕਰਾਂ ਪੜਿਆ ਸੀ ਵੀ ਰੋਸ਼ਨੀ ਦਾ ਦੀਵਾ, ਪਰ ਸੁੰਦਰਤਾ ਦਾ ਦੀਵਾ ਆਹੇ ਗਾਵੇ ਕੋ ਗੁਣ ਵਡਿਆਈਆਂ ਚਾਰ। ਮਹਾਰਾਜ ਕਹਿੰਦੇ ਨੇ ਕਿ ਹੁਸਨਲ ਚਿਰਾਗ ਹੈ। ਉਹਦੇ ਵਿੱਚ ਹਜ਼ੂਰ ਦੇ ਕੁਝ ਬਚਨ ਕਿ ਪਾਕ ਬੇਐਬ ਹੈ। ਆਨੇ ਸੋਹਣੀਆਂ ਵਡਿਆਈਆਂ ਇੰਨੀ ਦੁਨੀਆ 'ਚ ਵਿਚਰ। ਹੁਣ ਵੇਖੋ ਅਖੀਰ ਤੇ ਜਦੋਂ ਇਹ ਪੌੜੀ ਖਤਮ ਹੋਵੇਗੀ ਨਾ, ਸਭ ਕੁਝ ਕਹਿ ਕੋ ਕੱਲਾ ਵਿਗਸੀ ਜਾਂਦਾ। ਨਾਨਕ ਵਿਗਸ ਹੈ। ਹਜ਼ੂਰ ਸੱਚੇ ਪਾਤਸ਼ਾਹ ਕਹਿੰਦੇ ਕਿ ਪਾਕ ਬੇਐਬ ਹੈ, ਇੰਨਾ ਪਵਿੱਤਰ ਹੈ ਕਿ ਤੇਰੇ ਉੱਤੇ ਅੱਜ ਤੀਕਰਾਂ ਚਿੱਕੜ ਕੋਈ ਸੱਟ ਹੀ ਨਹੀਂ ਸਕਿਆ। ਤੈਨੂੰ ਅੰਦਰ ਕੋਈ ਐਬ ਨਹੀਂ। ਹੁਣ ਜੇ ਕਹੀ ਜੀ ਗੁਣ, ਸਿੱਧੀ ਜੀ ਗੱਲ ਹੈ ਜੀ। ਆ ਸ਼ਬਦ ਦਾ ਇਸ਼ਾਰਾ ਮਹਾਰਾਜ ਕਰ ਗਏ ਗੁਣਾਂ ਲਈ। ਤੁਮ ਦਾਤੇ, ਠਾਕੁਰ, ਪ੍ਰਤਪਾਲਕ, ਨਾਇਕ, ਖਸਮ, ਆ ਸਾਰੇ ਗੁਣ ਹੀ ਨੇ। ਤੁਮ ਦਾਤੇ, ਇਹਦੇ ਅਰਥ ਦੀ ਲੋੜ ਨਹੀਂ। ਨਾਇਕ ਦਾ ਅਰਥ ਹੁੰਦਾ ਹੈ ਆਗੂ, ਠਾकुर ਦਾ ਅਰਥ ਹੈ ਮਾਲਕ, ਖਸਮ ਦਾ ਅਰਥ ਹੀ ਜਾਣਨੇ। तुम दाते ठाकुर प्रतिपालक नायक खसम हमारे, निमक निमक तुम ही प्रतिपालो, हम बारक तुम रे धारे, जेवा एक कवन गुण कहिए। फिर बेनती सुनियो, कवन गुण कहिए, ये भी एक गुण है, ये भी एक गुण है। ये कहना बेअंत 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 बेअंत, सच्ची जे बेअंत बेअंत भी सिमरन है। जे गुरु गोबिंद सिंह जी वडियाई करते हैं, कह रहे ने जमी तू ही, जमा तू ही, मकी तू ही, मका तू ही, अपू तू ही, अपह तू ही, अछू तू ही, अछह तू ही, जतस तू ही, ब्रतस तू ही, गतस तू ही, मतस तू ही। तो फिर 6 घंटे तू ही जड़ा कह रहे ने, एक गावे को गुण वडियाइयां चार है। तू ही भी तो एक बड़ी वड्डी वडियाई है। फिर बेनती मैं करा कि जेवा एक कवन गुण कही है, बेशुमार बेअंत स्वामी तेरो अंत ना किन्नी लही। हजूर सच्चे पातशाह जी कह रहे ने, गावे को दात जाने निशान, गावे को गुण वडियाइयां चार सोहनियां, पर कौन? नानक हुक्म जे बुझे। ये ओ गा रहा है, क्योंकि वो पौड़ी सानू अगली पौड़ी च ले आईए। गावे को दात जाने निशान, गावे को गुण वडियाइयां चार, गावे को विद्या विखम विचार। कोई बहुत औखी विद्या पढ़दा, जेड़े असली वेद ने ना, संस्कृत जेड़ी वैदिक संस्कृत है, बहुत घट बंदे। अज पूरे भारत विच सिर्फ 25,000 हिंदू वीर संस्कृत जानदा, बाकी नहीं जानते। इन्ने गूढ़ ग्रंथ ने उपनिषद, किन्ना डूंगा है। चलो वाहिगुरू जी मैनू एक गल खुल के कर लेंदे। अजे साडी एक समस्या है, ਅਸੀਂ ਰਾਜਨੀਤੀ ਜ਼ਰੂਰ ਖੇਡੀਏ, ਪਰ ਧਰਮ ਗ੍ਰੰਥਾਂ ਦਾ ਅਪਮਾਨ ਕਰਨ ਦੀ ਨਾ ਖੇਡੀਏ। ਜਿਹੜੇ ਅੱਜ ਕੱਲ੍ਹ ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਦੀ ਬੇਅਦਬੀ ਦਾ ਚੱਲਦਾ ਪਿਆ ਹੈ, ਇਹ ਸਾਨੂੰ ਵੀ ਚਾਹੀਦਾ, ਕਿਉਂਕਿ ਮੈਨੂੰ ਪਤਾ ਹੈ ਜਦੋਂ ਚੋਣ ਨੇੜੇ ਆਉਣੀ ਉਦੋਂ ਕੁਝ ਹੋਣਾ ਹੀ ਹੋਣਾ ਹੈ। ਪਹਿਲੀ ਗੱਲ ਕਿ ਅਸੀਂ ਕਹਾਂਗੇ ਇਨਸਾਫ ਨਹੀਂ ਮਿਲਦਾ, ਕੋਈ ਸ਼ੱਕ ਨਹੀਂ। ਇੱਕ ਪਿੰਡ ਵਿੱਚ ਤਾਂ 12 ਗੁਰਦੁਆਰੇ ਬਣਾਈ ਬੈਠੇ। ਪ੍ਰਕਾਸ਼ ਕਰਕੇ ਬਾਬਾ ਜੀ ਚਲੇ ਗਏ ਗੁਰੂ ਸਾਹਿਬ ਨੇ,
याद रखियो जिदन गुरगद्दी दिती गुरु ग्रंथ ते गुरु पंथ नूं दिती सी। ग्रंथ है ते पंथ होते किथे? जे इन्ना पैसा लाने आ, फिर मेरी बेनती, एक बंदा बहुत वड्डा मान लो इंडिया चो कोई चंगी पदवी ते बैठा होवे, धार्मिक पदवी किसी मुल्क दा, प्रेजिडेंट आज नूं कल्ला छड्डने नहीं छड्डदे ना, कहने नहीं नहीं मैं सारे काम छड्ड के नहीं। जे की सोचेगा जिन्हों शहनशाह शहनशाह कह के अरदासां करने गुरुद्वारे कल्ला हुंदा है, उदों ही प्रकाश करो फिर जिन्नी देर तक पाठ करना है। बड़ा कौड़ा सच है। असी सिख हाँ ना, फिर उदों बाद कल्पना शुरू कर देने, आ हो गया आ गया, फिर उहदे ते राजनीति चलदी है, केड़ा नहीं बोलिया केड़ा केड़ा नहीं गया केड़ा। वाहिगुरू जी मैं किसे धड़े नाल संबंधित ये गल नहीं कर रहा, पर मैं फिर भी बेनती करांगा कि गुरु ने ये जे कोई गुरु ग्रंथ साहिब नूं ये बेअदबी कर रहा है, ਉਹਦੇ ਵਿੱਚ याद रखियो गोबिंद राम दमोदर शब्दां दी बेअदबी कर रहा है, रब अल्लाह करीम रहीम शब्द दी बेअदबी कर रहा है। गुरु ग्रंथ साहिब दी बेअदबी करने वाला बंदा सच्चे वे रब दे असली धर्म दी बेअदबी कर रहा है। एक फिजिकल बेअदबी करदा है, एक सुरत के तौर पर बेअदबी करता है। आ भी मसला जी जेड़ा 338 बीड़ा दा है ना, उसका कारण क्योंकि सिस्टम खराब है। मैं फिर बेनती करांगा, जथेबंदी शहीदां दे खून नाल बनी है, इन्हें नहीं मरना। सिस्टम विच गलत बंदियां नूं बदल दिओ, सिस्टम नहीं कदी खत्म करीदा। थोड़ा जिहा विशाल हिरदे नाल आपां चलीए ते जिथे सिरां दा वोटां दा सिस्टम आ जाए, उत्थे फिर चंगियां दे जितन दी उम्मीद कोई नहीं होंदी। ये भी दुखांत है। पर खैर मैं जिहड़ी बेनती कला, किन्ने उपनिषद बहुत डूंगा है, क्योंकि सब तो औखा उपनिषद दे विच पुछो कुछ ना किन्ना ज्ञान भरिया पिया। गुरु साहब कहंदे आ जिहड़े बिकम ग्रंथ पढ़दे है ना, किन्ने किन्ने डूंगे ग्रंथ ते किन्ने किन्ने देन। इथों तक गावे को विद्या विकम विचार में शायद इत्थे क्या मलेरकोटले में गया मदरसे च, ते मेरी इच्छा सी भी जफरनामे दी गुरु साहब सीस देन। उस नौजवान ने बड़ा काम किया है, अपनी खेती करदा है, 27-28 साल दा है, लखनऊ अपना जी वो ग्रैजुएशन कर रहा फारसी दी। ते मैं उन्होंने कहा सी तू सानू जबर जेर पेश लिख के पूरा जिवें परशियन उन्हें लिख दिता है जी, तैयारी कर दी सी। साडी इच्छा है गुटके रूप चो जफरनामा संगत इस तरह पाठ करे जिवें दशमेश दे दूजे बचन, क्योंकि दुनिया विच इक्को दस्तावेज है जिहड़ा सच्चा पातशाह झूठे बादशाह नूं वंगारदा पिया, होर किते नहीं मिलेगा। साहब सतगुरु जी के देखो, हुण उत्थे मैं गया, वो 12 साल दे 12 साल की 9 साल दा बच्चा मुफ्ती साहब कहंदे आ, मैं कहा भी सुनिया तुहाडे हाफिज ने। हाफिजदार था आप समझ जिन्हों कुरान चेते होवे, हिफजदार थे याद, हाफिजदार थे जो याद होगी जबानी। वो हस के कहंदा ज्ञानी जी साडे तां न्याणे भी हाफिज ने। 8 साल दा बच्चा आया, उन्हें जिथों कहे उथों ऐ पानी दी तरह कुरान सुनानी उत्थे शुरू कर दी। जिवें हुण बजुर्ग आप इस स्थान ते कई सालां दे गुरबाणी कंठ मुकाबले करांदे, गुरमुखो पहाड़ा 5 साल कंठ कर लईए ते मरदे दम तक नहीं भुलदा, पर जिहड़ा गुरबाणी कंठ कर लेगा मरण तो बाद भी बाणी कदी नहीं भुलदी। शब्द तां इस तो अगे जाना है। जे बच्चे अज बाणी एक एक तोकी चेते कर रहे आ, कंठ कीता होया शब्द सच्ची मुच्ची गले दा हार बन जांदा है। गले दा हार जिउंदियां मरण तो बाद आत्मा दा शिंगार बन जांदा है। हजूर सच्चे पातशाह दे विषय ते आवां, कोई गाउंदे ने बड़े गहरे गहरे ग्रंथ पढ़ के, विखम दा अर्थ औखी, गावे को विद्या विखम विचार। कई इस करके गा रहे हा, उसे घर च जन्म हो रहा बच्चे दा, वधाई मिल रही है। उसे घर दे विच कई बारी उसे बाप दी मौत हो रही है। हजूर कहते ने गावे को साज करे तन खेह, हा बोलना है। मैं शायद ठीक ही बोलिया होवे, हाँ आम तौर पर लफ्ज अखर छड़ देने, खे नहीं। गावे को कोई गाउंदा है, साज करे तुसी साज दिता बना दिता, ते फिर तुहाडी मौज आई,
ਉਸੇ ਸਾਜੇ ਹੋਏ ਨੂੰ ਰਾਖ ਕਰ ਦਿੱਤਾ। ਖੇ ਦਾ ਅਰਥ ਮਿੱਟੀ ਜਾਂ ਰਾਖ। ਕੋਈ ਇਸ ਕਰਕੇ ਗਾ ਰਿਹਾ ਹੈ ਕਿ ਰੋਜ਼ ਕਿੰਨੇ ਬੰਦੇ ਤੂੰ ਸਮੇਟਣਾ ਪਿਆ। ਗਾਵੇ ਕੋ ਸਾਜ ਕਰੇ ਤਨ ਖੇ। ਅੱਗੇ ਜੀ ਜਿਹੜਾ ਖੇ ਹੋ ਗਿਆ, ਇੱਥੇ ਇਹ ਵੀ ਭਰਮ ਨਿਕਲ ਜਾਣਾ ਚਾਹੀਦਾ ਵੀ ਇਹ ਜੀ ਪੁਨਰ ਜਨਮ ਨਹੀਂ ਹੁੰਦਾ ਜੀ, ਇਹ ਅੱਗੇ ਆਤਮਾ ਨਹੀਂ ਤੁਰਦੀ। ਅਗਲੀ ਤੋਂ ਕੀ ਹੈ? ਗਾਵੇ ਕੋ ਜੀ ਲੈ। ਉਹ ਜਿਹੜਾ ਫੂਕਿਆ ਗਿਆ, ਜਿਹੜਾ ਢਾਂਚਾ ਬਣਿਆ ਸੀ, ਉਹਦੇ ਵਿੱਚੋਂ ਜਦੋਂ ਚੇਤਨਾ ਨਿਕਲੀ, ਉਹਦਾ ਸੰਸਕਾਰ ਕਰ ਦਿੱਤਾ, ਉਹ ਰਾਖ ਹੋ ਗਿਆ। ਰਾਖ ਹੋਣ ਤੋਂ ਪਹਿਲਾਂ ਜਦੋਂ ਚੇਤਨਾ ਕੱਢੀ, ਰੱਬ ਨੇ ਉਹ ਆਤਮਾ ਕੱਢ ਕੇ ਨਾ, ਗਾਵੇ ਕੋ ਜੀ ਲੈ ਫਿਰ ਦੇਹ। ਦੱਦੇ ਲਾ ਖਾ ਮੁਕਤਾ ਦਾ ਅਰਥ ਬੋਡੀ, ਕਾਇਆ। ਹਜ਼ੂਰ ਕਹਿੰਦੇ ਨੇ ਉਹ ਸੜ ਗਿਆ ਪਹਿਲਾ ਤਨ, ਉਸਨੇ ਫਿਰ ਬਖਸ਼ਿਸ਼ ਕੀਤੀ, ਦੂਸਰੀ ਦੇਹੀ ਫਿਰ ਉਹਨੂੰ ਦੇ ਦਿੱਤੀ। ਤੇ ਆ ਕੱਲ ਨੂੰ ਅੱਗੇ ਆਉਣਾ, ਚੰਗਿਆਂ ਕਰਮਾਂ ਨਾਲ ਸਰੀਰ ਮਿਲਦੇ ਆ, ਰੱਬ ਦੀ ਨਜ਼ਰ ਨਾਲ ਮੁਕਤੀ ਮਿਲਦੀ ਹੈ। ਕਰਮੀ ਆਵੇ ਕਪੜਾ। ਗਾਵੇ ਕੋ ਸਾਜ ਕਰੇ ਤਨ ਖੇ। ਗਾਵੇ ਕੋ ਜੀ ਲੈ ਫਿਰ ਦੇ। ਤੁਸੀਂ ਜੀ ਪੈਦਾ ਕੀਤਾ। ਬਾਣੀ ਚ ਬੇਅੰਤ ਉਦਾਹਰਨਾਂ ਨੇ ਜਿਹਦੇ ਵਿੱਚੋਂ ਮਹਾਂਪੁਰਖ ਕਹਿੰਦੇ ਆਪਾਂ ਅੱਜ ਦੇ ਥੋੜਾ ਚੱਲੇ ਆ। ਪੂਰਬ ਜਨਮ ਹਮ ਤੁਮਰੇ ਸੇਵਕ, ਅਬ ਤੋਂ ਮਿਟਿਆ ਨਾ ਜਾਈ। ਬਹੁਤ ਜਨਮ ਵਿਛੜੇ ਥੇ ਮਾਧੋ। ਇਹ ਚੇਤਾ ਹੈ ਵੀ ਆਪਾਂ ਮਿਲੇ ਸਾਂ ਤੇ ਵਿਛੜਿਆ ਨਾ ਕਿਤੇ। ਬਹੁਤ ਜਨਮ ਵਿਛੜੇ ਥੇ ਮਾਧੋ। ਧੀਰਮਲ ਜੀ ਦਾ ਜਨਮ ਹੋਇਆ, ਇਤਿਹਾਸ ਦੀ ਸਾਖੀ ਹੈ। ਤੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਗਏ ਤੇ ਨਾਲ ਹੀ ਹੱਸ ਕੇ ਕਹਿੰਦੇ ਤਾਇਆ ਜੀ ਫੇਰ ਆ ਗਏ ਦੁਬਾਰਾ। ਉਹ ਇਤਿਹਾਸ ਜਦੋਂ ਕੇਰੀ ਪੜ੍ਹੀ ਦਾ ਵੀ ਇਹ ਫਿਰ ਰੂਹਾਂ ਇਸ ਤਰ੍ਹਾਂ ਹੀ ਹੈ ਕਿ ਹੁਣ ਭੂਤ ਪ੍ਰੇਤ ਨਾ ਸਮਝੋ ਇਹ ਖੇਡ ਹੈ। ਹੁਣ ਜਿਹੜੇ ਕਹਿੰਦੇ ਅਸੀਂ ਨਹੀਂ ਮੰਨਦੇ ਤੇ ਰੋਜ਼ ਹੀ ਤਾਂ ਮੰਨਦੇ ਆ ਕਿ ਪੂਰਬ ਜਨਮ ਕੇ ਮਿਲੇ ਸੰਜੋਗੀ। ਇਸ ਜਨਮ ਦੇ ਥੋੜਾ ਪੂਰਬ ਕਿਤੇ ਮਿਲੇ ਸਾਂ। ਅੱਜ ਵੀ ਜਿੰਨੇ ਚਾਹੇ ਵੈਰ ਕਹੇ, ਚਾਹੇ ਵਿਰੋਧ ਕਹੇ, ਚਾਹੇ ਬੰਦਾ ਰੱਜ ਕੇ ਵਿਰੋਧੀ ਹੈ, ਉਹ ਵੀ ਪੂਰਬਲੇ ਕਰਕੇ ਮਿਲਿਆ। ਹਜ਼ੂਰ ਸੱਚੇ ਪਾਤਸ਼ਾਹ ਕਹਿੰਦੇ ਗਾਵੇ ਕੋ ਜੀ ਲੈ ਫਿਰ ਦੇ। ਕਈ ਇਸ ਤਰ੍ਹਾਂ ਬੰਦਗੀ ਕਰਦੇ ਆ, ਗਾਵੇ ਕੋ ਜਾਪੈ ਦਿਸੈ ਦੂਰ। ਜਾਪੈ ਸ਼ਬਦ ਅਨੁਭਵੀ ਹੈ, ਜਾਪਦਾ ਹੈ ਉਹਨਾਂ ਨੂੰ ਕਿ ਜਿਹਨੂੰ ਮਿਲਣਾ ਬੜੀ ਦੂਰ ਹੈ, ਬਹੁਤ ਦੂਰ ਦੀ ਗੱਲ ਹੈ। ਤੇ ਗੁਰਬਾਣੀ ਚ ਕਿਹਾ ਜਾਪੈ ਦਿਸੈ ਦੂਰ ਦੇ ਬਾਰੇ ਕਿਹਾ, ਹੋ ਆਇਆ ਦੂਰੋਂ ਚੱਲ ਕੇ, ਕਿਉਂਕਿ ਬੜੀ ਦੂਰੀ ਤੋਂ ਆਇਆ ਮੈਂ, ਕਈ ਜਨਮ ਭਟਕੇ ਆਇਆ। ਹਜ਼ੂਰ ਕਹਿੰਦੇ ਕੋਈ ਇਸ ਕਰਕੇ ਗਾ ਰਹੇ ਨੇ ਰੱਬ ਬਹੁਤ ਦੂਰ ਹੈ। ਗਾਵੇ ਕੋ ਵੇਖੈ ਹਾਜ਼ਰਾ ਹਜ਼ੂਰ। ਕੋਈ ਗਾ ਰਿਹਾ ਹੈ ਕਿ ਉਹ ਹਾਜ਼ਰ ਨਾਜ਼ਰ ਹੈ। ਜਿਵੇਂ ਮਹਾਰਾਜ ਕਹਿੰਦੇ ਕਿ ਹਾਜ਼ਰ ਹਜ਼ੂਰ ਹੈ ਕਿ ਜ਼ਾਹਰ ਜ਼ਹੂਰ ਹੈ। हे परमात्मा कि ਜ਼ਾਹਰ ਜ਼ਹੂਰ ਹੈ ਕਿ ਹਾਜ਼ਰ ਹਜ਼ੂਰ ਹੈ, ਤੂੰ ਹਾਜ਼ਰ ਨਾਜ਼ਰ ਹੈ। ਤੇ ਦੂਰ ਵੀ ਕਿਆ, ਕੋਈ ਦੂਰੀ ਜਾਣ ਕੇ ਕਹਿੰਦਾ ਹੈ। ਅੱਜ ਭਾਈ ਸਾਹਿਬ ਨੇ ਸ਼ਬਦ ਪੜ੍ਹਿਆ ਸੀ ਕਿ ਕੋ ਕਹਿ ਤੋ ਸਭ ਬਾਹਰ ਬਾਹਰ, ਕੋ ਕਹਿ ਤੋ ਸਭ ਮਈਓ। ਕੋਈ ਕਹਿੰਦਾ ਨਹੀਂ ਇੱਥੇ ਵੱਸਦਾ, ਕੋਈ ਕਹਿੰਦਾ ਦੂਰ। ਕੋਈ ਇਸ ਕਰਕੇ ਗਾ ਰਿਹਾ ਹੈ ਕਈ ਜਨਮਾਂ ਦਾ ਵਿਛੜਿਆ, ਕੋਈ ਇਸ ਕਰਕੇ ਗਾ ਰਿਹਾ ਨਹੀਂ ਸਰਬੈ ਏਕ ਅਨੇਕੈ ਸੁਆਮੀ ਸਭ ਕਟ ਭੁਗਵੈ ਸੋਈ। ਕਹਿ ਰਬਦਾਸ ਹਾਥ ਪੈ ਨੇੜੇ ਨੇੜੇ ਹੈ, ਹਾਦਰਾ ਦੂਰ ਹੈ, ਸਹਿਜੇ ਹੋਏ ਸੋ ਹੋਈ। ਫਿਰ ਬੇਨਤੀ ਹੈ ਗਾਵੇ ਕੋ ਵੇਖੈ ਹਾਦਰਾ ਹਦੂਰ। ਫਿਰ ਅਗਲੀ ਗੱਲ, ਸਤਿਗੁਰੂ ਜੀ ਇਹ ਜਿੰਨੇ ਗਾਉਂਦੇ ਪਏ ਨੇ ਇਹਨਾਂ ਫਿਰ ਪੂਰਾ ਗਾ ਲਿਆ? ਕਹਿੰਦੇ ਨਹੀਂ। ਕਥਨਾ ਕਥੀ ਨਾ ਆਵੇ ਤੋਟ। ਇਹ ਕਮੀ ਨਹੀਂ ਆ ਰਹੀ, ਕਥੀ ਕੱਥ ਰਹੇ ਨੇ, ਖਤਮ ਨਹੀਂ ਹੋ ਰਹੀ। ਤੇ ਇਹ ਵੀ ਨਹੀਂ ਵੀ ਕਥ ਕਥ ਕੇ ਉਹਦਾ ਅੰਤ ਪਾ ਲਿਆ। ਇਹ ਨਹੀਂ ਕਥਨਾ ਕਥੀ ਨਾ ਆਵੇ ਤੋਟ, ਟੋਟਾ ਨਹੀਂ ਆ ਰਿਹਾ, ਕਥ ਰਹੇ ਨੇ। ਇਹ ਸਮਝ ਗਏ, ਕਮੀ ਨਹੀਂ ਆ ਰਹੀ, ਮੁੱਕੇ ਨਹੀਂ। ਕਥਨਾ ਕਥੀ ਨਾ ਆਵੇ ਤੋਟ, ਕਥ ਕਥ ਕਥੀ ਕੋਟੀ ਕੋਟ ਕੋਟ, ਕਰੋੜਾਂ ਕਰੋੜਾਂ ਕਥ ਗਏ। ਆਖੇ ਈਸਰ, ਆਖੇ ਸਿੱਧ, ਆਖੇ ਕੀਤੇ ਕੀਤੇ ਬੁੱਧ, ਆਖੇ ਦਾਨਵ, ਆਖੇ ਦੇਵ, ਆਖੇ ਸੁਰ ਨਰ ਮੁਨ ਜਨ ਸੇਵ। ਕੀਤੇ ਆਖੇ ਤੋਟ ਨਹੀਂ ਆ ਰਿਹਾ। केते आखें आखण पाए, केते कह के उठ जाए, एते कीते होर करें आख न सकें के नारद से चतुरानन से रमनार से सब हूं मिल गायो। वेद कतेब न भेद लख्यो, सब हार परे हार हाथ न आयो। कथना कथी न आवे तोट, कथ कथ कथी कोटी कोट गुर। सच्चे पातशाह आ जिहड़ा तुसीं उत्ते दस के आए भी दातां दिंदा, ताकत दिंदा, वडियाइयां सब कुछ, महाराज फिर ਉਹਦਾ ਖਜ਼ਾਨਾ ਨਹੀਂ ਮੁੱਕਦਾ। ਕਹਿੰਦੇ ਨਾ, ਦਿੰਦਾ ਦੇ
ਲੈਦੇ ਥਕ ਪਾਏ। ਉਹ ਦੇ ਰਿਹਾ, ਲੈਣ ਵਾਲੇ ਥੱਕ ਗਏ ਆ, ਇਹ ਕੂਚ ਕਰੀ ਜਾ ਰਿਹਾ, ਦੇਣ ਵਾਲਾ ਨਹੀਂ ਥੱਕਿਆ। ਤੇ ਮਹਾਰਾਜ ਕਿੰਨੇ ਸਾਲ ਹੋ ਗਏ? ਹਜ਼ੂਰ ਕਹਿੰਦੇ ਜੁਗਾ ਜੁਗੰਤਰ ਖਾਈ ਖਾਏ, ਕਈ ਜੁਗਾਂ ਤੋਂ ਖਾ ਰਹੇ ਆ, ਅੱਜ ਦੇ ਨਹੀਂ। ਤੇ ਪਿਆਰਿਓ, ਸੱਚੀ ਮੁੱਚੀ ਜੀ ਉਹਨੇ ਜਿਹੜਾ ਸਟੋਰ ਭਰਿਆ ਉਹ ਚ ਦੁਬਾਰਾ ਭਰਨਾ ਹੀ ਕੋਈ ਨਹੀਂ ਪੈਂਦਾ। ਆਸਨ ਲੋਏ ਲੋਏ ਭੰਡਾਰ, ਜੋ ਕੁਝ ਪਾਇਆ ਸੋ ਏਕਾ ਵਾਰੀ ਪਾਤਾ, ਹੁਣ ਖਾਈ ਜਾਓ ਜੀ। ਕਥਨਾ ਕਥੀ ਨਾ ਆਵੇ ਤੋਟ, ਕਥ ਕਥ ਕਥੀ ਕੋਟੀ ਕੋਟ ਕੋਟ, ਦਿੰਦਾ ਦੇ ਲੈਂਦੇ ਥੱਕ ਪਾਹੇ। ਅਸੀਂ ਥੱਕ ਗਏ ਆ, ਤੂੰ ਨਹੀਂ ਥੱਕਿਆ। ਬੰਦਾ ਕੂਚ ਕਰ ਗਿਆ, ਪਰ ਫਰਿੱਜ ਤਾਂ ਖਾਣੇ ਦੀ ਭਰੀ ਪਈ ਸੀ। ਸੱਚੀ ਹੈ ਜੀ। ਕੱਪੜੇ ਦਰਜੀ ਕੋਲ ਸੀਤੇ ਪੈਸਣ, ਵਿਚਾਰੇ ਹੀ ਚਲਾ ਗਿਆ। ਦਾਤ ਨਹੀਂ ਮੁੱਕੀ। ਦਿੰਦਾ ਦੇ ਲੈਂਦੇ ਥਕ ਪਾਏ, ਜੁਗਾ ਜੁਗੰਤਰ ਖਾਈ ਖਾਣ। ਫਿਰ ਚਲੋ ਪਿਛਾਂ, ਉਹ ਪ੍ਰਕਰਨ ਚੱਲ ਰਿਹਾ। ਹੁਕਮ ਰਜ਼ਾਈ ਚੱਲਣਾ, ਨਾਨਕ ਲਿਖਿਆ ਨਾਲ। ਦੂਜੀ ਪੌੜੀ ਸਮਾਪਤ ਹੋਈ ਸੀ, ਨਾਨਕ ਹੁਕਮੈ ਜੇ ਬੁੱਝੈ ਤਾਂ ਹਉਮੈ ਕਹੇ ਨਾ ਕੋਈ। ਉਹੀ ਪ੍ਰਕਰਨ ਚ ਦਿੰਦਾ ਦੇ ਲੈਂਦੇ ਥਕ ਪਾਏ, ਜੁਗਾ ਜੁਗੰਤਰ ਖਾਈ ਖਾਏ। ਹੁਕਮੀ ਹੁਕਮ ਚਲਾਏ ਰਾਹ। ਹੁਕਮੀ, ਇੱਥੇ ਹੁਕਮੀ ਅਰਥ ਬਦਲ ਗਿਆ ਜੀ। ਹੁਕਮ ਕਰਨ ਵਾਲਾ, ਹੁਕਮ ਦਾ ਮਾਲਕ ਜਿਹੜਾ ਹੈ, ਉਹ ਆਪਣੇ ਹੁਕਮ ਨਾਲ ਸਭ ਕੁਝ ਚਲਾ ਰਿਹਾ ਹੈ। ਇਹ ਦਾਤਾ ਸਭ ਕੁਝ ਆ ਹੁਕਮ। ਹੁਕਮੀ ਹੁਕਮ ਚਲਾਏ ਰਾਹ। ਤੇ ਬਾਬਾ ਜੀ ਇਹ ਕਈ ਤਾਂ ਭੱਜ ਜਾਂਦੇ ਆ, ਖਾ ਕੇ ਮੁੱਕਰ ਜਾਂਦੇ ਆ। ਹਜ਼ੂਰ ਕਹਿੰਦੇ ਨੇ ਇਹਨਾਂ ਨੂੰ ਵੇਖ ਕੇ ਹੱਸਦਾ ਹੈ। ਨਾਨਕ ਵਿਗਸੈ ਵੇ ਪਰਵਾਹ। ਉਹ ਵਿਗਸੈ, ਖੁਸ਼ ਹੁੰਦਾ ਹੈ। ਅਸਲ ਚ ਲਫ਼ਜ਼ ਹੈ ਵਿਕਾਸ, ਪੰਜਾਬੀ ਚ ਵਿਗਾਸ ਤੇ ਵਿਗਸੈ ਬਣ ਗਿਆ। ਵਿਗਸੈ ਦਾ ਅਰਥ ਖੁਸ਼ ਹੋ ਰਿਹਾ, ਹੱਸਦਾ ਇਹਨਾਂ ਨੂੰ ਵੇਖ ਕੇ। ਸੱਚੀ ਮੁੱਚੀ ਜੀ, ਜੇ ਕੋਈ ਬੰਦਾ ਭੱਜ ਵੀ ਜਾਂਦਾ ਤਾਂ ਵੀ ਹੱਸਦਾ ਹੈ। ਤੇ ਇੱਕ ਗੱਲ ਹੋਰ, ਜੂਨ ਕਿਸੇ ਵਿੱਚ ਵੀ ਰੱਖੇ, ਕੁਰਬਾਨ ਕੀਤਾ ਤਿਸੈ ਵਿਟੋ ਜਿਨ ਮੋਹ ਮੀਠਾ ਲਾਇਆ। ਮੈਨੂੰ ਇਹ ਲੱਗਦਾ ਤਾਂ ਹੈ ਵੀ ਪਤਾ ਨਹੀਂ ਹੁਣ ਜਿਉਂ-ਜਿਉਂ ਸੱਚੀ ਜੇ ਜਦੋਂ ਬੰਦਾ 50 ਤੋਂ 55 ਤੋਂ ਟੱਪ ਜਾਂਦਾ ਹੈ ਨਾ, ਇੱਕ ਤੇ ਖਲੋ ਜਾਂਦੇ ਨੇ ਉੱਥੇ ਕਈ। ਉਹ ਕਈ ਸਾਲ 55 ਸਾਲ ਦੀ ਉਮਰ ਹੀ ਦੱਸੀ ਜਾਂਦੇ। ਉਹ ਅੰਦਰ ਡਰਦਾ, ਸਾਹਮਣੇ ਮੌਤ ਦਿਸਦੀ ਪਈ। ਸੱਚੀ ਲਓ ਜੀ, ਤਜਰਬਾ ਬੰਦਿਆਂ। ਉਹ ਖਲੋ ਜਾਂਦੇ ਉੱਥੇ, ਨਹੀਂ ਅਜੇ ਤੇ ਮੈਂ ਇੰਨੇ ਸਾਲ ਦਾ, ਇੰਨੇ ਸਾਲ ਦਾ। ਉਹ ਫਿਰ ਕਈ ਰੰਗ ਰੁੰਗ ਲਾ ਕੇ ਵੀ ਕਹਿੰਦੇ ਨੇ ਚਲੋ ਬਚਾਅ ਬਚੂ ਹੋ ਜਾਊਗਾ। ਸਿੰਘ ਰਲ, ਦਾੜੀ ਰੰਗ ਲਓ, ਵਾਲ ਰੰਗ ਲਓ। ਯਾਦ ਰੱਖਿਓ, ਉਹਨੂੰ ਸਾਰਿਆਂ ਦੀ ਪਛਾਣ ਹੈ। ਉਹ ਤਾਂ ਖਸਮੇ ਨਦਰੀ ਕੀੜਾ ਆਵੇ, ਜੇਤੇ ਚੁਗਾ ਦਾਣੇ। ਸੱਚੀ ਜੀ, 50 ਤੋਂ 55 ਖਲੋ ਕੇ ਬੰਦਾ ਫਿਰ ਜਿਨ੍ਹਾਂ ਦੀ ਆਤਮਾ ਜਾਗਦੀ, ਉਹ ਕੀਤੇ ਹੋਏ ਪਾਪਾਂ ਨੂੰ ਚੇਤੇ ਕਰਨਾ ਪੈਂਦੇ। ਫਿਰ ਉਹ ਕਹਿੰਦੇ ਆ, ਰਹਿਣ ਗਈ ਮਤ ਦਿਨ ਪੀ ਜਾਏ। ਜਵਾਨੀ ਤੁਰ ਗਈ, ਹੁਣ ਬੁਢੇਪਾ ਨਾ ਜਾਣ ਦਈ। ਭਵਰ ਗਏ ਬਗ ਬੈਠੇ ਆਏ। ਭਵਰੇ ਚਲੇ ਗਏ ਤੇ ਬਗਲੇ, ਹੁਣ ਬਗਲੇ ਦਾ ਤੇ ਚਿੱਟਾ, ਤੇ ਹੁਣ ਬਗਲੇ ਉੱਤੇ ਕਾਲਾ ਰੰਗ ਕਰ ਦਿਓ, ਰਹਿਣਾ ਤੇ ਬਗਲੇ ਹੀ ਏ। ਆ ਕਰੜ ਬਰੜੀ ਜੀ ਦਾੜੀ ਹੋ ਜਾਂਦੀ, ਉਹ ਬਗਲੇ ਉੱਤੇ ਚਿੱਟਾ ਕਾਲਾ ਰੰਗ ਕੀਤਾ ਹੁੰਦਾ। ਭਵਰ ਗਏ ਬਗ ਬੈਠੇ, ਥਰ ਹਰ ਕੰਪੈ ਬਾਲਾ ਜੀਓ, ਨਾ ਜਾਣੂ ਕਿਆ ਕਰਸੀ ਪੀ। ਫਿਰ ਡਰ ਲੱਗਣ ਲੱਗ ਪੈਂਦਾ, ਹੁਣ ਕੀ ਬਣੇਗਾ। ਪਰ ਕਿਸੇ ਵੀ ਜੂਨ ਚ ਸੱਟੇਗਾ, ਇੱਕ ਗੱਲ ਤਾਂ ਪੱਕੀ ਹੈ, ਸੰਤੁਸ਼ਟ ਨੇ ਬੰਦੇ ਨੂੰ ਸਾਰੇ। ਇਹ ਅਸੀਂ ਕਹੇ ਨਾ ਵੀ ਇਸ ਧਰਤੀ ਮੈਂ ਤੇਰੀ ਸਰਦਾਰੀ, ਤੇ ਸੱਚੀ ਮੁੱਚੀ ਇੰਨੀ ਸਰਦਾਰੀ ਕੀਤੀ ਨੇ, ਰਹਿਣ ਕੁਝ ਵੀ ਨਹੀਂ ਦਿੱਤਾ। ਹਰ ਥਾਂ ਤੇ ਕਬਜ਼ਾ, ਪਾਣੀ ਤੇ ਕਬਜ਼ਾ, ਰੁੱਖਾਂ ਤੇ ਕਬਜ਼ਾ, ਮਿੱਟੀ ਪੱਟੀ ਜਾਂਦਾ ਥੱਲੇ ਉਹਨੇ, ਉਹਦੇ ਤੇ ਕਬਜ਼ਾ। ਮੈਂ ਬੇਨਤੀ ਕਰਾਂ, ਸੱਪ ਜ਼ਹਿਰੀਲਾ ਹੈ, ਉਹਨੂੰ ਕੋਈ ਪਤਾ ਨਹੀਂ ਮੇਰੀ ਟੇਢੀ ਮੇਢੀ ਜੂਨ ਹੈ। ਇੰਨਾ ਜ਼ਹਿਰ ਘੋਲ ਕੇ ਵੀ ਉਹਦਾ ਮਰਨ ਨੂੰ ਚਿੱਤ ਨਹੀਂ ਕਰਦਾ। ਗੰਦਗੀ ਦਾ ਕੀੜਾ ਹੈ, ਅਸੀਂ ਕਹਿੰਦੇ ਨੇ ਥੂ ਗੰਦ, ਪਰ ਗੰਦਗੀ ਦਾ ਕੀੜਾ ਵੀ ਸੰਤੁਸ਼ਟ। ਇਹ ਤਾਂ ਉਹਦੀ ਅਨੋਖੀ ਖੇਡ ਹੈ। ਉਹ ਕਹਿੰਦਾ ਜਿੱਥੇ ਮਰਜੀ ਜਾ, ਮੈਂ ਰੱਖਾਂਗਾ ਤੈਨੂੰ ਸੰਤੁਸ਼ਟ। ਇੱਕ ਬੰਦਾ ਜੇ ਜਿਹੜਾ ਐ ਸੰਤੁਸ਼ਟ ਰਹਿੰਦਾ, ਹੋਰ ਕੋਈ ਨਹੀਂ ਰਹਿੰਦਾ। ਹੋਰ ਸਭ ਸ਼ੁਕਰ ਚ ਨਹੀਂ, ਬਸ ਤੇਰਾ ਭਾਣਾ ਹੀ। ਉਹ ਅਚੇਤ ਹੁਕਮ ਮੰਨ ਰਿਹਾ। ਐਤਕੀ ਮੈਂ ਸਿਰਫ ਥੋੜਾ ਜਿਹਾ ਹੁਕਮ ਸ਼ਬਦ ਵਰਤਿਆ। ਇੱਕ ਅਚੇਤ ਹੈ, ਇੱਕ ਸੁਚੇਤਕ ਹੈ। ਅਸੀਂ ਸੁਚੇਤ ਹੁਕਮ ਦੀ ਕੈਟਾਗਰੀ ਚਾਹੁੰਦੇ ਹਾਂ। ਆ ਰੁੱਖ ਹੈ, ਆਪਣੇ ਆਪ ਅਚੇਤ ਮੰਨ ਰਿਹਾ ਨਾ, ਵੱਧ ਰਿਹਾ, ਕੀੜਾ ਲੱਗਦਾ, ਪੱਤੇ ਝੜਦੇ ਨੇ, ਮੰਨ ਰਿਹਾ, ਖਿਲਦਾ ਨਹੀਂ। ਹਜ਼ੂਰ ਕਹਿੰਦੇ ਕਿੰਨਾ ਬੇਪਰਵਾਹ ਹੈ। ਫਿਰ ਇੱਥੇ ਵੇਖੋ, ਆਹ ਗੁਰਮਤ ਵਿੱਚ ਪਰਮੇਸ਼ਵਰ ਦੀ ਦੀਨ ਦਿਆਲਤਾ। ਹਜ਼ੂਰ ਕਹਿੰਦੇ ਨਾਨਕ ਵਿਗਸੈ, ਉਹ ਸ਼ਰਾਬ ਨਹੀਂ ਦੇ ਰਿਹਾ। ਇਹ ਖਾਣ ਵਾਲੇ ਮੁੱਕਰ ਰਹੇ ਆ, ਇਹ ਸੱਚੀ ਮੁੱਚੀ ਕਿਰਤ ਘਣਤਾ ਕਰ ਰਹੇ ਆ। ਇਹਨਾਂ ਨੂੰ ਖਾਂਦਿਆਂ ਨੂੰ ਵੇਖ ਕੇ ਹੱਸਦਾ ਹੈ, ਕਿਉਂਕਿ ਉਹ ਬੇਪਰਵਾਹ ਹੈ, ਉਹਨੂੰ ਕਿਸੇ ਦੀ ਪਰਵਾਹ ਨਹੀਂ। ਪਰ ਯਾਦ ਰੱਖਿਓ, ਹੁਕਮ ਰਜਾਈ ਚੱਲਣਾ, ਨਾਨਕ ਹੁਕਮੈ ਜੇ ਬੁੱਝੈ। ਤੇ ਅੱਗੇ ਹੁਕਮੀ ਹੁਕਮ
ਕੱਲ ਨੂੰ ਫਿਰ ਮਹਾਰਾਜ ਕਹਿਣਗੇ ਨਾਨਕ ਏਵੈ ਜਾਣੀਏ ਸਭ ਆਪੇ ਸਚਿਆਰ। ਕੱਲ ਨੂੰ ਆਪਾਂ ਵਾਚਾਂਗੇ 11:15 ਵਜੇ, ਕਿਉਂਕਿ 3 ਵਜੇ ਮੇਰੀ ਫਲਾਈਟ ਹੈ ਸੈਕਰਾਮੈਂਟੋ ਤੋਂ, ਤੇ ਆਪਾਂ 11:15 ਆਪ ਜੀ ਕਿਰਪਾ ਕਰਿਓ ਇਸ ਵਿਸ਼ੇ ਨੂੰ ਮੈਂ ਪੂਰਾ ਕਰ ਸਕਾਂ। 24 ਤਰੀਕ ਨੂੰ ਅੰਮ੍ਰਿਤ ਸੰਚਾਰ ਹੈ। ਭਾਈ ਗੁਰਸਿੱਖੋ, ਅੰਮ੍ਰਿਤਧਾਰੀ ਹੋਈਏ, ਸਤਿਗੁਰੂ ਦੀ ਬਾਣੀ ਨਾਲ ਜੁੜੀਏ। ਬਹੁਤ ਹੁੰਦਾ ਰਹਿਤ ਨਹੀਂ ਰੱਖੀ ਜਾਣੀ, ਨਹੀਂ, ਰਹਿਤ ਦਾ ਦਾਤਾ ਕੇਵਲ ਗੁਰੂ ਗੋਬਿੰਦ ਸਿੰਘ। ਕਿਹੜਾ ਜੰਮਿਆ ਆਪਣੀ ਰਹਿਤ ਨੂੰ ਰੱਖਣ ਵਾਲਾ? ਆਪਾਂ ਰੱਖੀ ਬੈਠੇ। ਫਿਰ ਇਹ ਤਾਂ ਨਿੱਕੀ ਜਿਹੀ ਕੌਮੇ ਖਲੋ ਗਈ ਨਾ, ਜੋਗੇ ਵਾਲੀ ਗੱਲ ਬਣ ਗਈ। ਨਹੀਂ ਪਿਆਰਿਓ, ਰਹਿਤ ਦਾ ਦਾਤਾ ਗੁਰੂ ਗੋਬਿੰਦ ਸਿੰਘ ਹੈ। ਇਸੇ ਕਰਕੇ ਕਹਿੰਦੇ ਆ ਸਾਨੂੰ ਰਹਿਤ ਦਾ ਦਾਨ ਦੇਈ। ਇਹ ਨਾ ਸਿੱਖਾਂ ਨੂੰ ਸਿੱਖੀ ਦਾਨ, ਕੇਸ਼ ਦਾਨ, ਰਹਿਤ ਅਸੀਂ ਰੱਖਣੀ। ਰਹਿਤ ਦਾ ਦਾਨ ਦਿੰਦਾ ਹੈ, ਤੇ ਦਾਨ ਦੇ ਪੈਸੇ ਨਹੀਂ ਲੱਗਦੇ ਹੁੰਦੇ, ਦਾਨ ਬਖਸ਼ਿਸ਼ ਵਿੱਚੋਂ ਮਿਲਦਾ ਹੁੰਦਾ। ਸਤਿਗੁਰੂ ਗੁਰੂ ਗੋਬਿੰਦ ਸਿੰਘ ਮਿਹਰ ਕਰੇ। ਬੀਬੀਓ ਭੈਣੋ, ਭਾਈ ਸਾਹਿਬ ਨੇ ਅਮਰਜੀਤ ਸਿੰਘ ਹੋਣਾ ਨੇ ਅਨਾਉਂਸ ਕੀਤਾ। ਵੈਸੇ ਫਿਰ ਮੈਂ ਬੇਨਤੀ ਕਰਦਿਆਂ, ਮੇਰੇ ਤੋਂ ਪਿਛਲੇ ਸਾਲਾਂ 'ਚ ਆਉਂਦਿਆਂ ਬਹਿੰਦਿਆਂ ਉੱਠਦਿਆਂ ਬਹੁਤ ਭੁੱਲਾਂ ਹੋਈਆਂ ਨੇ। ਆਪ ਕਿਰਪਾ ਕਰਕੇ ਜ਼ਰੂਰ ਬਖਸ਼ਿਓ, ਜਿਵੇਂ ਆਪ ਸੰਗਤ ਅਸੀਸ ਬਖਸ਼ੋਗੇ। ਸਤਿਗੁਰੂ ਸਾਰੀ ਦੁਨੀਆ ਤੋਂ ਇਹ ਠੰਡ ਵਰਤਾਏ, ਬਿਮਾਰੀ ਦਾ ਜਿਹੜਾ ਪ੍ਰਕੋਪ ਹੈ ਇਹਦੇ ਤੋਂ ਬਚਾ ਦੇਵੇ। ਅੱਗੇ ਜਿਵੇਂ ਬਣੇਗਾ ਪ੍ਰੋਗਰਾਮ, ਸਤਿਗੁਰੂ ਕਿਰਪਾ ਕਰੇ ਆਪ ਦੀ ਸੇਵਾ ਵਿੱਚ ਆਓ। ਜਿੰਨਾ ਜਾਣਾ ਹੈ ਭਾਈ ਜਾਓ, ਤੇ ਥੋੜਾ ਜਿਹਾ ਨਾਮ ਜਪ ਲਿਓ। ਮੈਂ ਸਤਨਾਮ ਵਾਹਿਗੁਰੂ ਇਹ ਨਹੀਂ ਕੋਈ ਨਵੀਂ ਰੀਤ ਚਲਾ ਰਿਹਾ, ਉਹ ਕੰਮ ਛੇਤੀ ਚੱਲ ਪੈਂਦਾ, ਮੈਨੂੰ ਸਾਹ ਮਿਲ ਜਾਂਦਾ। ਉਂਝ ਸਵੇਰੇ ਜਦੋਂ ਅੰਮ੍ਰਿਤ ਵੇਲੇ ਜਾਈਦਾ, ਜਦੋਂ ਸਤਨਾਮ ਵਾਹਿਗੁਰੂ ਤੇ ਉਹ ਭਾਈ ਸੁਰਿੰਦਰ ਸਿੰਘ ਤੇ ਚਲੇ ਗਏ, ਉਹਨਾਂ ਦੀ ਆਵਾਜ਼ ਹੀ ਵੱਖਰੀ ਸੀ। ਤੇ ਮੈਨੂੰ ਯਾਦ ਹੈ ਉਹ ਉਸ ਬੰਦੇ ਨੂੰ ਮੈਂ ਜਦੋਂ ਅੱਜ ਜਾਣਾ ਦਰਸ਼ਨ ਡਿਊਟੀ 'ਚ ਅੰਮ੍ਰਿਤ ਵੇਲੇ, ਮੇਰੀ ਇੱਛਾ ਹੁੰਦੀ ਹੈ ਮਹਾਰਾਜ ਜੀ ਦੀ ਪਾਲਕੀ ਨਾਲ ਚੱਲੀਏ, ਤੇ ਉਹਨੇ ਬਾਂਹ ਫੜ ਲੈਣੀ ਕਰਨੀ, ਮੋਢਾ ਦਵਾਣਾ, ਤੇ ਸਤਨਾਮ ਵਾਹਿਗੁਰੂ ਕਿੰਨਾ ਸੋਹਣਾ। ਉਂਝ ਬਾਣੀ ਵਿੱਚ ਜਪ ਮਨ ਸਤਨਾਮ ਸਦਾ ਸਤਨਾਮ। ਭਾਈ ਸਾਹਿਬ ਨੇ ਲਿਖਿਆ, ਸਤਨਾਮ ਸਤਰੂਪ ਕਰ ਸਤਿਗੁਰੂ ਨਾਨਕ ਦਿਓ ਜਪਾਇਆ। ਧਰਮਸ਼ਾਲ ਕਰਤਾਰਪੁਰ ਸਾਧ ਸੰਗਤ ਸੱਚਖੰਡ ਵਸਾਇਆ। ਵਾਹਿਗੁਰੂ ਗੁਰ ਸ਼ਬਦ ਸੁਣਾਇਆ। ਸਤਨਾਮ ਨਮਸਕਾਰ ਗੁਰਦੇਵ ਕੋ ਸਤਨਾਮ ਜਿਸ ਮੰਤਰ ਸੁਣਾਇਆ। ਇਹ ਨਹੀਂ ਕਿ ਆਪਾਂ ਕੋਈ ਗੁਰਮੰਤਰ ਚੇਂਜ ਕਰ ਰਹੇ ਹਾਂ, ਵਾਹਿਗੁਰੂ ਹੀ ਗੁਰਮੰਤਰ ਹੈ। ਬਾਬਾ ਹਰਬੰਸ ਸਿੰਘ ਜੀ ਕੋਲ ਬੰਗਲਾ ਸਾਹਿਬ ਕਥਾ ਕਰਕੇ ਮੈਂ ਪਹੁੰਚਿਆ। ਚਲਾਣੇ ਤੋਂ ਪਹਿਲਾਂ ਬਜ਼ੁਰਗ ਬਾਬਾ ਕਾਰਸੇ ਵਾਲੇ ਬਾਬਾ ਹਰਬੰਸ ਸਿੰਘ ਜੀ ਕਹਿੰਦੇ ਨੇ ਬਾਬਾ ਕਰਤਾਰ ਸਿੰਘ ਜੀ ਆਏ ਕਥਾ ਕਰਨ, ਤੇ ਉਹ ਕਈ ਵਾਰੀ ਮੈਨੂੰ ਉਹਨਾਂ ਗੱਲ ਸੁਣਾਈ, ਕਈ ਵਾਰੀ, ਤੇ 2-3 ਗੱਲਾਂ ਉਹਨਾਂ ਦੀਆਂ ਮੈਨੂੰ ਇੰਨੀਆਂ ਯਾਦ ਨੇ। ਇੱਕ ਤਾਂ ਉਹਨਾਂ ਕਿਹਾ ਬਾਬਾ ਜੀਵਨ ਸਿੰਘ ਜੀ ਕਾਰ ਸੇਵਾ ਵਾਲੇ, ਸ਼ਾਇਦ ਆਪ ਜੀ ਨੇ ਦਰਸ਼ਨ ਕੀਤੇ ਹੋਣ। ਉਹ ਕਹਿੰਦੇ ਹੁੰਦੇ ਸਨ, ਕਿਉਂਕਿ ਇਹਨਾਂ ਦੀ ਸੰਗਤ 'ਚ ਰਹਿ ਕੇ ਇਹਨਾਂ ਸੇਵਾ ਕੀਤੀ, ਕਹਿੰਦੇ ਦਰਬਾਰ ਸਾਹਿਬ ਦੀ ਪਰਿਕਰਮਾ 'ਚ ਇੱਕ ਕੱਖ ਵੀ ਮਿਲ ਜਾਏ, ਉਹ ਵੀ ਚੁੱਕ ਕੇ ਸੇਵਾ ਕਰ ਦਿਓ, ਗੁਰੂ ਉਹਦੇ ਨਾਲ ਹੀ ਝੋਲੀਆਂ ਭਰ ਦਿੰਦਾ। ਮੈਂ ਸਤਿਗੁਰੂ ਦੀ ਦੂਜੀ ਕਹਿੰਦੇ ਨੇ, ਉਹ ਕਹਿੰਦੇ ਸਨ ਬਾਬਾ ਜੀ ਅਸੀਂ ਤਾਂ ਕਥਾ ਕਰਨੇ ਆ, ਤੁਸੀਂ ਤਾਂ ਨਾਲ ਹੀ ਟੋਕਰੀ ਚਲਾਉਂਦੇ ਆ, ਪ੍ਰੈਕਟੀਕਲ ਸਿਮਰਨ ਸ਼ੁਰੂ ਕਰਾ ਦਿੰਦੇ। ਉਹ ਸਿੱਧੀ ਜੀ ਗੱਲ ਸੀ, ਪਿੰਡਾਂ ਦੇ ਬੰਦੇ ਸਨ ਆਪਣੇ, ਉਹਨਾਂ ਨੂੰ ਇੰਨਾ ਬੋਧ ਬਾਹਰ ਦਾ ਗਿਆਨ ਦਾ ਨਹੀਂ ਸੀ, ਪਰ ਅੰਦਰੋਂ ਸਿਆਣੇ ਸਨ। ਉਹਨਾਂ ਸਿੱਧਾ ਕਹਿਣਾ ਜੀ ਚਲੋ ਆਓ ਫਿਰ ਕੱਲ ਜਿਵੇਂ ਆਪ ਜੀ ਨੇ ਜਪਿਆ ਹੈ ਸਾਰੇ ਰਹਿਮਤ ਕਰੋ। ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ, ਪਹਿਲਾਂ ਦਾਸ ਫਿਰ ਖਾਲਸਾ ਜੀ ਆਪ ਸਾਰੇ, ਫਿਰ ਬੀਬੀਓ ਭੈਣੋ, ਉੱਚੀ ਆਵਾਜ਼ ਵਿੱਚ ਕਰੋ ਕਿਰਪਾ ਜੀ।